नानक नाम चढ़दी कला तेरे भाणे सरबत दा भला। हर रोज हर सिख रब अगे यही अरदास करता है। असी सारे हमेशा सरबत दा भला ही मंगते हैं ते असी सारे अपनी अपनी हैसियत अनुसार कोशिश भी करते हाँ कि सरबत दे भले लिए काम कर सके। अज असी तुहाडी अजिही शख्सियत नाल रूबरू होण जा रहे हैं जो कि ना ही सिर्फ सरबत दा भला मंगते हैं पर पूरी कोशिश भी करते हैं कि सही मायने विच सरबत दा भला हो सके। वो है तो है एक बिजनेसमैन पर उस तो भी वड्डे सोशल एक्टिविस्ट ने डॉक्टर एसपीएस ओबराय साहब। ही इज पॉपुलरली नोन एज सेवियर सिंह। He is a managing trustee of Sarbat Da Bhala Charitable Trust and chairman, Apex Group of Companies, Dubai. Dr. Singh is also the first German Sikh who has been honored in the Parliament of France in a history of 124 years. आजकल ਦੇ लॉकडाउन ਦੇ ਮਾਹੌਲ ਵਿੱਚ ਅਸੀਂ ਸਾਰੇ ਆਪਣੇ ਆਪਣੇ ਤਰੀਕੇ ਨਾਲ ਕੁਝ ਨਾ ਕੁਝ ਭਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉੱਥੇ ਹੀ ਡਾਕਟਰ ਓਬਰਾਏ ਵੀ ਸਰਬਤ ਦਾ ਭਲਾ ਕਰਨ ਵਿੱਚ ਰੁੱਝੇ ਹੋਏ ਹਨ। Come, let's try to know more about him and what is he doing nowadays. Sir, you're most welcome. Sat Shri Akal, sir. Sat Shri Akal, Gagan ji. सर ਤੁਹਾਡਾ ਵੀਵਿੰਗ ਟੀਮ ਸਟਾਕ ਸ਼ੋ ਦੇ ਵਿੱਚ ਸਵਾਗਤ ਹੈ। ਸਰ ਅਸੀਂ ਇਸ ਸਟਾਕ ਸ਼ੋ ਦੇ ਜ਼ਰੀਏ ਅਲੱਗ-ਅਲੱਗ ਪਰਸਨੈਲਿਟੀਜ਼ ਨੂੰ ਬੁਲਾਉਂਦੇ ਆ ਤੇ ਉਹਨਾਂ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਦੇ ਆ। ਸਰ ਤੁਸੀਂ ਆਪਣੇ ਬਾਰੇ ਕੁਝ ਦੱਸਣਾ ਚਾਹੋਗੇ? ਗਗਨ ਜੀ, ਅੱਜ ਜਿਹੜਾ ਟਾਈਮ ਜਾ ਰਿਹਾ ਹੈ ਸਾਰੇ ਵਰਲਡ ਵਿੱਚ ਦੇਖੋ ਜਿਹੜੀ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਪੂਰਾ ਡਰ ਤੇ ਸਹਿਮ ਦਾ ਮਾਹੌਲ ਹੈ ਸਾਰਿਆਂ ਨੂੰ। ਤਕਰੀਬਨ ਲੋਕ ਸਾਰੇ ਘਰਾਂ 'ਚ ਬੈਠੇ ਨੇ। ਸਾਰਾ ਜੋ ਵੀ ਚੱਲ ਰਿਹਾ ਘਰਾਂ 'ਚ ਬੈਠ ਕੇ ਚੱਲ ਰਿਹਾ। ਸੋ ਇਹ ਟਾਈਮ ਜਿਹੜਾ ਸੀ ਇਸ ਟਾਈਮ ਦੇ ਵਿੱਚ ਚਾਹੇ ਕੋਈ ਛੋਟੀ ਸੰਸਥਾ ਹੈ ਚਾਹੇ ਕੋਈ ਵੱਡੀ ਸੰਸਥਾ ਹੈ ਹਰ ਇਨਸਾਨ ਚਾਹੁੰਦਾ ਸੀ ਕਿ ਕੁਛ ਨਾ ਕੁਛ ਜਿਹੜਾ ਅਸੀਂ ਆਪਣਾ ਹਿੱਸਾ ਪਾਈਏ ਇਹਦੇ ਵਿੱਚ ਸੇਵਾ ਕਰ ਸਕਦੇ ਹਾਂ ਸੇਵਾ ਕਰੀਏ। ਸੋ ਟਰਸਟ ਵੱਲੋਂ ਵੀ ਤਕਰੀਬਨ 2 ਮਹੀਨੇ ਪਹਿਲਾਂ ਜਿਹੜਾ ਹੈ ਕਿ ਵੈਸੇ ਤਾਂ 8-9 ਸਾਲ ਤੋਂ ਜਿਹੜਾ ਜੋ ਸਾਨੂੰ ਫੈਸਿਲਿਟੀਜ਼ ਮਿਲਦੀਆਂ ਲੋਕਾਂ ਨੂੰ ਹਸਪੀਟਲਸ ਦੀ ਹਾਲਤ ਦੇਖ ਲਓ ਸਭ ਨੂੰ ਪਤਾ ਹੀ ਹੈ। ਤੇ ਟਰਸਟ ਵੱਲੋਂ ਅਸੀਂ ਕਰ ਰਹੇ ਸੀ ਜਿੱਦਾਂ ਕਿ ਡਾਇਲਿਸਿਸ ਯੂਨਿਟ ਲਗਾਤੇ ਸਾਰੇ। ਇਸ ਤੋਂ ਇਲਾਵਾ ਸਾਡੇ ਅਲਟਰਾਸਾਊਂਡ ਮਸ਼ੀਨਾਂ ਲਗਾ ਦਿੱਤੀਆਂ, ਸੈਮੀ ਆਟੋ ਅਨਲਾਈਜ਼ਰ ਹੋ ਗਏ। ਸੋ ਇਸ ਤਰ੍ਹਾਂ ਦੀ ਕਾਫੀ ਜਿਹੜੀ ਸੀ ਅਸੀਂ ਸਹੂਲਤਾਂ ਜਿਹੜੀਆਂ ਅਸੀਂ ਸਿਵਲ ਹਸਪੀਟਲਾਂ ਵਿੱਚ ਦੇ ਰਹੇ ਸੀ। ਹੁਣ ਦੂਸਰੇ ਇਹ ਜਿਹੜੀ ਮਹਾਂਮਾਰੀ ਸ਼ੁਰੂ ਹੋਈ ਹੈ ਇਸ ਟਾਈਮ ਤੇ ਜ਼ਰੂਰਤ ਸੀ ਵੈਂਟੀਲੇਟਰਸ ਦੀ ਕਿਉਂਕਿ ਹਸਪੀਟਲਾਂ ਵਿੱਚ ਸਾਡਾ ਪੰਜਾਬ ਸਾਹਿਬ ਦੇਖਿਆ ਜਾਏ ਇੱਧਰੋਂ ਪਠਾਨਕੋਟ ਗੁਰਦਾਸਪੁਰ ਸਾਈਡ ਜਾਓ ਤਾਂ ਕਿਸੇ ਹਸਪੀਟਲ ਵਿੱਚ ਵੈਂਟੀਲੇਟਰ ਹੀ ਨਹੀਂ ਸੀਗੇ। ਸੋ ਸਭ ਤੋਂ ਪਹਿਲਾਂ ਤਾਂ ਅਸੀਂ 20 ਵੈਂਟੀਲੇਟਰ ਦਾ ਆਰਡਰ ਦਿੱਤਾ ਜਿਹੜਾ ਜੋ 8 ਵੈਂਟੀਲੇਟਰ ਅਸੀਂ ਆਲਰੇਡੀ ਸਪਲਾਈ ਕਰ ਚੁੱਕੇ ਹਾਂ। 12 ਹੁਣ ਮੇਰੇ ਕੋਲ ਸਟਾਕ 'ਚ ਪਏ ਨੇ ਜਿੱਥੇ ਜਿੱਥੇ ਜ਼ਰੂਰਤ ਸਮਝ ਰਹੇ ਕਿ ਅਸੀਂ ਵੈਂਟੀਲੇਟਰ ਫੈਸਿਲਿਟੀ ਦੇ ਰਹੇ ਹਾਂ। ਨਵਾਂਸ਼ਹਿਰ ਦੇ ਦਿੱਤੀ ਸੀ, ਟਾਂਡਾ ਦੇ ਦਿੱਤੀ ਸੀ, ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਦਿੱਤੀ। ਇਹ ਤਾਂ ਇੱਕ ਸੀਗੀ। ਦੂਸਰਾ ਜਿਹੜਾ ਸੀਗਾ ਤੁਹਾਡੀਆਂ PPE ਕਿੱਟਾਂ ਜਿਨ੍ਹਾਂ ਕਰਕੇ ਕਾਫੀ ਪ੍ਰੋਟੈਸਟ ਹੁੰਦੇ ਰਹੇ ਕਿਉਂਕਿ ਪੇਸ਼ੈਂਟ ਆ ਗਏ ਸਾਰੇ ਤੇ ਡਾਕਟਰਾਂ ਕੋਲ PPE ਕਿੱਟਾਂ ਨਹੀਂ ਸੀ ਅਵੇਲੇਬਲ। ਕੋਈ ਵੀ ਡਾਕਟਰ ਇਹ ਰਿਸਕ ਨਹੀਂ ਸੀ ਲੈਣਾ ਚਾਹੁੰਦਾ ਕਿ ਮੈਂ ਸਾਹਮਣੇ ਪਤਾ ਕਿ ਸਾਹਮਣੇ ਮੌਤ ਨਾਲ ਮੈਂ ਲੜਨ ਜਾ ਰਿਹਾ ਤੇ ਵਿਦਆਊਟ ਮੈਂ ਰਾਸ਼ਨ ਲਿਆ ਜਾਂ ਵਿਦਆਊਟ ਮੈਂ ਕਿੱਟ ਪਾਇਆ ਮੈਂ ਜਾ ਕੇ ਇਹ ਨਹੀਂ ਕਰ ਸਕਦਾ। ਇਸ ਕਰਕੇ ਅਸੀਂ ਮੌਕਾ ਦੇ ਕੇ ਸਟਾਰਟਿੰਗ ਵਿੱਚ ਕਿੱਟਾਂ ਵੀ ਜਿਹੜੀਆਂ ਤਕਰੀਬਨ ਪਹਿਲਾਂ 15,000 ਬਾਅਦ ਫਿਰ 5,000 ਹੋਰ 20,000 ਕਿੱਟ ਜਿਹੜੀ ਸੀ ਇਹਦਾ ਮੈਂ ਆਰਡਰ 3-4 ਜਗ੍ਹਾ ਤੇ ਦੇ ਦਿੱਤਾ ਸੀਗਾ ਜਿਹੜਾ ਕਿ ਮੈਨੂੰ ਟਾਈਮ ਵੀ ਰਿਸੀਵ ਵੀ ਹੋ ਗਿਆ ਔਰ ਬਿਲਕੁਲ ਟਾਈਮ ਦੇ ਉੱਤੇ ਮੈਂ ਸਾਰਿਆਂ ਨੂੰ ਡਿਸਟ੍ਰੀਬਿਊਸ਼ਨ ਵੀ ਮੇਰੀ ਸਾਰੀ ਹੋ ਗਈ। ਤੁਸੀਂ ਮੇਬੀ ਪ੍ਰੀ ਪਲਾਨਿੰਗ ਕਰ ਲਈ ਸੀ ਐਕਸਪੈਕਟ ਅਸੀਂ ਕਰ ਹੀ ਰਹੇ ਸੀ ਦੁਨੀਆ 'ਚ ਦੇਖ ਕੇ ਵੀ ਕੀ ਹੋ ਰਿਹਾ ਹੈ ਨਾ ਫਿਰ ਤੁਸੀਂ ਪ੍ਰੀ ਪਲਾਨਿੰਗ ਕਰਕੇ ਪਹਿਲੇ ਹੀ ਆਰਡਰ ਪਲੇਸ ਕਰਤਾ ਸੀ। ਬਿਲਕੁਲ ਗਗਨ ਜੀ, ਮੈਨੂੰ ਪਹਿਲਾਂ ਹੀ ਨਜ਼ਰ ਆ ਰਿਹਾ ਸੀ ਕਿ ਇਹ ਜਿਹੜੀ ਗੇਮ ਹੈਗੀ ਇਹ ਜਲਦੀ ਕਿਤੇ ਮੁੱਕਣਾ ਨਹੀਂ ਹੈ ਕੰਮ। ਇਹ ਤਾਂ ਜੀ ਸ਼ੁਰੂ ਹੋਏਗਾ ਆਹਿਸਤਾ ਆਹਿਸਤਾ ਤੇ ਕਾਫੀ ਲੰਮਾ ਚੱਲਣਾ ਹੈ। ਸੋ ਇਹਨਾਂ ਚੀਜ਼ਾਂ ਦੀ ਲੋੜ ਤੇ ਪੈਣੀ ਸੀ ਉਹ ਵੀ ਕਰਤਾ। ਫਿਰ N95 ਮਾਸਕ ਸੀਗੇ ਪਹਿਲਾਂ 20,000 ਫਿਰ 10,000 ਹੋਰ 30,000 N95 ਮਾਸਕ ਹੋ ਗਏ ਤੇ 6-7 ਲੱਖ ਜਿਹੜਾ ਸਾਡਾ 3 ਲੇਅਰ ਮਾਸਕ ਸੀ ਇਹ ਦੇਖਦੀਆਂ ਸਾਰੀਆਂ ਆ ਗਈਆਂ। ਇਹਨਾਂ ਨਾਲ ਫਿਰ ਸੈਨੀਟਾਈਜ਼ਰ ਹੋ ਗਏ ਪਲੱਸ ਸਾਡੇ ਇਨਫਰਾਰੈਡ ਜਿਹੜੇ ਥਰਮਾਮੀਟਰਸ ਹੋ ਗਏ। ਸੋ ਇਹ ਸਾਰੇ ਆਰਡਰ ਦੇ ਦਿੱਤੇ ਜਿਹੜੇ ਟਾਈਮਲੀ ਮੈਨੂੰ ਮਿਲ ਗਏ। ਤੇ ਸਭ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਮੈਡੀਕਲ ਕਾਲਜਿਸ ਹੈ PGI ਹੋ ਗਿਆ ਅੰਮ੍ਰਿਤਸਰ ਮੈਡੀਕਲ ਕਾਲਜ ਹੋ ਗਿਆ ਯੂਨੀਵਰਸਿਟੀ ਗੋਬਿੰਦ ਸਿੰਘ ਮੈਡੀਕਲ ਕਾਲਜ ਰਜਿੰਦਰਾ ਹਸਪੀਟਲ। ਸੋ ਇਹਨਾਂ ਨੂੰ ਅਸੀਂ ਜਿਹੜੇ ਸੀ ਪਹਿਲਾਂ 1000 ਕਿੱਟਾਂ ਤੇ ਮਾਸਕ 1000 N95 ਤੇ ਦੂਸਰੇ ਕਾਫੀ ਗਿਣਤੀ ਵਿੱਚ ਇਹ ਸਾਰੇ ਅਸੀਂ ਸਪਲਾਈ ਕੀਤੇ ਕਿਉਂਕਿ ਉੱਥੇ ਜਿਹੜੇ ਪੇਸ਼ੈਂਟ ਆਉਣੇ ਸ਼ੁਰੂ ਹੋ ਗਏ। ਸੈਕੰਡ ਅਸੀਂ ਮੇਰੇ ਸਿਵਲ ਹਸਪੀਟਲ ਜਿਹੜੇ ਸੀ ਉਹ ਤਕਰੀਬਨ 15 ਦਿਨਾਂ ਦੇ ਵਿੱਚ ਮੈਂ ਪੂਰੇ ਪੰਜਾਬ ਦੇ ਸਾਰੇ ਸਿਵਲ ਹਸਪੀਟਲ ਸਾਰੇ ਕਵਰ ਕੀਤੇ। ਸਾਰੇ ਹਸਪੀਟਲਾਂ ਵਿੱਚ ਅਸੀਂ ਕਿਤੇ 25 ਕਿਤੇ 30 ਕਿਤੇ 40 ਕਿਤੇ 50 ਕਿੱਟਾਂ ਵੀ ਦਿੱਤੀਆਂ ਤੇ ਉਹਨਾਂ ਨੂੰ ਪਲੱਸ ਉਹਨਾਂ ਨੂੰ ਮਾਸਕ ਦਿੱਤੇ ਜੋ ਰਿਕੁਆਇਰਮੈਂਟ ਸੀ ਅਸੀਂ ਪੂਰੀ ਕੀਤੀ।
ਫਿਰ ਥਰਡ ਆ ਗਿਆ ਸੀ ਸਾਡਾ ਜਿਹੜਾ ਫਰੰਟ ਆਉਂਦਾ ਕਿ ਪੁਲਿਸ ਡਿਪਾਰਟਮੈਂਟ, ਪੁਲਿਸ ਪ੍ਰਸ਼ਾਸਨ ਸਾਰਾ। ਬਿਲਕੁਲ। ਜਿੰਨੇ SSP ਆਫਿਸ ਸਾਡੇ ਹੈਗੇ ਨੇ, ਅਸੀਂ ਸਾਰੇ SSP ਆਫਿਸ ਦੇ ਵਿੱਚ ਵੀ ਸੈਨੀਟਾਈਜ਼ਰ ਕਾਫੀ ਜ਼ਿਆਦਾ ਭੇਜਿਆ, ਉਹ 5000 ਦੇ ਕਰੀਬ ਸਾਡਾ ਸੈਨੀਟਾਈਜ਼ਰ ਗਿਆ। ਪਲੱਸ ਉਹਨਾਂ ਨੂੰ ਵੀ ਅਸੀਂ ਕਿੱਟਾਂ ਤੇ ਮਾਸਕ ਤੇ 3 ਲੇਅਰ ਮਾਸਕ ਇਹ ਸਾਰੇ ਅਸੀਂ ਪ੍ਰੋਵਾਈਡ ਕੀਤੇ, ਕਿਉਂਕਿ ਜਿਹੜੀ ਲੜਾਈ ਲੜ ਰਹੇ ਨੇ ਸਾਡੇ ਜਿਹੜੇ ਪੁਲਿਸ ਪ੍ਰਸ਼ਾਸਨ ਜਿਹੜੇ ਸਿਪਾਹੀ ਹੈਗੇ ਨੇ ਉਹ ਮੇਨ ਨੇ, ਕਿ ਜਿਹੜੇ ਨੇ ਨਾਕਿਆਂ ਤੇ ਵੀ ਖੜਨਾ ਹੈ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਸੀ। ਸੋ ਇਹ ਤਿੰਨੋਂ ਜਿਹੜੇ ਅਸੀਂ ਕਵਰ ਕਰਕੇ, ਸੈਕੰਡ ਜਿਹੜਾ ਮੇਰਾ ਪਾਰਟ ਸੀ ਫਿਰ ਉਹ ਸ਼ੁਰੂ ਹੁੰਦਾ ਰਾਸ਼ਨ ਸਮੱਗਰੀ ਦਾ, ਕਿਉਂਕਿ ਜਿਸ ਤਰ੍ਹਾਂ ਇਹ ਲਾਕਡਾਊਨ ਸ਼ੁਰੂ ਹੋਇਆ ਹਰ ਸੰਸਥਾ ਗੁਰਦੁਆਰਾ ਸਾਹਿਬ ਚੋਂ ਵੀ ਸਾਰੇ ਨੇ ਜੋਰ ਲਾਤਾ ਕਿ ਅਸੀਂ ਲੰਗਰ ਤੇ ਜੋਰ ਲਾਤਾ ਵੀ ਲੰਗਰ ਮੰਗੀਏ, ਰਾਸ਼ਨ ਦੇਣਾ ਸ਼ੁਰੂ ਕਰਤਾ ਸਾਰਿਆਂ ਨੇ। ਲੇਕਿਨ ਮੈਂ ਉਦੋਂ ਮਹਿਸੂਸ ਕੀਤਾ ਸੀ ਆਪਣੇ ਟਰਸਟ ਨਾਲ ਮੀਟਿੰਗ ਕਰਕੇ ਸਾਡੀ ਅਜੇ ਲੋੜ ਨਹੀਂ ਹੈ, ਕਿਉਂਕਿ ਹੁਣ ਬਹੁਤ ਸੰਸਥਾਵਾਂ ਨੇ ਰਾਸ਼ਨ ਦੇ ਰਹੀਆਂ ਨੇ, ਲੰਗਰ ਜਿਹੜਾ ਉਹ ਗਲਤ ਵੀ ਜਾ ਰਿਹਾ, ਕੁਝ ਖਾਧਾ ਜਾ ਰਿਹਾ, ਕੁਝ ਜਾ ਰਿਹਾ, ਬਹੁਤ ਬੇਅਦਬੀ ਵੀ ਹੋਈ ਹੈ ਸਾਰੀ। ਸੈਕੰਡ ਦੌਰ ਦੇ ਵਿੱਚ ਫਿਰ ਅਸੀਂ ਰਾਸ਼ਨ ਜਿਹੜਾ ਸੀ ਇਹਦੀ ਸਮੱਗਰੀ ਜਿਹੜੀ ਅਸੀਂ ਆਪਣੇ ਸਟਾਈਲ ਦੇ ਨਾਲ ਸ਼ੁਰੂ ਕੀਤੀ, ਜਿਹੜੀ ਕਿ ਸਾਡੇ ਅਪ੍ਰੈਲ ਮੰਥ ਜਾ ਚੁੱਕਾ ਸੀ। ਮਈ ਮੰਥ ਸਾਡਾ ਹੁਣ 5 ਤਰੀਕ ਨੂੰ ਸ਼ੁਰੂ ਕੀਤਾ ਸੀ ਤੇ 13 ਤਰੀਕ ਤੱਕ ਸਾਡਾ 13-14 ਤੱਕ ਸਾਡਾ ਇਹ ਸਾਰਾ ਪੰਜਾਬ ਤੇ ਜਿਹੜਾ ਸਾਡਾ ਇਹ ਸਾਰਾ ਕਵਰ ਹੋ ਜਾਏਗਾ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਜ਼ਰੂਰ ਮੈਂ ਸ਼ੇਅਰ ਕਰਨੀ ਚਾਹਾਂਗਾ ਕਿ ਸਾਡਾ ਕੋਈ ਵੀ ਟੀਮ ਜਾਂ ਕੋਈ ਵੀ ਸਾਡੇ ਮੈਂਬਰ ਜਿਹੜੇ ਨੇ ਕਿਸੇ ਟਰਾਲੀ 'ਚ ਰਾਸ਼ਨ ਭਰ ਕੇ ਕਿਸੇ ਸਲਮ ਏਰੀਆ ਜਾਂ ਕਿਸੇ ਲੇਬਰ ਆਪਣਾ ਹੋ ਗਿਆ ਜਾਂ ਝੋਂਪੜੀਆਂ 'ਚ ਅਸੀਂ ਕਿਤੇ ਨਹੀਂ ਗਏ, ਉੱਥੇ ਜਾਣ ਦੀ ਲੋੜ ਨਹੀਂ ਸੀ। ਸਾਡਾ ਜਿਹੜਾ ਪਿਛਲਾ 2010-2011 ਤੋਂ ਸਾਡਾ ਜੋ ਐਕਸਪੀਰੀਅੰਸ ਹੈ, ਸਾਡਾ ਟਰਸਟ ਜੋ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਸਾਡੇ ਇਸੇ ਤੇ ਆ ਰਹੀ ਸੀ। ਹਾਂਜੀ, ਇਸੇ ਤੇ ਆ ਰਹੀ ਸੀ। ਇਹ ਤਾਂ ਹੁਣੇ ਸ਼ੁਰੂ ਹੋਇਆ ਸੀ ਲਾਕਡਾਊਨ ਦਾ ਪੀਰੀਅਡ। ਤੁਹਾਡਾ ਤਾਂ ਕੰਮ ਬਹੁਤ ਸਾਲ ਤੋਂ ਪਹਿਲਾਂ ਚੱਲਦਾ ਪਿਆ। ਤੁਸੀਂ ਬਹੁਤ ਜ਼ਿਆਦਾ ਲੋਕ ਮਤਲਬ ਜਿਵੇਂ ਆਲਰੇਡੀ ਬਹੁਤ ਲੋਕਾਂ ਨੇ ਜਿਵੇਂ ਪੈਨਸ਼ਨ ਵੀ ਬਹੁਤ ਪਿੰਡਾਂ 'ਚ ਲੋਕਾਂ ਨੂੰ ਤੁਸੀਂ ਬਹੁਤ ਸਮਾਨ ਜੌਬਸ ਜਾਂ ਸਵਿੰਗ ਮਸ਼ੀਨਸ ਐਕਸੈਟਰਾ ਬਹੁਤ ਕੁਝ ਆਲਰੇਡੀ ਪ੍ਰੋਵਾਈਡ ਕਰ ਰਹੇ ਹੈਗੇ ਹੋ। ਸੋ ਉਹਦੇ ਬਾਰੇ ਕੁਝ ਸਾਨੂੰ ਦੱਸੋਗੇ, ਦੈਨ ਵਿਲ ਕਮ ਟੂ ਦਿਸ ਪਾਰਟ ਕਿ ਹੋਰ ਤੁਹਾਡਾ ਬਿਫੋਰ ਲਾਕਡਾਊਨ ਕਾਫੀ ਕੁਝ ਤੁਸੀਂ ਕਰਦੇ ਰਹੇ ਹੋ। ਦੇਖੋ, ਬਿਫੋਰ ਲਾਕਡਾਊਨ ਸਾਡਾ ਤਕਰੀਬਨ ਹਰ ਪਤਾ ਸੰਸਥਾ ਦੇ ਬਜਟ ਹੁੰਦੇ, ਸਾਡਾ ਵੀ ਸੀ। ਅਸੀਂ ਤਕਰੀਬਨ ਹਰ ਫੀਲਡ 'ਚ ਕੰਮ ਕੀਤਾ, ਕੁਝ 26-27 ਇਹੋ ਜਿਹੇ ਫੀਲਡ ਜਿਹੜੇ ਆਪਾਂ ਟੱਚ ਕੀਤੇ ਹੋਏ ਸੀ ਜਿਨ੍ਹਾਂ 'ਚ ਅਸੀਂ ਕੰਮ ਕਰ ਰਹੇ ਸੀਗੇ ਔਰ ਅੱਜ ਵੀ ਕਰ ਰਹੇ ਹਾਂ ਅਸੀਂ। ਸਾਡਾ ਲਾਕਡਾਊਨ ਨਾਲ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ। ਸਾਡੇ ਇਹਦੇ ਲਾਕਡਾਊਨ ਦੇ ਸਾਡੇ ਟੋਟਲੀ ਬਜਟ ਸਾਡੇ ਵੱਖਰੇ ਰੱਖੇ ਗਏ ਨੇ, ਇਹਦੇ ਬੜਾ ਹੈਵੀ ਬਜਟ ਰੱਖਿਆ ਗਿਆ ਇਹਦੇ ਲਈ। ਅਦਰਵਾਈਜ਼ ਸਾਡਾ ਜਿਹੜਾ ਸੀ ਉਹ ਤਕਰੀਬਨ 1.5 ਕਰੋੜ ਦਾ ਸਾਡਾ ਖਰਚਾ ਹਰ ਮਹੀਨੇ ਦਾ ਹੈਗਾ, ਜਿਹੜਾ ਅਸੀਂ ਸਪੈਂਡ ਕਰਦੇ ਹਾਂ ਪੰਜਾਬ, ਹਰਿਆਣਾ, ਹਿਮਾਚਲ ਪਰ ਮੰਥ ਸਾਡਾ ਜਾਂਦਾ ਹੈ। ਔਰ ਇਹਨਾਂ 'ਚ ਅਸੀਂ 9 ਸਟੇਟਾਂ ਜਿਹੜੀਆਂ ਕਵਰ ਕੀਤੀਆਂ ਹੋਈਆਂ ਨੇ। ਜਿਹੜਾ ਕੰਮ ਅਸੀਂ ਪੰਜਾਬ 'ਚ ਕਰ ਰਹੇ ਹਾਂ ਉਹੀ ਹਰਿਆਣੇ 'ਚ ਵੀ ਕਰ ਰਹੇ ਹਾਂ, ਉਹੀ ਹਿਮਾਚਲ 'ਚ ਵੀ ਹੋ ਰਿਹਾ, ਉਹੀ ਰਾਜਸਥਾਨ 'ਚ ਵੀ ਹੈ। ਇਸ ਤਰ੍ਹਾਂ ਮਹਾਰਾਸ਼ਟਰ 'ਚ ਹੈ, ਗੁਜਰਾਤ 'ਚ ਹੈ ਸਾਡਾ। ਪਿੱਛੇ ਹੁਣ ਅਸੀਂ ਕੋਚੀਨ ਵਗੈਰਾ ਸਾਰਾ ਸ਼ੁਰੂ ਕੀਤਾ ਹੈ ਉੱਧਰ ਵੀ। ਸੋ ਇਹ ਸਾਰੀਆਂ ਜਿਹੜੀਆਂ ਫੈਸਿਲਿਟੀਜ਼ ਅਸੀਂ ਆਹਿਸਤਾ ਦੇ ਰਹੀਆਂ ਸੀਗੇ। ਸੋ ਉਹ 9 ਸਟੇਟਾਂ ਅਸੀਂ ਕਵਰ ਕੀਤੀਆਂ ਹੋਈਆਂ ਸੀ। ਉਹਨਾਂ ਵਿੱਚ ਸਾਡੇ ਜਿੱਦਾਂ ਸਿਲਾਈ ਸੈਂਟਰ ਹੋ ਗਏ, ਕੰਪਿਊਟਰ ਸੈਂਟਰ ਹੋ ਗਏ, ਇਹ ਤਾਂ ਚਲੋ ਚੱਲ ਹੀ ਰਹੇ ਸੀ ਸਾਰੇ, ਕਿਉਂਕਿ ਤੇ 6-6 ਮਹੀਨੇ ਦੇ ਕੋਰਸਿਸ ਕਰਾ ਕੇ ਅਸੀਂ ਤਕਰੀਬਨ ਕਈ ਹਜ਼ਾਰਾਂ ਬੱਚੇ ਜਿਹੜੇ ਆ ਉਹ ਸਾਡੇ ਤੋਂ ਡਿਪਲੋਮੇ ਲੈ ਕੇ ਤੇ ਜੌਬਸ ਲੱਗ ਚੁੱਕੇ ਨੇ ਜਾਂ ਇਸੇ ਤਰ੍ਹਾਂ। ਫਿਰ ਉਦੋਂ ਅਸੀਂ ਜ਼ਿਆਦਾ ਫੈਸਿਲਿਟੀ ਅਸੀਂ ਦੇ ਰਹੇ ਸੀ ਜਿਹੜੀਆਂ ਮੈਡੀਕਲ ਦੀਆਂ। ਡਾਇਲਿਸਿਸ ਤੁਸੀਂ ਸੁਣਿਆ ਹੋਣਾ ਕਿ ਡਾਇਲਿਸਿਸ ਦੀ ਹਾਲਤ ਬੜੀ ਖਰਾਬ ਸੀ ਆਪਣੇ ਪੰਜਾਬ ਦੇ ਵਿੱਚ। ਅਸੀਂ ਅੱਜ ਤੋਂ 4-5 ਸਾਲ ਪਹਿਲਾਂ ਜਿਹੜਾ ਸੀ 25 ਡਾਇਲਿਸਿਸ ਯੂਨਿਟ ਲਾਉਣ ਦੀ ਕੋਸ਼ਿਸ਼ ਕੀਤੀ, 25 ਲੱਗ ਗਏ, ਫਿਰ 50 ਲੱਗ ਗਏ, 75-100 ਕਰਦੇ ਹਾਂ। ਫਿਰ 200 ਯੂਨਿਟ ਦਾ ਮੈਂ ਆਰਡਰ ਦਿੱਤਾ ਹੋਇਆ ਸੀਗਾ, ਜਿਹਨਾਂ 'ਚੋਂ ਤਕਰੀਬਨ ਸਾਡੇ 172-175 ਯੂਨਿਟ ਆਲਰੇਡੀ ਲੱਗ ਚੁੱਕੇ ਆ। 96 ਯੂਨਿਟ ਸਾਡੇ ਪੰਜਾਬ 'ਚ ਹੀ ਲੱਗ ਚੁੱਕੇ ਆ। ਪੰਜਾਬ 'ਚ ਮੈਂ ਗੱਲ ਕਹਿ ਸਕਦਾ ਕਿ ਸਾਡੇ ਹਰ 25-30 ਕਿਲੋਮੀਟਰ ਦੇ ਅੰਦਰ ਸਾਡੇ ਯੂਨਿਟ ਜਿਹੜੇ ਉਹ ਲੱਗੇ ਹੋਏ ਨੇ। ਹੁਣ ਉਹ ਫ੍ਰੀ ਆਫ ਕਾਸਟ ਪ੍ਰੋਵਾਈਡ ਹੁੰਦਾ ਸਰ, ਸਾਰੀ ਫੈਸਿਲਿਟੀਜ਼ ਫ੍ਰੀ ਆਫ ਕਾਸਟ ਹੁੰਦੀਆਂ ਸਰ ਲੋਕਾਂ ਲਈ ਜੋ ਕੋਈ ਅਵੇਲ ਕਰਨਾ ਚਾਹੁੰਦੇ। ਉਹਦੇ 'ਚ ਬਹੁਤ ਥੋੜਾ ਖਰਚਾ ਹੈ, ਕਿਉਂਕਿ ਇਹ ਜਿਹੜਾ ਡਾਇਲਿਸਿਸ ਸੀਗਾ ਇਹ ਬਾਹਰ ਹੁੰਦਾ ਸੀ ਤਕਰੀਬਨ 3000, 3500, 4000 ਇੱਕ ਡਾਇਲਿਸਿਸ ਹੁੰਦਾ ਸੀ, ਜਿਹੜਾ ਸਾਡੇ ਕੋਲ 450 ਰੁਪਏ ਦਾ ਹੈ। ਸੋ ਬਹੁਤ ਫਰਕ ਪੈ ਗਿਆ ਸੀ, 10% ਦੇ ਉੱਤੇ ਆ ਗਏ। ਪਲੱਸ ਅਸੀਂ ਹੋਰ ਜਿਹੜੇ ਕਿ ਗਰੀਬ ਤਬਕਾ, ਜਿੱਦਾਂ ਤੁਸੀਂ ਪੈਨਸ਼ਨਾਂ ਦੀ ਗੱਲ ਕੀਤੀ ਸੀ, ਹੁਣ ਸਾਡੇ ਕੋਲ ਤਕਰੀਬਨ 11.5 ਪੌਣੇ 12,000 ਦੇ ਕਰੀਬ ਸਾਡੀ ਜਿਹੜੀ ਵਿਡੋ ਪੈਨਸ਼ਨ ਸਕੀਮ ਹੈਗੀ, ਉਹ 'ਚੋਂ ਵਿਡੋਜ਼ ਆਉਂਦੀਆਂ ਨੇ। 4000 ਦੇ ਕਰੀਬ ਜਿਹੜੀਆਂ ਸਾਡੀਆਂ ਉਹ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਮੈਡੀਕਲ ਫੈਸਿਲਿਟੀਜ਼ ਦੇ ਰਹੇ ਹਾਂ। ਮੈਡੀਕਲੀ 1000, 2000, 3000 ਰੁਪਏ ਦੀ ਜਿਹੜੀ ਮੈਡੀਸਨ ਆਉਂਦੀ ਮਹੀਨੇ ਦੀ, ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਕੋਈ 60,000 ਨੇ ਜਿਹੜੇ ਕਿ ਸਕੋਲਰਸ਼ਿਪ ਤੋਂ ਲੈ ਨੇ, ਜਿਹੜੇ ਯੂਨੀਵਰਸਿਟੀਆਂ ਦੇ ਹੋ ਗਏ, ਕਾਲਜਸ ਦੇ ਹੋ ਗਏ। ਉਹ ਵੀ ਸਾਰੇ ਜਿਹੜਾ ਤਬਕਾ ਜਿਹੜਾ ਉਹ ਵੀ ਇਹਨਾਂ ਦੀ ਲੋਅਰ ਤੇ ਲੋਅਰ ਮਿਡਲ ਕਲਾਸ ਫੈਮਿਲੀ ਵਿੱਚੋਂ ਸਾਰੇ ਹੈਗੇ ਆ। ਸੋ ਇਹ ਜਿਹੜੇ ਸਾਡੇ ਸਾਰੇ ਨਾਲ ਚੱਲ ਰਹੇ ਸੀ। ਹੁਣ ਜਿਹੜਾ ਜੇ ਅਸੀਂ ਇੱਧਰ ਆਈਏ, ਇਸ ਕਰੋਨਾ ਮਹਾਮਾਰੀ ਤੇ ਆਈਏ, ਤੇ ਇਹ ਲਿਸਟਾਂ ਸਾਡੇ ਕੋਲ ਸਾਰੀਆਂ ਬਣੀਆਂ ਹੋਈਆਂ ਸੀ। ਜਿੱਥੇ ਮੈਂ ਤੁਹਾਨੂੰ ਗੱਲ ਕਰਨ ਲੱਗਾ ਸੀ ਕਿ ਸਾਡਾ ਗਰਾਊਂਡ ਵਰਕ ਸਾਰਾ ਇੰਨੇ ਸਾਲਾਂ ਦਾ 8, 9, 10 ਸਾਲ ਦਾ ਬਣਿਆ ਹੋਇਆ ਸੀ। ਸਾਨੂੰ ਮੁਸ਼ਕਲ ਨਹੀਂ ਆਈ। ਅਸੀਂ ਇਹਨਾਂ ਨੂੰ ਰਾਸ਼ਨ ਦੇਣਾ ਜ਼ਰੂਰੀ ਸਮਝਿਆ।
परफेक्ट। ਤੇ ਉਹ ਸਾਡੀਆਂ ਕਿੱਟਾਂ ਜਿਹੜੀਆਂ ਅਸੀਂ ਕਿੱਟਾਂ ਤਿਆਰ ਕਰਕੇ ਬਿਲਕੁਲ ਵੱਖਰਾ ਮੈਥਡ ਮੈਂ ਅਡਾਪਟ ਕੀਤਾ। ਕਿੱਟਾਂ ਸਾਡੀਆਂ ਪਟਿਆਲੇ ਬਣਦੀਆਂ ਨੇ, ਪਟਿਆਲੇ ਸਾਰਾ ਬਣ ਕੇ ਇੱਕੋ ਕਿੱਟ 'ਚ ਸਾਰਾ ਸਮਾਨ ਤਕਰੀਬਨ 19 ਕਿਲੋ ਰਾਸ਼ਨ ਜਿਹੜਾ ਸਮੱਗਰੀ ਹੈ ਸਾਡੀ ਇੱਕ ਕਿੱਟ ਦੇ ਵਿੱਚ ਆਉਂਦੀ ਹੈ, ਜਿਹਨਾਂ 'ਚੋਂ 10 ਕਿਲੋ ਆਟਾ ਹੋ ਗਿਆ, 3 ਕਿਲੋ ਚਾਵਲ ਹੋ ਗਏ, ਖੰਡ ਹੋ ਗਈ, ਦਾਲ ਹੋ ਗਈ, 300 ਗ੍ਰਾਮ ਚਾਹ ਪੱਤੀ ਹੋ ਗਈ। ਇਹ ਸਾਡੇ ਪੈਕਟ ਇੱਥੇ ਪੂਰੇ ਬੰਦ ਹੋ ਜਾਂਦੇ ਨੇ। ਇਹ ਇੱਕ ਫੈਮਿਲੀ ਜਿਹੜੀ 3-4 ਮੈਂਬਰਾਂ ਦੀ ਹੈਗੀ ਹੈ ਉਹਨਾਂ ਲਈ 1 ਮਹੀਨੇ ਦਾ ਰਾਸ਼ਨ ਕਾਫੀ ਹੈ ਇਹ, ਅਗਰ ਉਹ ਤਰੀਕੇ ਨਾਲ ਵਰਤਣ ਤੇ ਉਹਨਾਂ ਨੂੰ ਕਿਤੇ ਹੋਰ ਮੰਗਣ ਦੀ ਲੋੜ ਨਹੀਂ ਹੈ। ਸੋ ਸਭ ਤੋਂ ਪਹਿਲਾਂ ਸਾਡੇ ਜਿਹੜੇ 23-24 ਹਜ਼ਾਰ ਸਾਡੇ ਇਹ ਆਪਣੇ ਬੰਦੇ ਸੀ, ਅਸੀਂ ਇਹਨਾਂ ਨੂੰ ਕੀਤਾ। 1300 ਸਾਡਾ 1200-1300 ਮੈਂਬਰ ਹੈ ਸਾਡਾ। ਉਹ ਵੀ ਤਰੀਕਾ ਇਸ ਤਰ੍ਹਾਂ ਕੀਤਾ ਕਿ ਕਿਤੇ ਰਸ਼ ਨਹੀਂ ਪਾਉਣਾ, ਕਿਤੇ ਇਕੱਠਿਆਂ ਨਹੀਂ ਜਾਣਾ। ਸੋ ਸਾਰੇ ਮੈਂਬਰਾਂ ਕੋਲ ਸਾਡੇ 30-30 ਜਾਂ 40-40 ਕਿੱਟਾਂ ਜਿਹੜੀਆਂ ਇਹੀ ਆਈਆਂ। ਸੋ ਮਤਲਬ 40-40 ਪਰਿਵਾਰ ਇੱਕ ਮੈਂਬਰ ਦੇ ਹਿੱਸੇ ਆਏ। ਸੋ ਉਹਨਾਂ ਨੂੰ ਇਹ ਹੈ ਕਿ ਤੁਸੀਂ ਇੱਕ ਹਫ਼ਤੇ 'ਚ ਰਾਸ਼ਨ ਵੰਡਣਾ, ਤੁਸੀਂ ਇਹ ਨਹੀਂ ਕਿ ਇੱਕ ਦਿਨ 'ਚ ਤੁਸੀਂ 40 ਫੈਮਲੀਆਂ ਕਵਰ ਕਰ ਦੇਣੇ, ਕੋਈ ਲੋੜ ਨਹੀਂ ਹੈ। ਇੱਕ ਹਫ਼ਤਾ ਹੈ ਤੁਹਾਡੇ ਕੋਲ। ਸੋ 4 ਫੈਮਲੀਆਂ ਜਾਂ 5 ਫੈਮਲੀਆਂ ਮੈਕਸੀਮਮ ਇੱਕ ਦਿਨ 'ਚ ਸਾਡੇ ਇੱਕ ਮੈਂਬਰ ਨੇ ਕਵਰ ਕਰਨੀ ਹੈ। ਉਹਦੇ ਵਿੱਚ ਨਾ ਤਾਂ ਕੋਈ ਗੜਬੜ ਹੋ ਸਕਦੀ ਹੈ, ਕਿਸੇ ਗਲਤ ਜਗ੍ਹਾ ਜਾਊਗਾ ਨਹੀਂ, ਵੈਰੀਫਿਕੇਸ਼ਨ ਵੀ ਹੋ ਜਾਂਦੀ ਹੈ ਔਰ ਆਪਣੇ ਹੱਥੀਂ ਜਾ ਕੇ ਬੰਦਾ ਉੱਥੇ ਜਾ ਕੇ ਦੇ ਕੇ ਆਉਂਦਾ। ਸੋ ਇਸ ਤਰੀਕੇ ਨਾਲ ਕੀਤਾ। ਫਿਰ ਅਸੀਂ ਪ੍ਰਸ਼ਾਸਨ ਨਾਲ ਜਿਹੜਾ ਅਸੀਂ ਕੁਝ ਪਰਸੈਂਟੇਜ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਵੀ ਕੀਤਾ। ਉਹਨਾਂ ਕੋਲ ਵੀ ਸਾਨੂੰ ਲਿਸਟਾਂ ਮਿਲ ਗਈਆਂ, ਉਹ ਵੀ ਅਸੀਂ ਐਡ ਕਰ ਲਈਆਂ। ਸੋ 22-23 ਹਜ਼ਾਰ ਤੋਂ ਅੱਜ ਜਿਹੜਾ ਵੱਧ ਕੇ ਤਕਰੀਬਨ ਅਸੀਂ 40 ਹਜ਼ਾਰ ਕ੍ਰਾਸ ਹੋ ਚੁੱਕਾ ਹੋਇਆ। ਔਰ ਹੁਣ ਮੈਨੂੰ ਲੱਗਦਾ ਜਿਹੜਾ JNK 'ਚ ਸਾਡਾ ਹੋਰ ਸਮਾਨ ਜ਼ਿਆਦਾ ਜਾ ਰਿਹਾ ਤੇ ਅਸੀਂ 50 ਹਜ਼ਾਰ ਨੂੰ ਟੱਚ ਕਰ ਦਾਂਗੇ, 50 ਹਜ਼ਾਰ ਫੈਮਿਲੀ ਜਿਹਨੂੰ ਕਿ ਇੱਕ ਮਹੀਨੇ ਦਾ ਰਾਸ਼ਨ ਜਿਹੜਾ ਪੂਰਾ ਦੇ ਰਿਹਾ ਸੀ। ਹੁਣ ਇਹ ਜਿਹੜਾ ਬਜਟ ਬਣਾਇਆ ਸੀ ਮੈਂ ਮਾਹੌਲ ਨੂੰ ਦੇਖਦੇ ਹੋਇਆ ਕਿ ਅਜੇ ਸਾਨੂੰ ਇਹ ਲੱਗ ਰਿਹਾ ਕਿ ਸਾਨੂੰ 3-4 ਮਹੀਨੇ ਅਜੇ ਹੋਰ ਜਿਹੜੇ ਹੈ ਇਹ ਸੰਘਰਸ਼ ਜਿਹੜਾ ਲੜਨਾ ਪੈਣਾ। ਸੋ ਅਪ੍ਰੈਲ ਮਹੀਨਾ, ਮਈ ਮਹੀਨਾ, ਜੂਨ, ਜੁਲਾਈ, ਅਗਸਤ, ਸੈਪਟੰਬਰ। ਸੋ ਜਿਹੜਾ ਰਾਸ਼ਨ ਸਮੱਗਰੀ ਹੈ ਇਹ ਮੈਂ ਸੈਪਟੰਬਰ ਤੱਕ ਦਾ ਮੈਂ ਆਪਣਾ ਪਲਾਨ ਕੀਤਾ ਹੋਇਆ। ਤਕਰੀਬਨ ਇਹ ਅਸੀਂ ਆਲਰੇਡੀ ਆਰਡਰ ਦੇ ਚੁੱਕੇ ਹਾਂ, ਇਹਨੂੰ ਕੰਟੀਨਿਊ ਰੱਖਾਂਗੇ ਇਹਨੂੰ ਆਪਾਂ। ਇਸ ਤੋਂ ਇਲਾਵਾ ਹੁਣ ਜਿਹੜਾ ਜੀ ਜਿਵੇਂ ਤੁਸੀਂ ਕਿਹਾ ਸਿਰਫ ਇੰਡੀਵਿਜੂਅਲ ਅਸੀਂ ਤੁਹਾਨੂੰ ਅਪਰੋਚ ਨਹੀਂ ਕਰਦੇ, ਸਿਰਫ ਆਰਗੇਨਾਈਜੇਸ਼ਨਸ ਅਪਰੋਚ ਨਹੀਂ ਕਰਦੀਆਂ, ਉਹਨਾਂ ਗਵਰਨਮੈਂਟ ਏਜੰਸੀਜ਼ ਵੀ ਅਪਰੋਚ ਕਰਦੀਆਂ ਮਦਦ ਲਈ, ਸਪੋਰਟ ਕਰਨ ਲਈ। ਇਹ ਬਹੁਤ ਵੱਡੀ ਗੱਲ ਹੈ। ਬਿਲਕੁਲ ਕਰਦੇ ਆ। ਦੇਖੋ ਉਹਨਾਂ ਨੂੰ ਪਤਾ ਹੈ ਕਿ ਅਗਰ ਅਸੀਂ, ਕਿਉਂਕਿ ਗਵਰਨਮੈਂਟ ਦੇ ਲੰਮੇ ਪ੍ਰੋਸੀਜਰ ਹੁੰਦੇ ਆ, ਕੁਝ ਲੈਣਾ ਨਾ, ਕੋਟੇਸ਼ਨਸ ਲਵੋ, ਫਿਰ ਉਹਨਾਂ ਦੇ ਨੈਗੋਸ਼ੀਏਟ ਕਰੋ, ਫਿਰ ਕਰਾ ਕੇ ਫਿਰ ਪੇਮੈਂਟਾਂ ਦੇ ਕਈ ਚੱਕਰ ਹੁੰਦੇ ਆ। ਸਾਨੂੰ ਤਾਂ ਕਰਦੇ ਕਿ ਇੱਧਰ ਅਸੀਂ ਸੰਸਥਾ ਨੂੰ ਅੱਜ ਕਵਾਂਗੇ ਤੇ ਸਾਨੂੰ ਸਵੇਰੇ ਸਮਾਨ ਪਹੁੰਚ ਜਾਣਾ, ਕਿਉਂਕਿ ਸਾਡੇ ਢਿੱਲ ਤਾਂ ਹੈ ਨਹੀਂ। ਮੈਂ ਸਮਝਦਾ ਕਿ ਦੇਖੋ ਇਸ ਟਾਈਮ ਤੇ ਇਹ ਜਿਹੜੀ ਮਹਾਮਾਰੀ ਚੱਲ ਰਹੀ ਹੈ ਇਹਦੇ 'ਚ ਪੈਸੇ ਦੀ ਵੈਲਿਊ ਕੁਛ ਨਹੀਂ, ਜ਼ੀਰੋ ਵੈਲਿਊ ਮੇਰੀ ਨਿਗਾਹ ਦੇ ਵਿੱਚ। ਇਸ ਲਈ ਹੈਗੀ ਸਾਡੀ ਜ਼ਰੂਰਤ ਕਿ ਅਸੀਂ ਟਾਈਮ ਦੇ ਉੱਤੇ ਅਸੀਂ ਜ਼ਰੂਰਤ ਪੂਰੀ ਕਰ ਲਈਏ, ਚਾਹੇ ਉਹ ਕਿੱਟਾਂ ਨੇ, ਚਾਹੇ ਮਾਸਕ ਸੀਗੇ, ਚਾਹੇ ਜੋ ਵੀ ਸਮੱਗਰੀ ਅਸੀਂ ਦੇ ਰਹੇ ਹਾਂ। ਜਿਹੜਾ ਰਾਸ਼ਨ ਜਿੱਦਾਂ ਹੋਣਾ ਹੈ ਹੁਣ ਉਹ ਲੋਕ ਸਾਨੂੰ ਅਪਰੋਚ ਕਰਨੇ ਸ਼ੁਰੂ ਹੋ ਗਏ ਨੇ, ਕਿਉਂਕਿ 1 ਮਹੀਨਾ ਦੇਖੋ 2 ਮਹੀਨੇ ਹੋ ਗਏ ਆਲਰੇਡੀ। ਜਿਨ੍ਹਾਂ ਸੰਸਥਾਵਾਂ ਦਾ ਜ਼ੋਰ ਲੱਗਣਾ ਸੀ ਲੱਗ ਹਟਿਆ। ਹੁਣ ਤੁਸੀਂ ਦੇਖਿਆ ਕਿ ਹੁਣ ਸੰਸਥਾਵਾਂ ਆਹਿਸਤਾ ਉਹ ਪਿੱਛੇ ਹਟਣੀ ਸ਼ੁਰੂ ਹੋ ਗਈਆਂ, ਕਿਉਂਕਿ ਜ਼ੋਰ ਲੱਗ ਹਟਿਆ ਉਹਨਾਂ ਦਾ। ਲੰਮਾ ਇੰਨਾ ਸੀ ਵੀ ਚੱਲਣਾ ਤੇ ਉਹ ਨਹੀਂ ਕੋਈ ਟਿਕ ਸਕਦੇ, ਬਹੁਤ ਘੱਟ ਲੋਕ ਟਿਕ ਜਾਣਗੇ ਜਿਹੜੇ ਸੋ ਦੇਣਗੇ। ਤੇ ਹੁਣ ਸਾਨੂੰ ਉਹ ਫੈਮਲੀਆਂ ਕਰ ਰਹੀਆਂ ਨੇ ਜਿਹੜੀਆਂ ਕਿ ਲੋਅਰ ਮਿਡਲ ਕਲਾਸ ਹੋ ਗਈਆਂ ਜਾਂ ਈਵਨ ਮਿਡਲ ਕਲਾਸ ਫੈਮਲੀਆਂ, ਜਿਹੜੇ ਛੋਟੇ ਜ਼ਿਮੀਂਦਾਰ ਹੈਗੇ ਨੇ, ਦੁਕਾਨਦਾਰ ਹੈਗੇ ਸੀ, ਜਿਹੜੇ ਮਜ਼ਦੂਰ ਸੀ ਉਹ ਤਾਂ ਹੈ ਸੀ, ਲੇਕਿਨ ਉਸ ਤੋਂ ਇਲਾਵਾ ਜਿਹੜੇ ਛੋਟੇ ਦੁਕਾਨਦਾਰ ਹੋ ਗਏ, ਜਿਹਨਾਂ ਕੋਲ ਜ਼ਮੀਨ ਘੱਟ ਹੈ, ਜ਼ਿਮੀਂਦਾਰੀ ਜਿਹੜੀ ਕਰ ਰਹੇ ਆ, ਮੁਜ਼ਾਰੇ ਜਿਹਨੂੰ ਕਹਿੰਦੇ ਆਪਾਂ, ਸੋ ਉਹਨਾਂ ਕੋਲ ਇਸ ਲਈ ਰਾਸ਼ਨ ਪਾਣੀ ਦੀ ਥੋੜ ਹੋ ਗਈ ਸ਼ੁਰੂ। ਉਹਨਾਂ ਨੇ ਸਾਨੂੰ ਅਪਰੋਚ ਕਰਨਾ ਸ਼ੁਰੂ ਕੀਤਾ। ਔਰ ਇਹੋ ਜਿਹੀਆਂ ਫੈਮਲੀਆਂ ਨੇ ਜਿਹੜੀਆਂ ਪਿੰਡਾਂ ਵਿੱਚ ਜਿਹੜੀਆਂ ਕਿ ਸਿੱਧਾ ਰਾਸ਼ਨ ਮੰਗ ਵੀ ਨਹੀਂ ਸਕਦੀਆਂ, ਸ਼ਰਮ ਕਰਦੀਆਂ ਨੇ, ਔਰ ਇਹੋ ਜਿਹੀਆਂ ਬਹੁਤ ਫੈਮਲੀਆਂ। ਹੁਣ ਦੇਖੋ ਹੁਣ ਤੱਕ ਮੈਂ ਲਿਸਟ ਬਣਾ ਰਿਹਾ ਸੀ, ਮੇਰੇ ਕੋਲ ਕੱਲ ਤੱਕ ਤਕਰੀਬਨ ਕੋਈ 2500 ਸੀਗੀ ਲਿਸਟ, ਅੱਜ ਉਹ 4000 ਕ੍ਰਾਸ ਕਰ ਗਈ ਹੈ। ਸੋ ਇਹ ਸਾਡੀ ਮੀਡੀਆ ਬੜੀ ਸਾਡੀ ਹੈਲਪ ਕਰ ਰਿਹਾ, ਕਿਉਂਕਿ ਮੀਡੀਆ ਸਾਰੇ ਪੰਜਾਬ 'ਚ ਘੁੰਮਦਾ ਫਿਰਦਾ, ਉਹਨਾਂ ਨੂੰ ਪਤਾ ਕੌਣ ਕਿੱਥੇ ਬੈਠਾ। ਉਹਨਾਂ ਨੇ ਉਹਨੂੰ ਅਪਰੋਚ ਕੀਤਾ। ਫਿਰ ਅਸੀਂ ਕਿਹਾ ਲਿਸਟਾਂ ਬਣਾਓ। ਸਾਡੇ ਕੋਲ ਹੁਣ ਡਿਸਟ੍ਰਿਕਟ ਵਾਈਜ਼ ਜਿਹੜੀਆਂ ਲਿਸਟਾਂ ਆ ਗਈਆਂ ਉਹਨਾਂ ਬੰਦਿਆਂ ਦੀਆਂ। ਸੋ ਉਹਨਾਂ ਕੋਲ ਸਾਡੇ ਸਿਰਫ ਜਿਹੜੇ ਮੈਂਬਰ ਹੈ ਸਿਰਫ ਸਾਡੀ ਕਿੱਟ ਚੱਕ ਕੇ ਜਾਣਗੇ, ਕੋਈ ਫੋਟੋ ਨਹੀਂ ਖਿੱਚੀ ਜਾ ਰਹੀ ਉੱਥੇ, ਕੁਛ ਨਹੀਂ, ਕਿਉਂਕਿ ਉਹ ਵੀ ਨਾ ਮਹਿਸੂਸ ਕਰਨ ਕਿ ਸਾਨੂੰ ਇੱਕ ਰਾਸ਼ਨ ਦੀ ਕਿੱਟ ਦੇ ਕੇ ਫਿਰ ਉਹ ਫੋਟੋਆਂ ਖਿਚਾ ਰਹੇ। ਵੈਸੇ ਵੀ ਅਸੀਂ ਜੇ 50000 ਫੈਮਿਲੀ ਨੂੰ ਕਰ ਰਹੇ ਤੇ ਸਾਨੂੰ ਲੋੜ ਵੀ ਨਹੀਂ ਕਿ ਅਸੀਂ 50000 ਫੋਟੋ ਖਿਚਵਾਈਏ ਕਿਸੇ ਨਾਲ। ਸਾਡੀ ਸਿਰਫ ਫੋਟੋ ਹੁੰਦੀ ਹੈ, ਇਹ ਨਹੀਂ ਕਿ ਫੋਟੋ ਨਹੀਂ ਖਿਚਾਉਂਦੇ ਅਸੀਂ। ਫੋਟੋ ਦਾ ਮਤਲਬ ਕੀ ਹੁੰਦਾ ਕਿ ਜਿਸ ਤਰ੍ਹਾਂ ਸਾਡੀ ਪੈਕਿੰਗ ਹੋ ਰਹੀ ਹੈ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਦੇਖੋ ਇਸ ਤਰ੍ਹਾਂ ਡਿਸਟੈਂਸ ਮੇਨਟੇਨ ਕੀਤਾ ਹੋਇਆ, ਸਾਰਿਆਂ ਨੇ ਮਾਸਕ ਪਾਏ ਹੋਏ ਨੇ, ਦਸਤਾਨੇ ਪਾਏ ਹੋਏ ਨੇ, ਦੇਖੋ ਪੈਕਿੰਗ ਸਾਰੀ ਕਰ ਰਹੀ ਹੈ, ਟਰੱਕ 'ਚ ਲੋਡ ਹੋ ਗਿਆ, ਟਰੱਕ ਚਲਾ ਗਿਆ, ਬਸ ਸਾਡੀ ਫੋਟੋ ਇੰਨੀ ਕੀ ਹੁੰਦੀ ਹੈ। ਜਿਸ ਡਿਸਟ੍ਰਿਕਟ 'ਚ ਪਹੁੰਚ ਗਿਆ ਉੱਥੇ ਫਿਰ ਸਾਡੀਆਂ ਟੀਮਾਂ ਉਹਨੂੰ ਰਿਸੀਵ ਕਰਦੀਆਂ ਨੇ, ਰਾਸ਼ਨ ਲਾਉਂਦੀਆਂ ਨੇ, ਬਸ ਉਹ ਇੱਥੋਂ ਤੱਕ ਸਾਡੀ ਫੋਟੋਗ੍ਰਾਫੀ ਹੁੰਦੀ ਹੈ, ਜਿਹੜੀ ਕਿ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ ਲੋਕਾਂ ਤੱਕ ਜਾਣਕਾਰੀ ਜ਼ਰੂਰੀ ਹੈ, ਇਸ ਕਰਕੇ ਵੀ ਲੋਕਾਂ ਨੂੰ ਇਹ ਵੀ ਪਤਾ ਲੱਗੇ ਕਿ ਕੌਣ ਹੈ ਜਿਹਨੂੰ ਅਸੀਂ ਹੈਲਪ ਲਈ ਅਪਰੋਚ ਕਰ ਸਕਦੇ ਹਾਂ, ਕਿਹੜੀ ਏਜੰਸੀ ਹੈ, ਕੌਣ ਡਾਕਟਰ ਓਬਰਾਏ ਜਿਹਨੂੰ ਅਸੀਂ ਅਪਰੋਚ ਕਰ ਸਕਦੇ ਹਾਂ, ਵੀ ਬਹੁਤ ਜ਼ਰੂਰੀ ਹੈ। ਦੇ ਸ਼ੁਡ ਨੋ ਕਿ ਡਾਇਰੈਕਟਲੀ ਜੀ ਇਮੀਡੀਏਟ
ਸੰਸਥਾ ਆਈ ਥਿੰਕ ਐਵਰੀ ਪੰਜਾਬੀ ਐਵਰੀ ਪਰਸਨ ਹਰ ਇੱਕ ਨੂੰ ਪਤਾ ਹੈ ਵੀ ਲੋੜ ਹੈ ਤਾਂ ਇਮੀਡੀਏਟਲੀ ਸਰ ਮੈਨੂੰ ਤਾਂ ਇਹ ਲੱਗਦਾ ਹੈ ਵੀ ਤੁਹਾਡਾ ਹੀ ਨਾਮ ਹਰ ਇੱਕ ਦੇ ਮਾਈਂਡ ਵਿੱਚ ਆਉਂਦਾ ਹੈ ਕਿ ਯੂ ਆਰ ਦ ਰਾਈਟ ਪਰਸਨ ਟੂ ਅਪਰੋਚ, ਫਿਰ ਤਾਂ ਕੰਮ ਹੋ ਹੀ ਜਾਣਾ ਹੈ ਜੀ। ਕਿਉਂਕਿ ਇੱਕ ਨਾ ਗਗਨ ਜੀ ਹੋਰ ਵੀ ਗੱਲ ਹੈ ਕਿ ਪਿਛਲੇ 8-9 ਸਾਲ ਤੋਂ ਤਕਰੀਬਨ ਇੰਨੀਆਂ ਫੈਮਲੀਆਂ ਨੂੰ ਅਸੀਂ ਕਵਰ ਕਰ ਹੀ ਰਹੇ ਸੀਗੇ। ਮੈਂਬਰ ਸਾਡੇ ਮਤਲਬ ਕਿ ਪੂਰੀ ਮਿਹਨਤ ਕਰ ਰਹੇ ਨੇ, ਕਿਸੇ ਨੂੰ ਕੋਈ ਇੰਟਰਸਟ ਨਹੀਂ ਹੈ, ਕਿਸੇ ਨੂੰ ਕੋਈ ਸੈਲਰੀ ਨਹੀਂ ਮਿਲ ਰਹੀ, ਕੋਈ ਪੈਸੇ ਪਿੱਛੇ ਨਹੀਂ ਹੈ, ਅੱਛੇ ਬਿਜ਼ਨਸਮੈਨ ਨੇ, ਅੱਛੇ ਜੌਬ ਦੇ ਉੱਤੇ ਹੈਗੇ ਨੇ, ਆਪਣੀਆਂ ਗੱਡੀਆਂ ਦੇ ਵਿੱਚ ਆਉਂਦੇ ਨੇ ਜੀ, ਆਪਣਾ ਤੇਲ ਆਪ ਪਵਾਉਂਦੇ ਨੇ, ਟਰਸਟ ਕੋਲੋਂ ਕਦੇ ਚਾਰਜ ਨਹੀਂ ਕੀਤਾ ਉਹਨਾਂ ਨੇ ਕੁਛ ਵੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਟਰਸਟ ਨੇ ਕਿਸੇ ਕੋਲੋਂ ਪੈਸਾ ਤਾਂ ਲੈਣਾ ਨਹੀਂ ਹੈ, ਕਿਉਂਕਿ ਅਸੀਂ ਡੋਨੇਸ਼ਨ ਲੈਂਦੇ ਨਹੀਂ ਸੀ, ਤੇ ਰਸੀਦ ਬੁੱਕ ਨਹੀਂ ਬਣਾਈ ਹੋਈ ਵੀ ਜੇ ਕਿਸੇ ਤੋਂ ਡੋਨੇਸ਼ਨ ਲੈ ਕੇ ਆਪਾਂ ਕੰਮ ਕਰੀਏ। ਤੇ ਇਸ ਕਰਕੇ ਜਿੱਥੇ ਡੋਨੇਸ਼ਨ ਨਹੀਂ ਆਏਗੀ ਉੱਥੇ ਕੰਮ ਬੜਾ ਸਾਫ਼ ਸੁਥਰਾ ਹੋਏਗਾ। ਔਰ ਹਰ ਬੰਦੇ ਨੂੰ ਮੈਂ ਇਹੀ ਉਹਨਾਂ ਕੋਲ ਮੰਗਦਾ ਹੁੰਦਾ, ਯਾਰ ਤੁਸੀਂ ਇੱਕ ਕੰਮ ਕਰੋ ਕਿ ਜਿਹੜਾ ਮੇਰੀ ਤੁਸੀਂ ਕਿੱਟ ਚਾਹੇ ਕੁਛ ਵੀ ਹੈ, ਤਾਂ ਇਹਨੂੰ ਬਿਲਕੁਲ ਸਹੀ ਜਗ੍ਹਾ ਉਸ ਲੋੜਵੰਦ ਤੱਕ ਪਹੁੰਚਾ ਦਿਓ ਕਿ ਜਿਹਨੂੰ ਵਾਕਈ ਹੀ ਲੋੜ ਹੈ, ਚਾਹੇ ਉਹ ਐਜੂਕੇਸ਼ਨ 'ਚ ਹੈ, ਚਾਹੇ ਮੈਡੀਕਲ 'ਚ ਹੈ, ਚਾਹੇ ਹੁਣ ਰਾਸ਼ਨ ਸਮੱਗਰੀ ਹੈਗੀ ਹੈ ਸਾਰੀ। ਹੁਣ ਇੱਕ ਜਿਹੜਾ ਹੋਰ ਨਵਾਂ ਜਿਹਾ ਹੋਇਆ ਕੰਮ ਪਰਸੋਂ ਚੌਥ ਤੋਂ ਤੁਸੀਂ ਨਿਊਜ਼ ਵੀ ਸੁਣੀਆਂ ਹੋਣਗੀਆਂ ਕਿ ਜਿਹਨੇ ਸਾਡੇ ਪਾਠੀ ਸਿੰਘ ਨੇ, ਹਾਂਜੀ, ਉਹਨਾਂ ਨੂੰ ਦੇਖੋ, ਉਹਨਾਂ ਨੂੰ ਕੀ ਸੀ ਕਿ ਪਾਠ ਕਰਦੇ ਸੀ, ਭੇਟਾ ਮਿਲਦੀ ਸੀ, ਉਹਦੇ ਨਾਲ ਹੀ ਉਸ ਭੇਟਾ ਦੇ ਨਾਲ ਹੀ ਜਿਹੜਾ ਉਹਨਾਂ ਦਾ ਫੈਮਿਲੀ ਦਾ ਗੁਜ਼ਾਰਾ ਹੁੰਦਾ। ਹੁਣ 2 ਮਹੀਨੇ ਤੋਂ ਪਾਠ ਵੀ ਨਹੀਂ ਹੋ ਰਹੇ, ਗੁਰਦੁਆਰਿਆਂ ਵਿੱਚ ਸੰਗਤ ਵੀ ਨਹੀਂ ਆ ਰਹੀ, ਤੇ ਉਹਨਾਂ ਦੀ ਇੰਨੀ ਸੈਲਰੀ ਹੈ ਨਹੀਂ ਕਿ ਉਹ ਗੁਜ਼ਾਰਾ ਕਰ ਸਕਣ। ਉਹ ਜ਼ਿਆਦਾ ਬਿਲਕੁਲ ਠੀਕ ਕਹਿ ਰਹੇ ਹੋ, ਇੰਨੀ ਸੈਲਰੀ ਹੈ ਨਹੀਂ, ਗੁਜ਼ਾਰਾ ਜ਼ਿਆਦਾ ਉਹਨਾਂ ਦਾ ਭੇਟਾ ਤੇ ਹੀ ਹੁੰਦਾ। ਨਹੀਂ, ਹੁਣ ਸੈਲਰੀ ਵੀ ਨਹੀਂ ਮਿਲ ਰਹੀ, ਹੁਣ ਜਿਹੜੀ ਸਭ ਤੋਂ ਵੱਡੀ ਗੱਲ ਹੈ ਸੈਲਰੀ ਵੀ ਨਹੀਂ ਮਿਲ ਰਹੀ ਉਹਨਾਂ ਨੂੰ, ਰਾਸ਼ਨ ਪਾਣੀ ਵੀ ਨਹੀਂ ਮਿਲ ਰਿਹਾ। ਤੇ ਉਹਨਾਂ ਨੇ ਅਪਰੋਚ ਕੀਤੀ ਸਾਡੇ ਟਰਸਟ ਨੂੰ ਕਿ 50 ਪਹਿਲਾਂ ਸੀਗੇ ਪਾਠੀ ਸਿੰਘ ਸੀਗੇ ਅੰਮ੍ਰਿਤਸਰ ਤੋਂ, ਉਹਨਾਂ ਨੇ ਅਪਰੋਚ ਕੀਤੀ ਕਿ ਸਾਡੀ ਹੈਲਪ ਕੀਤੀ ਜਾਵੇ ਵੀ ਸਾਡੇ ਘਰਾਂ ਦੇ ਵਿੱਚ ਜਿਹੜਾ ਹੈ ਉਹ ਰਾਸ਼ਨ ਨਹੀਂ ਹੈਗਾ। ਸਾਡੀ ਟੀਮ ਗਈ, ਦੇਖਿਆ ਜਾ ਕੇ ਕਿ ਵਾਕਈ ਹਾਲਤ ਇਹਨਾਂ ਸੀ। ਉਸੇ ਵੇਲੇ 2-3 ਘੰਟੇ ਦੇ ਅੰਦਰ ਅੰਦਰ ਹੀ ਉਹਨਾਂ ਨੂੰ ਰਾਸ਼ਨ ਜਿਹੜਾ ਪਹੁੰਚਾ ਦਿੱਤਾ ਗਿਆ। ਔਰ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਕਿਸੇ ਤੋਂ ਮੰਗਣ ਦੀ ਲੋੜ ਨਹੀਂ, ਹੁਣ ਤੁਸੀਂ ਕਿਸੇ ਨੂੰ ਕੁਛ ਨਹੀਂ ਕਹਿਣਾ, ਤੁਹਾਨੂੰ ਹਰ ਮਹੀਨੇ ਇਸ ਡੇਟ ਦੇ ਵਿੱਚ ਤੁਹਾਨੂੰ 1-1 ਮਹੀਨੇ ਦਾ ਰਾਸ਼ਨ ਜਿਹੜਾ ਉਹ ਪਹੁੰਚ ਜਾਇਆ ਕਰੇਗਾ। ਉੱਥੋਂ ਬਾਅਦ ਫਿਰ ਤੁਹਾਡੇ ਮੁਕਤਸਰ ਸਾਹਿਬ ਤੋਂ ਸਾਡੇ ਆ ਗਏ ਪ੍ਰੈਜ਼ੀਡੈਂਟ ਦੇ ਕਿ 55 ਰਾਗੀ ਸਿੰਘ ਪਾਠੀ ਸਿੰਘ ਉੱਥੇ ਹੈਗੇ ਨੇ, ਅਬੋਹਰ ਸਾਈਡ ਤੋਂ ਆ ਗਏ। ਹੁਣ ਦੇਖੋ ਇਸ ਲਈ ਜਿਹੜੀ ਲਿਸਟ ਮੇਰੇ ਕੋਲ ਕੱਲ ਆਈ ਹੈ, ਸੁਲਤਾਨਪੁਰ ਲੋਧੀ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ 135 ਪਾਠੀ ਸਿੰਘ ਨੇ ਜਿਨ੍ਹਾਂ ਕੋਲ ਇਸ ਲਈ ਰਾਸ਼ਨ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ, ਉਹ ਵੀ ਇੱਥੇ ਲੈ ਲਏ। ਡੇਰਾ ਬਾਬਾ ਨਾਨਕ ਤੋਂ ਹੋ ਗਏ। ਸੋ ਇਸ ਤਰੀਕੇ ਨਾਲ ਨਾ ਜੀ ਹੁਣ ਸਾਰੇ, ਅੱਜ ਮੈਨੂੰ ਹੁਣੀ ਅੱਧਾ ਘੰਟਾ ਪਹਿਲਾਂ ਫੋਨ ਆਇਆ ਗੜਸ਼ੰਕਰ ਹੁਸ਼ਿਆਰਪੁਰ ਤੋਂ ਕਿ ਸਾਡੇ ਵੀ ਕੋਈ 33-34 ਜਿਹੜੇ ਪਾਠੀ ਸੀਗੇ। ਇਹਨਾਂ ਨੂੰ ਪਤਾ ਲੱਗਿਆ ਕਿ ਅਗਰ ਸਾਨੂੰ ਲੋੜ ਹੈ ਤੇ ਅਸੀਂ ਬਜਾਏ ਜਾਣਦੇ, ਅਗਰ ਸਰਵਰ ਦੇ ਪਲਟਫਾਰਮ ਨੂੰ ਕਹਿੰਦਾ ਇਹਨਾਂ ਦੀ ਟੀਮ ਦੀ, ਕਿਉਂਕਿ ਸਾਡੇ ਹਰ ਡਿਸਟ੍ਰਿਕਟ ਸਾਡੀ ਟੀਮਾਂ ਹੈਗੀਆਂ, ਬੰਦੇ ਹੈਗੇ, ਪਿੰਡ ਪਹੁੰਚੇ ਹੋਏ ਆਲਰੇਡੀ। ਲੋਕਾਂ ਨੂੰ ਇਹ ਪਤਾ ਜੀ ਹੁਣ ਅੱਖਾਂ ਦੇ ਆਪਰੇਸ਼ਨ ਅਸੀਂ ਕਰਦੇ ਹਾਂ, 39,000 ਦੇ ਕਰੀਬ ਅਸੀਂ ਮੋਤੀਆ ਦਾ ਆਪਰੇਸ਼ਨ ਕਰਕੇ ਲੈਂਸ ਪਾ ਚੁੱਕੇ ਹੋਏ ਹਾਂ। ਉਹ ਪਿੰਡਾਂ 'ਚ ਇੰਨਾ ਕੁ ਪਤਾ ਇੱਕ ਟਰਸਟ ਹੈਗਾ, ਭਈਆ ਨੇ 1 ਰੁਪਇਆ ਵੀ ਨਹੀਂ ਲੈਣਾ ਕਿਸੇ ਤੋਂ, ਫ੍ਰੀ ਆਪਰੇਸ਼ਨ ਹੋਣੇ ਨੇ, ਫ੍ਰੀ ਸਭ ਕੁਝ ਹੋਣਾ ਹੈ। ਸੋ ਲੋਕਾਂ 'ਚ ਪਹਿਚਾਣ ਬਣੀ ਹੋਈ ਹੈ, ਸਾਡੇ ਟੀਮਾਂ ਸਾਰਿਆਂ ਦੀ ਪਤਾ ਹੈ ਕਿ ਇਸ ਡਿਸਟ੍ਰਿਕਟ ਵਿੱਚ ਕਿਹੜੇ ਪਿੰਡ 'ਚ ਕਿਹੜਾ ਸਾਡਾ ਮੈਂਬਰ ਬੈਠਾ ਹੋਇਆ। ਸੋ ਉਹਨਾਂ ਦੇ ਸਿਰ ਦੇ ਉੱਤੇ ਮੈਂ ਵੀ ਚੌੜਾ ਹੋ ਜਾਂਦਾ ਕਿ ਟੀਮਾਂ ਅੱਛੀਆਂ ਹੈਗੀਆਂ ਤੇ ਕੰਮ ਉਹਨਾਂ ਨੇ ਤੇ ਵਾਹ 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 ਮੇਰੀ ਹੋ ਜਾਂਦੀ ਹੈ। ਸੋ ਇਸ ਤਰੀਕੇ ਨਾਲ ਬੜਾ ਸਾਡਾ ਕੰਮ ਬਹੁਤ ਜ਼ਿਆਦਾ। ਅਸੀਂ ਤਾਂ ਜਿਵੇਂ ਮੈਂ ਤੁਹਾਡਾ ਕਿਸੇ ਸੁਣਿਆ ਵੀ ਸੀਗਾ ਕਿ ਸਾਨੂੰ ਤਾਂ ਗੁੜਤੀ ਮਿਲੀ ਹੋਈ ਹੈ ਨਾ ਵੀ ਕੰਮ ਕਰਨ ਦੀ, ਤੇ ਅਸੀਂ ਤਾਂ ਸਾਰੇ ਦਸਵੰਧ ਵੀ ਨਹੀਂ ਕਈ ਵਾਰੀ ਕੱਢ ਸਕਦੇ, ਤੇ ਤੁਸੀਂ ਤਾਂ ਹਰਡ ਕਿ ਤੁਸੀਂ ਬਹੁਤ ਜ਼ਿਆਦਾ ਮਚ ਮੋਰ ਦੈਨ ਦੈਟ ਤੁਸੀਂ ਆਪਣਾ ਸਪੈਂਡ ਕਰਦੇ ਹੋਏਗੇ ਹੋ ਸਰਬੱਤ ਦੇ ਭਲੇ ਲਈ। ਮੈਂ ਜੀ ਤੁਹਾਨੂੰ ਹੋਰ ਦੱਸਣੀ ਚਾਹਾਂਗਾ ਇੱਥੇ ਕਿ ਕੋਈ ਵੀ ਸੰਸਥਾ ਜਿਹੜੀ ਕੰਮ ਕਰ ਰਹੀ ਹੈ ਨਾ ਜੀ, ਕੋਈ ਵੀ ਬੰਦਾ ਜਿਹੜਾ ਦਸਵੰਧ ਕੱਢ ਰਿਹਾ ਨਾ, ਉਹ ਆਪਣੇ ਛੋਟਾ ਨਾ ਸਮਝੇ। ਇਹ ਨਾ ਸੋਚੇ ਕਿ ਅਗਰ ਮੈਂ ਕਰੋੜਾਂ ਰੁਪਏ ਦੇ ਰਿਹਾ ਤੇ ਉਹ ਕਰੋੜਾਂ ਨਹੀਂ ਦੇ ਸਕਦੇ, ਲੱਖਾਂ ਵੀ ਨਹੀਂ ਦੇ ਸਕਦੇ, ਪਰ ਮੇਰੇ ਤਰੀਕੇ ਨਾਲ ਦਿੱਤੀ ਜਾਵੇ। ਅੱਜ ਮੈਨੂੰ 1 ਕਰੋੜ ਰੁਪਏ ਦੀ ਇਨਕਮ ਹੈ, ਜੇ ਮੈਂ ਉੱਥੇ ਲਾ ਕੇ ਆਊਂਗਾ ਨਾ ਕੋਈ ਫਰਕ ਨਹੀਂ ਪੈਣਾ। ਲੇਕਿਨ ਕਮਾਈ 5,000 ਰੁਪਏ, ਅਗਰ ਉਹ ਦਸਵੰਧ ਕੱਢ ਰਿਹਾ, ਅਗਰ ਉਹ 500 ਰੁਪਏ ਦਿੰਦਾ ਤੇ ਉਹਦੀ ਵੈਲਿਊ ਜਿਹੜੀ ਨਾਲੋਂ ਜ਼ਿਆਦਾ ਹੈ। ਉਹ ਨਾ ਸੋਚੇ ਕਿ ਮੈਂ ਕੁਛ ਨਹੀਂ ਕਰ ਰਿਹਾ। ਮੇਰੇ ਹਿਸਾਬ ਨਾਲ ਉਹਦੇ ਲਈ ਪੈਸਾ ਕੱਢੋ, ਜਿਹਨੂੰ ਇਨਕਮ ਵੀ ਉਨੀ ਕੁ ਹੈ ਉਹਦੇ ਚੋਂ ਜੋ ਦਸਵੰਧ ਕੱਢ ਰਿਹਾ ਨਾ, ਬਹੁਤ ਵੱਡੀ ਗੱਲ ਹੈ। ਔਰ ਅੱਜ ਹਰ ਇਨਸਾਨ ਜਿਹੜਾ ਉਹ ਕੁਛ ਨਾ ਕੁਛ ਜਿਹੜਾ ਆਪਣੇ ਕੋਲੋਂ ਲਗਾ ਰਿਹਾ। ਔਰ ਸਾਨੂੰ, ਮੈਂ ਗੁੜਤੀ ਦੀ ਗੱਲ ਕੀਤੀ, ਮੈਂ ਇਹ ਗੱਲ ਕਹਿੰਦਾ ਠੀਕ ਆ, ਸਿੱਖ ਕੌਮ ਨੂੰ ਸਾਨੂੰ ਤਾਂ ਗੁੜਤੀ ਇਹ ਮਿਲੀ ਹੋਈ ਹੈ ਕਿ ਸਾਨੂੰ ਕੋਈ ਭੁੱਖਾ ਨਹੀਂ ਸਵਾ ਸਕਦੇ ਕਿਸੇ ਨੂੰ। ਜੇ ਲੰਗਰ ਚੱਲਦੇ ਗੁਰਦੁਆਰਾ ਸਾਹਿਬ ਦੇਖੋ, ਆਪਣੇ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਜਾ ਰਹੇ ਨੇ, ਸਾਰੇ ਪਾਸੋਂ ਗੁਰਦੁਆਰਾ ਸਾਹਿਬ ਤੋਂ ਲੰਗਰ ਜਾ ਹੀ ਰਹੇ ਨੇ, ਲੱਖਾਂ ਦੀ ਗਿਣਤੀ 'ਚ ਲੰਗਰ ਜਾ ਰਹੇ ਨੇ। ਸੋ ਅਸੀਂ ਨਹੀਂ ਦੇਖ ਸਕਦੇ ਕਿ ਕੋਈ ਸਾਡੇ ਸਾਹਮਣੇ ਕੋਈ ਬੰਦਾ ਭੁੱਖ ਨਾਲ ਤੜਫ ਰਿਹਾ ਹੋਵੇ, ਭੁੱਖ ਨਾਲ ਸੋ ਨਾ ਸਕੇ ਜਾਂ ਉਹ ਨਾ ਕਰ ਸਕੀਏ। ਉਹ ਸਾਨੂੰ ਇਹ ਗੁੜਤੀ ਮਿਲੀ, ਅਸੀਂ ਕਰਨਾ ਹੀ ਕਰਨਾ। ਫਿਰ ਅਸੀਂ ਇਹ ਨਹੀਂ ਦੇਖਾਂਗੇ ਕਿ ਸਾਡੇ ਪੱਲੇ ਕੁਛ ਹੈਗਾ ਕਿ ਨਹੀਂ ਹੈਗਾ। ਨਾਲੇ ਹੁਣ ਜਿਹੜਾ ਆਹ ਟਾਈਮ ਚੱਲ ਰਿਹਾ ਨਾ, ਇਸ ਲਈ ਸਾਨੂੰ ਬਿਲਕੁਲ ਨਹੀਂ ਦੇਖਣਾ ਚਾਹੀਦਾ। ਦੇਖੋ ਅੱਜ ਮੈਂ ਹੁਣ ਗੱਲਬਾਤ ਕਰ ਰਿਹਾ,
ਕੋਈ ਪਤਾ ਨਹੀਂ ਗਾ ਵੀ ਕਰੋਨਾ ਨੇ ਇਹ ਕਿੱਥੇ ਅਟੈਕ ਕਰ ਦੇਣਾ, ਕੱਲ ਦਾ ਕੋਈ ਪਤਾ ਨਹੀਂ ਕਿਸੇ ਨੂੰ ਵੀ। ਅਸੀਂ ਹੁਣ ਅੱਜ ਵੀ ਅਗਰ ਇਸੇ ਦੌੜ 'ਚ ਰਹਿ ਗਏ ਕਿ ਅਸੀਂ ਵੀ ਪੈਸਾ ਇਕੱਠਾ ਕਰ ਲਈਏ, ਪੈਸਾ ਕਮਾ ਲਈਏ, ਕਮਿਸ਼ਨ ਲੈ ਲਈਏ ਤੇ ਉਹ ਲੈ ਲਈਏ, ਸਾਰੇ ਕੰਮ ਕਰ ਲਈਏ ਨਾ ਜੀ, ਇਹ ਹੁਣ ਸਾਨੂੰ ਟਾਈਮ ਦੀ ਇਹ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਨੇ। ਸਭ ਨੇ ਦੇਖ ਲਿਆ ਘਰਾਂ ਵਿੱਚ ਰਹਿ ਕੇ ਕਿ ਤੁਹਾਡੀ ਤੁਹਾਡੀ ਜ਼ਰੂਰਤ ਕੀ ਹੈ। ਦੁਨੀਆ ਬੰਦ, ਕੋਈ ਹੋਰ ਖਰਚੇ ਹੋ ਨਹੀਂ ਰਹੇ, ਘਰ ਦੇ ਵਿੱਚ ਤਾਂ ਉਨੇ ਖਰਚੇ ਆ, ਬਸ ਰੋਟੀ ਦਾਲ ਫੁਲਕਾ ਹੀ ਚੱਲ ਰਿਹਾ, ਇਹੀ ਖਾਣਾ ਰਿਕੁਆਇਰਮੈਂਟ ਇਹੀ ਹੈ ਆਪਣੀ। ਸੋ ਅਸੀਂ ਹੁਣ ਮੈਂ ਇਹੀ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਜੱਫਾ ਨਾ ਪਾਓ, ਆਹੀ ਟਾਈਮ ਹੈ, ਤੁਹਾਨੂੰ ਸੇਵਾ ਦਾ ਮੌਕਾ ਮਿਲਿਆ, ਵਾਹਿਗੁਰੂ ਨੇ ਦਿੱਤਾ ਹੈ, ਤੇ ਤੁਸੀਂ ਸੇਵਾ ਕਰਕੇ ਆਪਣੀ ਕਮਾਈ ਨੂੰ ਸਫਲ ਕਰ ਸਕੋ। टोटली करेक्ट सर। हर कोई ये जर्नली की करता है, अपनी कम्युनिटी लिए कर लिया है ना, अपने सूबे लिए कर लिया, अपने स्टेट लिए कर लिया, पर तुसी की कर रहे हो हर कम्युनिटी लिए, हर स्टेट लिए, हर जगह ते जिवें तुसी उन्हें दस्सिया, नॉट ओनली इन पंजाब, तुसी बियॉन्ड दैट हिमाचल, जम्मू कश्मीर, उन्हें रिसेंटली थोड़ी न्यूज़ सीगी सरबत दा भला श्रीनगर जम्मू कश्मीर तक पहुंच गया है। सो तुसी ये नहीं देखते हैगे कि भी बस सिर्फ अपनी कम्युनिटी लिए कुछ करना है ना, ताही तुम सेवियर सिंह कहा जाता है कि तुसी हर बंदे लिए हमेशा ही सपोर्ट लिए अप्रोचेबल। ਇਨਸਾਨ ਤੇ ਕੋਈ ਸਾਰੇ ਬਰਾਬਰ ਹੈ। ਦੇਖੋ ਹੁਣ ਅਗਰ ਮੈਂ ਦੁਬਈ ਦੇ ਵਿੱਚ ਅਗਰ ਫਾਂਸੀਆਂ ਮਾਫ ਕਰਾਈਆਂ, ਬਿਲਕੁਲ 109 ਬੰਦੇ ਦੀਆਂ ਫਾਂਸੀਆਂ ਮਾਫ ਹੋਈਆਂ, ਉਹਨਾਂ ਵਿੱਚ ਸਾਰੇ ਟਰਬਨ ਸਿੱਖ ਤਾਂ ਹੈ ਨਹੀਂ ਸੀ, ਸਾਰੇ ਪੰਜਾਬ ਦੇ ਤਾਂ ਹੈ ਨਹੀਂ ਸੀ, ਉਹ 'ਚ ਪੰਜਾਬ ਵੀ ਸੀ, ਹਰਿਆਣਾ ਵੀ ਸੀ, ਹਿਮਾਚਲ ਵੀ ਸੀਗਾ, ਮਹਾਰਾਸ਼ਟਰ ਸੀ, ਗੁਜਰਾਤ ਸੀਗਾ, यूपी बिहार सीगा, उस तो इलावा साडा श्रीलंका हो गया, फिर बांग्लादेश। सर की है ब्लड मनी, आई थिंक बहुत सारे व्यूअर्स ਨੂੰ ਸ਼ਾਇਦ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੋਏਗੀ ਇਹਦੇ ਬਾਰੇ। ਇੱਕ ਹੀ ਐਗਜ਼ੈਕਟਲੀ ਕੀ ਕੇਸ ਸੀਗਾ ਜਿਹਨੇ ਤੁਹਾਨੂੰ ਤੁਸੀਂ ਸ਼ੁਰੂ ਹੀ ਸ਼ਾਇਦ ਉਸ ਤੋਂ ਹੀ ਸ਼ੁਰੂਆਤ ਕੀਤੀ ਆਪਣੀ ਟਰਸਟ ਦੀ ਕਿ ਬਲੱਡ ਮਨੀ ਤੋਂ? ਹਾਂਜੀ ਮਗਰ ਜੀ 2010 ਤੋਂ ਪਹਿਲਾਂ ਮੈਂ ਵੀ ਉਸੇ ਦੌੜ 'ਚ ਲੱਗਿਆ ਹੋਇਆ ਸੀ ਕਿ ਅਸੀਂ ਆਪਣੇ ਬਿਜ਼ਨਸ ਵਧਾ ਲਈਏ, ਤੇ ਕੰਪਨੀ 2 ਕੰਪਨੀ 10 ਕੰਪਨੀਆਂ ਬਣਾ ਲਓ ਸਾਰੀਆਂ ਦੁਬਈ ਵਿੱਚ, ਬਿਜ਼ਨਸ ਬਣਾਓ, ਪੈਸਾ ਇਕੱਠਾ ਕਰੋ, ਸਭ ਕੁਝ ਪੈਸਾ ਹੀ ਸੀ, ਜਿਸ ਤਰ੍ਹਾਂ ਲੋਕਾਂ ਦੀ ਸੋਚ ਹੈ, ਮੇਰੀ ਵੀ ਉਹੀ ਸੋਚ ਸੀਗੀ। ਲੇਕਿਨ 2010 ਦੇ ਵਿੱਚ ਜਿਹੜੇ ਨਿਊਜ਼ ਆਈ ਸੀ ਨਾ ਕਿ 17 ਭਾਰਤੀਆਂ ਨੂੰ ਇੱਕ ਪਾਕਿਸਤਾਨੀ ਨਾਗਰਿਕ ਮਿਸ਼ਰੀ ਖਾਨ ਦੇ ਕਤਲ ਦੇ ਕੇਸ ਵਿੱਚ ਫਾਂਸੀ ਸਜ਼ਾ ਸੁਣਾ ਦਿੱਤੀ ਗਈ, ਉਹ ਕੇਸ ਮੈਂ ਆਪਣੇ ਹੱਥ ਸੀਗਾ ਉਸ ਟਾਈਮ ਤੇ। 28-29 ਮਾਰਚ ਦੀ ਗੱਲ ਸੀ ਇਹ 2010 ਦੀ। 4-5 ਅਪ੍ਰੈਲ ਨੂੰ ਅਸੀਂ ਲਿਆ ਸੀ, ਫਿਰ 3 ਸਾਲ ਕੇਸ ਲੜ ਕੇ ਉਹਨਾਂ ਦੀ ਫਾਂਸੀ ਮਾਫ ਕਰਾਈ। ਸੋ ਉਸ ਤੋਂ ਬਾਅਦ ਫਿਰ ਹੋਰ ਬੜੀਆਂ ਫਾਂਸੀਆਂ ਸੀ ਲੋਕਾਂ ਨੂੰ, ਫਿਰ ਕਰਦਿਆਂ ਫਿਰ ਗਿਣਤੀ ਵੱਧਦੀ ਗਈ। ਅੱਜ ਤਕਰੀਬਨ 109 ਬੰਦਿਆਂ ਦੀ ਫਾਂਸੀਆਂ ਮਾਫ ਹੋ ਚੁੱਕੀਆਂ ਨੇ। ਸੈਂਕੜੇ ਲੋਕ ਜਿਹੜੇ ਜਿਨ੍ਹਾਂ 'ਚ ਬੰਦ ਸੀਗੇ, ਉਹਨਾਂ ਦੇ ਟਿਕਟਾਂ ਦੇ ਕੇ ਤੇ ਗਵਰਨਮੈਂਟ ਦੀ ਹੈਲਪ ਦੇ ਨਾਲ ਅਸੀਂ ਉਹਨਾਂ ਦੇ ਆਊਟਪਾਸ ਬਣਾ ਕੇ ਉਹਨਾਂ ਨੂੰ ਜੇਲ੍ਹਾਂ 'ਚੋਂ ਕੱਢਿਆ। ਜਿਹਨਾਂ ਨੂੰ ਸਜ਼ਾ ਥੋੜ੍ਹੀ ਹੋਈ ਸੀ 3-4 ਮਹੀਨੇ ਦੀ, ਉਹ 2.5 ਸਾਲ ਤੋਂ ਅੰਦਰ ਬੈਠੇ ਹੋਏ ਸੀ, ਉਹ ਵੀ 800 ਕੁਛ ਦੇ ਕਰੀਬ ਸੀਗੇ। ਉਹਨਾਂ ਨੂੰ ਸਾਰਿਆਂ ਨੂੰ ਅਸੀਂ ਟਿਕਟਾਂ ਆਪਣੇ ਕੋਲੋਂ ਦੇ ਕੇ ਬਾਹਰ ਕੱਢੀਆਂ। ਉਹ ਤਰੀਕੇ ਨਾਲ ਕੰਮ ਆਇਆ। ਫਿਰ ਵੱਧਦੇ ਜੇ ਆਪਾਂ ਹੁਣ ਇਸ ਪਾਸੇ ਪੈ ਹੀ ਗਏ ਸੀਗੇ ਤੇ ਡੈਡ ਬੋਡੀਆਂ ਦਾ ਕੰਮ ਸ਼ੁਰੂ ਹੋ ਗਿਆ। ਫਿਰ ਡੈਡ ਬੋਡੀਆਂ ਦਾ ਇਹੋ ਜਿਹਾ ਹੋਇਆ, ਕੁਛ ਲਵਾਰਸ ਡੈਡ ਬੋਡੀਆਂ ਪਹਿਲਾਂ ਸਾਨੂੰ ਮਿਲੀਆਂ, ਉਹ ਅਸੀਂ ਫਾਈਂਡ ਆਊਟ ਕੀਤਾ ਕਿ ਕਿੰਨੀਆਂ ਹੈਗੀਆਂ ਨੇ। ਫਿਰ ਉਸ ਤੋਂ ਬਾਅਦ ਇਹ ਹੋ ਗਿਆ ਕਿ ਜਿੱਥੇ ਦੁਬਈ ਦੇ ਵਿੱਚ, ਸ਼ਾਰਜਾ ਵਿੱਚ, ਉਹ UAE ਵਿੱਚ ਨਾ ਜੀ, ਕੋਈ ਵੀ ਡੈਥ ਹੁੰਦੀ ਹੈ ਤੇ ਉਹ ਸਭ ਤੋਂ ਪਹਿਲਾਂ ਅਪਰੋਚ ਸਾਨੂੰ ਕਰਦੇ ਨੇ ਕਿ ਉਹਨਾਂ ਨੂੰ ਅਪਰੋਚ ਕਰੋ। ਤੇ 3-4 ਦਿਨ ਦਾ ਸਾਡਾ ਪ੍ਰੋਸੈਸ ਹੁੰਦਾ, ਸਾਰਾ ਕੰਪਲੀਟ ਕਰਕੇ ਕੋਸ਼ਿਸ਼ ਇਹ ਹੁੰਦੀ ਕਿ ਸਾਡਾ ਕੋਈ ਨਾ ਕੋਈ ਬੰਦਾ ਉੱਥੋਂ ਡੈਡ ਬੋਡੀ ਨਾਲ ਜਾ ਕੇ ਤੇ ਅਸੀਂ ਉਹਦੇ ਪਿੰਡ ਜਾ ਕੇ ਸੰਸਕਾਰ ਕਰਾ ਦਈਏ। ਹੁਣ ਤੱਕ ਤਕਰੀਬਨ 163 ਦੇ ਕਰੀਬ ਜਿਹੜੀਆਂ ਸਾਡੀਆਂ ਡੈਡ ਬੋਡੀਆਂ ਨੇ ਉਹ ਆ ਚੁੱਕੀਆਂ ਨੇ, ਉਹਨਾਂ ਦੇ ਸੰਸਕਾਰ ਕਰ ਚੁੱਕੇ ਆ। ਤੇ ਇਕੱਲਾ ਸੰਸਕਾਰ ਹੀ ਨਹੀਂ ਕਰਦੇ, ਮੈਂ ਤੁਹਾਨੂੰ ਇਹ ਵੀ ਗੱਲ ਦੱਸਣੀ ਚਾਹਾਂਗਾ ਇੱਥੇ ਕਿ ਜਦੋਂ ਅਸੀਂ ਸੰਸਕਾਰ ਕਰਦੇ ਹਾਂ, ਘਰ ਜਾਂਦੇ ਹਾਂ, ਤੇ ਉਹਨੂੰ ਘਰ ਦੀ ਹਾਲਤ ਦੇਖੀ ਦੀ ਹੈ ਵੀ ਘਰ ਦੀ ਹਾਲਤ ਕੀ ਹੈ, ਕਿਸ ਪੋਜੀਸ਼ਨ ਦੇ ਵਿੱਚ ਜਿਹੜਾ ਬੰਦਾ ਬਾਹਰ ਗਿਆ ਸੀ। ਕੋਈ ਖੁਸ਼ੀ ਨਾਲ ਤਾਂ ਕਈਆਂ ਨੇ ਸੁਸਾਈਡ ਹੀ ਕੀਤੇ ਉੱਥੇ ਜਾ ਕੇ, ਉਹਨਾਂ ਨੂੰ ਸੈਲਰੀ ਨਹੀਂ ਮਿਲੀ ਟਾਈਮ ਤੇ, ਤਨਖਾਹ ਨਹੀਂ ਮਿਲੀ, ਘਰ ਪੈਸਾ ਨਹੀਂ ਦੇ ਸਕਦੇ, ਉਹਨਾਂ ਨੇ ਸੁਸਾਈਡ ਕਰ ਲਿਆ। ਇਹੋ ਜਿਹੀ ਵੀ ਸੀਗੀਆਂ ਜਿਹਨਾਂ ਦੇ ਬੱਚੀਆਂ ਦੇਖੋ ਘਰ ਕੋਈ 3-3 ਸਾਲ 5-5 ਸਾਲ ਦੀਆਂ ਬੱਚੀਆਂ ਨੇ, ਉਹਨਾਂ ਦੇ ਘਰ ਇਨਕਮ ਸੋਰਸ ਕੋਈ ਨਹੀਂ ਹੈ। ਸੋ ਉਹ ਫਿਰ ਅਸੀਂ ਸਾਰਾ ਦੇਖ ਕੇ, ਸਾਡੀਆਂ ਟੀਮਾਂ ਜਾਂਦੀਆਂ ਨੇ, ਰਿਪੋਰਟ ਮੈਨੂੰ ਭੇਜ ਦਿੰਦੀਆਂ ਕਿ ਆਹ ਰਿਪੋਰਟ ਹੈ ਫੈਮਿਲੀ ਦੀ, ਆਹ ਅਸਲੀ ਕੰਡੀਸ਼ਨ ਹੈਗੀ। ਫਿਰ ਅਸੀਂ ਉਹਨਾਂ ਨੂੰ ਪੈਨਸ਼ਨ ਲਾ ਦਿੰਦੇ ਹਾਂ, ਕਿਸੇ ਨੂੰ 5,000 ਰੁਪਏ ਮਹੀਨਾ, ਕਿਸੇ ਨੂੰ 10,000 ਰੁਪਏ ਮਹੀਨਾ। ਜੇ ਕੋਈ ਬੱਚੀਆਂ ਵਿਆਹਣ ਵਾਲੀਆਂ ਨੇ ਤੇ ਅਸੀਂ ਉਹ ਵਿਆਹ ਦਿੰਦੇ ਹਾਂ। ਪਲੱਸ ਜਿਹੜੀਆਂ ਬੱਚੀਆਂ ਅਜੇ ਛੋਟੀਆਂ ਨੇ ਉਹਨਾਂ ਵਾਸਤੇ ਫਿਰ ਅਸੀਂ ਇੱਕ ਸਕੀਮ ਸ਼ੁਰੂ ਕੀਤੀ ਟਰਸਟ ਵੱਲੋਂ ਕਿ ਸਪੋਜ਼ ਕਿਸੇ ਦੀਆਂ 3 ਲੜਕੀਆਂ, ਜਿੱਦਾਂ ਸੀਗੀਆਂ ਹੁਸ਼ਿਆਰਪੁਰ 3 ਲੜਕੀਆਂ ਸੀ ਉਹਦੀਆਂ, ਛੋਟੀ ਲੜਕੀ 5 ਸਾਲ ਦੀ ਹੈ ਜੀ, ਫਿਰ ਉਹ 7 ਸਾਲ ਦੀ ਹੈ ਤੇ ਇੱਕ ਲੜਕੀ 13 ਸਾਲ ਦੀ ਸੀ। ਸੋ ਉਹਨਾਂ ਲਈ ਫਿਰ ਆਪਾਂ ਉਹਨਾਂ ਦੇ ਸਾਲ ਦਾ ਪ੍ਰੋਜੈਕਟ ਬਣਾ ਕੇ ਅਸੀਂ ਉਹਨਾਂ ਨੂੰ ਪੈਸੇ, ਜਿੱਦਾਂ ਵੱਡੀ ਲੜਕੀ ਨੂੰ ਆਪਾਂ ਤਕਰੀਬਨ 2.5 ਲੱਖ ਰੁਪਇਆ ਫਿਕਸ ਕਰਾਤਾ 10 ਸਾਲ ਲਈ, ਦੂਸਰੇ ਲਈ ਆਪਾਂ 2 ਲੱਖ ਰੁਪਇਆ ਕਰਾਤਾ, 1.5 ਲੱਖ ਤੀਸਰੀ ਦਾ ਕਰਾਤਾ। ਸੋ ਇੰਨੇ ਪੈਸੇ ਅਸੀਂ ਲੌਂਗ ਟਰਮ ਲਈ ਆਪਾਂ ਡਿਪੋਜ਼ਿਟ ਕਰਾਤੇ ਕਿ ਤਾਂ ਜੋ ਜਦੋਂ ਵਿਆਹ ਦੇ ਲਾਇਕ ਹੋਵੇ ਤੇ ਉਹਨਾਂ ਨੂੰ ਉਨੇ ਪੈਸੇ ਮਿਲ ਜਾਣ ਜਿਹਨਾਂ ਨਾਲ ਉਹਨਾਂ ਦਾ ਲੜਕੀ ਦਾ
ਵਿਆਹ ਕਰ ਸਕਣ। ਸੋ ਇਹ ਜਿਹੜੀ ਸਕੀਮ ਸਾਡੀ ਹੈ ਇਹ ਸਾਰਿਆਂ ਲਈ ਹੈਗੀ ਹੈ। ਇਹ 'ਚ ਆਪਾਂ ਉਹੀ ਗੱਲ ਆ ਗਈ, ਕੋਈ ਮਤਭੇਦ ਨਹੀਂ ਹੈ, ਕੋਈ ਰੰਗ ਰੂਪ ਨਹੀਂ ਦੇਖਿਆ ਜਾਂਦਾ, ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ। ਸਾਡੇ ਕੋਲ ਜਿਹੜਾ ਬੰਦਾ ਆ ਗਿਆ ਤੇ ਜੈਨੂਅਨ ਕੇਸ ਹੈ ਤੇ ਅਸੀਂ ਉਹਦੀ ਹੈਲਪ ਜਿਹੜੀ ਉਹ ਕਰਨੀ ਬਾਕੀ ਐਜੂਕੇਸ਼ਨ ਦਾ ਹੁੰਦਾ, ਜੇ ਉਹਨਾਂ ਦੇ ਬੱਚੇ ਪੜ੍ਹਨ ਵਾਲੇ ਨੇ ਅਸੀਂ ਉਹਨਾਂ ਨੂੰ ਅਡੋਪਟ ਕਰ ਲੈਂਦੇ, ਉਹਨਾਂ ਨੂੰ ਸਾਰਾ ਖਰਚਾ ਜਿਹੜਾ ਟਰਸਟ ਕਰਦਾ ਹੈ। ਸੋ ਇਸ ਤਰੀਕੇ ਨਾਲ ਟਰਸਟ ਦੀਆਂ ਕਾਫੀ ਸਕੀਮਾਂ ਨੇ ਜਿਹੜੀਆਂ ਕਿ ਚੱਲ ਰਹੀਆਂ ਨੇ। ਦੇਖੋ ਹੁਣ ਇਸ ਲਈ ਕੀ ਸੀ ਕਿ ਜਿਹੜਾ ਮੇਰੇ ਦਿਮਾਗ 'ਚ ਇੱਕਦਮ ਆ ਗਈ, ਜਿਸ ਤਰ੍ਹਾਂ ਅਸੀਂ ਬਾਕੀ ਸਾਰੀਆਂ ਅਸੀਂ ਫੈਸਿਲਿਟੀਜ਼ ਦਿੱਤੀਆਂ, ਮੈਡੀਕਲ ਫੈਸਿਲਿਟੀਜ਼ ਦਿੱਤੀਆਂ ਸਾਰੀਆਂ ਨਾ ਜੀ, ਇਹਨਾਂ ਵਿੱਚ ਜਿਹੜਾ ਡਾਇਲਿਸਿਸ ਸੀ ਮੈਂ ਉਹਦੇ ਲਈ ਬਹੁਤ ਵੈਰਿਡ ਸੀ। ਇਹ ਸਾਰਾ ਕੁਝ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀਆਂ ਸੀ ਡਾਇਲਾਈਜ਼ਰ ਕਿੱਟ ਜਿਹੜੀਆਂ ਸੀ ਉਹ ਮੈਂ ਆਰਡਰ ਦੇ ਕੇ ਉਹ ਅਸੀਂ 5000 ਕਿੱਟ ਸਾਡੇ ਕੋਲ ਆ ਗਈ ਸੀ, ਉਹ ਟੋਟਲੀ ਫ੍ਰੀ ਦੇ ਰਹੇ ਆਪਾਂ। ਹੁਣ ਅੱਜ ਦੀ ਡੇਟ ਦੇਖੋ ਜਿਹੜੇ ਸਿਵਲ ਹਸਪੀਟਲ ਸੀ ਉਹਨਾਂ 'ਚ ਡਾਇਲਿਸਿਸ ਬੰਦ ਹੋ ਗਿਆ, ਕੁਛ ਜਿਹੜੇ ਪ੍ਰਾਈਵੇਟ ਹਸਪੀਟਲ ਸੀ ਉਹਨਾਂ ਨੇ ਵੀ ਡਾਇਲਿਸਿਸ ਕਰਨਾ ਬੰਦ ਕਰ ਦਿੱਤਾ। ਇਹ ਸਾਰਾ ਲੋਡ ਜਿਹੜਾ ਸੀ ਫਿਰ ਇੱਧਰ ਆ ਗਿਆ। ਹੁਣ ਸਾਡੇ ਜਿੰਨੇ ਸੈਂਟਰ ਚੱਲ ਰਹੇ ਨੇ ਇੱਕ ਵੀ ਸੈਂਟਰ ਬੰਦ ਨਹੀਂ ਹੋਇਆ, ਬਲਕਿ ਜਿੱਥੇ 2 ਸ਼ਿਫਟਾਂ ਚੱਲਦੀਆਂ ਸੀ ਉਹਨੂੰ 3 ਸ਼ਿਫਟਾਂ ਕਰ ਦਿੱਤੀਆਂ ਗਈਆਂ, ਜਿੱਥੇ 3 ਸ਼ਿਫਟਾਂ ਚੱਲ ਰਹੀਆਂ ਸੀ 4 ਸ਼ਿਫਟਾਂ ਕਰ ਦਿੱਤੀਆਂ ਗਈਆਂ। ਸਿਰਫ ਇਹੀ ਕਾਰਨ ਸੀ ਕਿ ਕਰੋਨਾ ਨਾਲ ਤਾਂ ਜਿਹੜੇ ਬੰਦੇ ਮਰਨੇ ਉਹ ਮਰਨੇ ਹੀ ਨੇ, ਲੇਕਿਨ ਜੇ ਡਾਇਲਿਸਿਸ ਬੰਦ ਹੋ ਗਿਆ, ਜਿਸ ਬੰਦੇ ਨੇ ਹਫ਼ਤੇ 'ਚ 2 ਵਾਰੀ ਡਾਇਲਿਸਿਸ ਕਰਾਉਣਾ ਹੈ, ਅਗਰ ਉਹ 2 ਹਫ਼ਤੇ ਡਾਇਲਿਸਿਸ ਨਾ ਕਰਾ ਪਾਇਆ ਤੇ 100% ਉਹਦੀ ਡੈਥ ਤਾਂ ਹੈਗੀ ਹੈ। ਇਸ ਕਰਕੇ ਟਰਸਟ ਵੱਲੋਂ ਇਹ ਸਟੈਪ ਚੁੱਕਿਆ ਗਿਆ ਸੀ। ਅੱਜ ਵੀ ਸਾਰੀਆਂ ਕਿੱਟਾਂ ਸਾਡੀਆਂ ਫ੍ਰੀ ਜਾ ਰਹੀਆਂ ਨੇ, ਹਰ ਪਾਸੇ ਕਿੱਟਾਂ ਪਈਆਂ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ। ਔਰ ਡਾਇਲਿਸਿਸ ਅਸੀਂ ਬੰਦ ਨਹੀਂ ਕੀਤਾ, ਡਾਇਲਿਸਿਸ ਕੰਟੀਨਿਊ ਰੱਖਿਆ ਹੋਇਆ। ਵੈਰੀ ਗੁੱਡ। ਤੇ ਇਹ ਸਰ ਸਾਰਾ ਕੁਝ ਤੁਹਾਡੀ ਆਪਣੀ ਪਰਸਨਲ ਇਨਕਮ ਚੋਂ ਤੁਸੀਂ ਕਰਦੇ ਹੈਗੇ? ਮੇਰੀ ਕਾਹਦੀ ਹੈ ਜੀ, ਦਿੱਤੀ ਹੈ ਵਾਹਿਗੁਰੂ ਨੇ, ਤੇ ਵਾਹਿਗੁਰੂ ਦਾ ਪੈਸਾ ਹੈ, ਬਸ ਉਹ ਦੇਈ ਜਾ ਅਸੀਂ ਖਰਚੀ ਜਾ ਰਹੇ ਹਾਂ। ਇੱਕ ਅਕਾਊਂਟੈਂਟ ਦਾ ਕੰਮ ਕਰ ਰਿਹਾ ਮੈਂ, ਤਾਂ ਪੈਸਾ ਤਾਂ ਉਹਨੇ ਦੇਣਾ ਜੀ। ਇਹ ਤਾਂ ਸਰ ਤੁਹਾਡੀ ਹਾਂ, ਇਹ ਹੈ ਕਿ ਸਾਡੇ ਕੋਈ ਮੈਂਬਰਸ਼ਿਪ ਫੀਸ ਨਹੀਂ ਹੈ, ਇਹ ਮੈਂ ਫਿਰ ਦੱਸਣਾ ਚਾਹਾਂਗਾ, ਕੋਈ ਮੈਂਬਰਸ਼ਿਪ ਫੀਸ ਨਹੀਂ ਹੈ, ਸਾਰੀ ਟੋਟਲ ਫ੍ਰੀ ਨੇ ਤੇ ਕੋਈ ਰਸੀਦ ਬੁੱਕ ਨਹੀਂ ਹੈ। ਅਸੀਂ ਪੂਰੇ ਵਰਲਡ 'ਚੋਂ ਕੋਈ ਨਹੀਂ ਕਹਿ ਸਕਦਾ ਕਿ ਅਸੀਂ ਕਦੋਂ ਕਲੈਕਸ਼ਨ ਕਰਦੇ ਹਾਂ ਜਾਂ ਫੰਡ ਰੇਜ਼ਿੰਗ ਕਰਦੇ ਹਾਂ ਆਪਾਂ ਕਿਤੋਂ, ਸੋ ਐਸਾ ਕੁਝ ਨਹੀਂ ਹੈ। ਇਹ ਇਨਫੋਰਮੇਸ਼ਨ ਦੇਣੀ ਸਾਨੂੰ ਬਹੁਤ ਜ਼ਰੂਰੀ ਹੈਗੀ, ਕਿਉਂਕਿ ਕਈ ਵਾਰੀ ਲੋਕ ਕੀ ਕਰਦੇ ਕਿਸੇ ਹੋਰ ਦੇ ਨਾਮ ਤੇ ਹੀ ਉਹ ਆਪਣੀ ਫੰਡ ਰੇਜ਼ਿੰਗ ਕਰਨੀ ਜਾਂ ਡੋਨੇਸ਼ਨਸ ਕਲੈਕਟ ਕਰਨੀ ਸ਼ੁਰੂ ਕਰ ਦਿੰਦੇ ਆ। ਸੋ ਇਹ ਵੀ ਗੱਲ ਕਲੀਅਰ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਹਾਂਜੀ, ਕਿਉਂਕਿ ਗਗਨ ਕੀ ਹੋਇਆ ਸੀ ਕੁਝ 3-4 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਨੇਪਾਲ ਦਾ ਸ਼ੁਰੂ ਹੋਇਆ ਸੀ ਤਾਂ ਉਦੋਂ ਇਹਨਾਂ ਨੇ ਫੇਕ ਬਣਾ ਲਿਆ ਸੀ ਜੀ, ਅਕਾਊਂਟ ਬਣਾ ਲਿਆ ਸੀ ਸਰਬਤ ਦੇ ਭਲੇ ਦੇ ਨਾਂ ਦਾ ਉੱਤੇ। ਸਰਬਤ ਦੇ ਭਲੇ ਦੇ ਨਾਂ ਦੇ ਉੱਤੇ ਆਨਲਾਈਨ ਜਿਹੜੀ ਹੈ ਉਹ ਕਲੈਕਸ਼ਨ ਸ਼ੁਰੂ ਹੋ ਗਈ ਸੀ ਜੀ। ਉਦੋਂ ਫਿਰ ਜਾ ਕੇ ਅਮਰੀਕਾ ਜਾ ਕੇ ਇੱਕ ਚੈਨਲ ਤੇ ਸੀ ਆਪਣੇ ਰਿਆੜ ਦੇ ਨਾ, ਆਪਣੇ ਰਿਆੜ ਦਾ ਮੁੱਦਾ ਹੁੰਦਾ ਜਿਹੜਾ, ਉੱਥੇ ਜਾ ਕੇ ਫਿਰ ਮੈਂ ਕਲੀਅਰ ਕੀਤੀ, ਲਾਈਵ ਪ੍ਰੋਗਰਾਮ ਸੀ। ਸੋ ਉੱਥੇ ਫਿਰ ਮੈਂ ਗੱਲਬਾਤ ਕੀਤੀ। ਉੱਥੇ ਜਿਹੜਾ ਬੰਦਾ ਸਾਡੇ ਜਿਹਨੇ ਬਣਾਈ ਸੀ ਉਹ ਬੰਦਾ ਕੁਦਰਤੀ ਲਾਈਨ ਤੇ ਆ ਗਿਆ, ਕਿਉਂਕਿ ਲਾਈਵ ਸੀਗਾ, ਕਾਲਸ ਵੀ ਲੈ ਰਹੇ ਸੀ। ਸੋ ਉੱਥੇ ਸਾਡੀ ਸਿੱਧੀ ਟੱਕਰ ਹੋ ਗਈ। ਫਿਰ ਉੱਥੇ ਫਿਰ ਕਲੀਅਰ ਹੋਇਆ ਤੇ ਲੋਕਾਂ ਨੂੰ ਜਾਗਰੂਕ ਕਰਾਇਆ ਗਿਆ ਕਿ ਤੁਸੀਂ ਜਿਹੜਾ ਸਾਡੇ ਨਾਂ ਤੇ ਪੈਸਾ ਤੁਹਾਡੇ ਤੋਂ ਕੋਈ ਲੈ ਰਿਹਾ ਤੇ ਉਹਨੂੰ ਪੁੱਛੋ ਬਈ ਅਸੀਂ ਪੈਸਾ ਨਹੀਂ ਲੈ ਰਹੇ ਕੋਈ ਵੀ। तो गल्लां क्लीयर होईयां ते ਉਹ ਜਿਹੜੀ ਕਲੈਕਸ਼ਨ ਹੁੰਦੀ ਸੀ ਉਹ ਤਕਰੀਬਨ ਆਲਮੋਸਟ ਉਹ ਬੰਦ ਹੋ ਗਈ। ਇਸ ਕਰਕੇ ਹਰ ਇੰਟਰਵਿਊ 'ਚ ਮੈਂ ਜ਼ਰੂਰ ਕਹਿੰਦਾ ਹੁੰਦਾ ਕਿ ਅਸੀਂ ਕਲੈਕਸ਼ਨ ਨਹੀਂ ਕਰਦੇ, ਸਾਡੇ ਨਾਂ ਤੇ ਕਿਸੇ ਨੂੰ ਵੀ ਕੋਈ ਬੰਦਾ ਸਾਡੇ ਨਾਂ ਤੇ ਪੈਸਾ ਨਾ ਦੇਵੇ, ਕਿਉਂਕਿ ਅਸੀਂ ਪੈਸਾ ਲੈਂਦੇ ਹੀ ਨਹੀਂ ਹਾਂ। ਤੁਸੀਂ ਸਿਰਫ ਬਹੁਤ ਜ਼ਰੂਰੀ ਹੈ। ਤੁਸੀਂ ਇਹ ਚਾਹੁੰਦੇ ਹੋ ਕਿ ਜਸਟ ਇਨ ਕੇਸ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਦੇ ਕੈਨ ਅਪਰੋਚ ਯੂ, ਤੁਸੀਂ ਵੋਲੰਟੀਅਰਸ ਚਾਹੁੰਦੇ ਹੋ ਬਟ ਯੂ ਆਰ ਨਾਟ ਐਕਸੈਪਟਿੰਗ ਮਨੀ ਫਰਮ ਐਨੀਵਨ। ਨਹੀਂ, ਦੋ ਗੱਲਾਂ ਨੇ ਜੀ ਇੱਥੇ। ਸਟਾਰਟਿੰਗ ਵਿੱਚ ਸੀ ਕਿਉਂਕਿ ਮੈਂ ਤਾਂ ਸ਼ੁਰੂ ਤੋਂ ਕਿਹਾ ਕਿ ਅਸੀਂ ਕਲੈਕਸ਼ਨ ਨਹੀਂ ਲੈਣੀ, ਪੈਸਾ ਕੋਈ ਨਹੀਂ ਲੈਣਾ, ਸਾਡੀ ਕੋਈ ਫੰਡ ਰੇਜ਼ਿੰਗ ਨਹੀਂ ਹੈ। ਹਾਲਾਂਕਿ ਜਦੋਂ ਮੈਂ ਕੈਲੀਫੋਰਨੀਆ ਜਾਂਦਾ ਜਾਂ ਉੱਧਰ ਸਾਡੇ ਕੈਨੇਡਾ ਵਗੈਰਾ ਜਾਂਦਾ ਤੇ ਕਰੋੜਾਂ ਰੁਪਇਆ ਲੋਕੀ ਇਕੱਠਾ ਕਰ ਲੈਂਦੇ ਨੇ। ਜਦੋਂ ਫਸਟ ਟਾਈਮ ਗਿਆ ਸੀ ਮੈਨੂੰ ਯਾਦ ਹੈ ਕੈਲੀਫੋਰਨੀਆ 'ਚ ਰੰਧਾਵਾ ਸਾਹਿਬ ਦੇ ਗਏ, ਉੱਥੇ ਕੋਈ ਬਹੁਤ ਸ਼ਾਰਟ ਜਿਹਾ ਟਾਈਮ ਸੀ ਔਰ ਤਕਰੀਬਨ 100 ਦੇ ਕਰੀਬ ਬੰਦਾ ਆ ਗਿਆ ਸੀ। ਹਰ ਬੰਦੇ ਨੇ ਜਿਹੜਾ ਸੀ ਕਿਸੇ ਨੇ 2000, ਕਿਸੇ ਨੇ 5000, ਕਿਸੇ ਨੇ $10,000 ਦਾ ਚੈੱਕ ਨਾਲ ਲੈ ਕੇ ਆਏ ਸੀ ਕਿ ਉਹਨੂੰ ਪਤਾ ਸੀ ਕਿ ਜਦੋਂ ਜਾਂਦਾ ਕੋਈ ਤੇ ਫੰਡ ਰੇਜ਼ਿੰਗ ਹੀ ਹੁੰਦੀ ਹੈ। ਉਹਨਾਂ ਨੇ ਵੀ ਆ ਕੇ ਚੈੱਕ, ਫਿਰ ਮੈਂ ਦੱਸਿਆ ਯਾਰ ਨਾ ਤਾਂ ਮੈਂ ਪੋਲੀਟੀਕਲ ਬੰਦਾ, ਨਾ ਮੈਂ ਪਾਰਟੀ ਫੰਡ ਲੈਣ ਆਇਆ, ਨਾ ਮੈਂ ਸਰਬਤ ਦੇ ਭਲੇ ਲਈ ਕੁਝ ਲੈਣ ਆਇਆ। ਮੈਂ ਤਾਂ ਤੁਹਾਨੂੰ ਅਵੇਅਰ ਕਰਨ ਆਇਆ ਕਿ ਦੇਖੋ ਅਸੀਂ ਅਗਰ ਇਹ ਕੰਮ ਕਰ ਰਹੇ ਹਾਂ ਤੇ ਤੁਸੀਂ ਵੀ ਪਿੱਛੇ ਨੂੰ ਝਾਤ ਮਾਰੋ ਆਪਣੇ ਪਿੰਡਾਂ ਵਿੱਚ ਜਿੱਥੋਂ ਤੁਸੀਂ ਆਏ ਹੈਗੇ ਹੋ, ਤੇ ਤੁਸੀਂ ਆਪਾਂ ਰਲ ਕੇ ਕਰ ਸਕਦੇ ਹਾਂ। ਪੈਸਾ ਨਹੀਂ ਲਿਆ, ਪੈਸਾ ਤਾਂ ਮੈਨੂੰ ਇਕੱਠਾ ਹੋਇਆ ਕਈ ਕਰੋੜਾਂ ਹੁੰਦਾ ਇਕੱਠਾ, ਲੇਕਿਨ ਪੈਸਾ ਮੈਂ ਕਿਹਾ ਆਪਣੇ ਕੋਲ ਰੱਖੋ, ਆਪਣੇ ਹੱਥ ਹੀ ਕਰ ਜਾਓ। ਫਿਰ ਉਹਨਾਂ ਨੂੰ ਸਮਝਾਇਆ, ਕਈ ਵਾਰ ਜਾਣ ਤੋਂ ਬਾਅਦ ਉਹਦੇ ਬੜੇ ਅੱਛੇ ਰਿਜ਼ਲਟ ਸਾਡੇ ਸਾਹਮਣੇ ਆਏ। ਜਿਸ ਤਰ੍ਹਾਂ ਕਿ ਪਿੱਛੇ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਜਿਹਨਾਂ 'ਚ ਅਸੀਂ 1400 ਦੇ ਕਰੀਬ ਅਸੀਂ ਜਿਹੜੇ ਗੌਰਮੈਂਟ ਸਕੂਲ ਕਵਰ ਕੀਤੇ, ਜਿੱਥੇ ਕਿ ਅਸੀਂ ਠੰਡਾ ਪਾਣੀ ਜਿਹੜਾ ਸੀ ਮਤਲਬ ਸਾਫ਼ ਸੁਥਰਾ ਪਾਣੀ ਲਾਉਣ ਲਈ ਸੀ RO ਲਗਾਏ, ਸਾਰਾ ਬਾਰਡਰ ਏਰੀਆ ਕਵਰ ਕੀਤਾ। ਉਦੋਂ ਮੈਂ ਦੱਸਿਆ, ਮੈਂ ਕਿਹਾ ਆਪਣੇ ਪਿੰਡ ਵਿੱਚ ਤੁਹਾਡੇ ਕੀ ਹੈ, ਇੱਕ ਸਕੂਲ ਹੈ ਜਾਂ ਦੋ ਸਕੂਲ ਹੈ, 1000-1500 ਰੁਪਏ ਜੇ ਇੱਕ RO ਸਿਸਟਮ ਲੱਗ ਜਾਂਦਾ, ਤੁਸੀਂ ਆਪਣੇ ਨਾਂ ਤੇ ਲਵਾਓ ਉੱਥੇ। ਉਹ ਗੱਲ ਬੜੀ ਅੱਛੀ ਰਹੀ। ਉਹਨਾਂ ਨੇ ਕਈ ਸੈਂਕੜੇ ਜਿਹੜੇ RO 200-300 ਜਿਹੜਾ RO ਸੀ ਤਕਰੀਬਨ, ਉਹ ਬਾਹਰ ਜਿੰਨੇ NRI ਬੈਠੇ ਉਹਨਾਂ ਨੇ ਆਪਣੇ ਆਪਣੇ ਪਿੰਡਾਂ 'ਚ ਲਵਾ ਦਿੱਤੇ ਆ। ਡਾਇਲਿਸਿਸ ਯੂਨਿਟ ਲਵਾਉਣੇ ਸੀਗੇ, ਉੱਥੋਂ ਡਾਇਲਿਸਿਸ ਯੂਨਿਟ ਵੀ ਲੋਕਾਂ ਨੇ ਲਵਾਤੇ।
ਐਂਬੂਲੈਂਸਾਂ ਦਿੰਦੇ ਆ ਅਸੀਂ, ਐਂਬੂਲੈਂਸ ਵੀ ਦੇਤੀ, ਸ਼ਵ ਵੈਨ ਹੈਗੀ, ਸ਼ਵ ਵੈਨ ਵੀ ਦੇਤੀ ਡੋਨੇਟ। ਇੱਕ ਰਸਤਾ ਮਿਲ ਗਿਆ ਉਹਨਾਂ ਨੂੰ, ਰਸਤਾ ਦੱਸਤਾ। ਮੈਂ ਕਿਹਾ ਜਿੱਦਾਂ ਹੁਣ ਇੱਕ ਐਂਬੂਲੈਂਸ ਲੈਣੀ ਹੈ, ਇਸ ਕੰਪਨੀ ਤੋਂ ਐਂਬੂਲੈਂਸ ਆਣੀ ਹੈ, ਉਹਦੀ ਕੋਟੇਸ਼ਨ ਸਿੱਧੀ ਤੁਹਾਡੇ ਨਾਂ ਤੇ ਆ ਗਈ, ਤੁਸੀਂ ਪੇਮੈਂਟ ਕੰਪਨੀ ਨੂੰ ਦੇ ਦਿਓ। ਤੁਸੀਂ ਪੇਮੈਂਟ ਕੰਪਨੀ ਨੂੰ ਦੇ ਦਿੱਤੀ, ਐਂਬੂਲੈਂਸ ਸਾਡੇ ਕੋਲ ਆ ਗਈ, ਅਸੀਂ ਤਿਆਰ ਕਰ ਲਈ, ਜਿੱਥੇ ਦੇਣੀ ਅਸੀਂ ਉੱਥੇ ਤੁਹਾਡੇ ਫੈਮਿਲੀ ਦੇ ਬੰਦੇ ਬੁਲਾਏ, ਉੱਥੇ ਆਪੇ ਚਾਬੀਆਂ ਜਿਹੜੀਆਂ ਤੁਹਾਡੇ ਫੈਮਿਲੀ ਦੇ ਮੈਂਬਰ ਕੋਲੋਂ ਅਸੀਂ ਉਸ ਹਸਪੀਟਲ ਨੂੰ ਜਾਂ ਸੰਸਥਾ ਜਿਹਨੂੰ ਦੇਣੀ ਹੈ, ਉਹ ਐਂਬੂਲੈਂਸ ਤੁਹਾਡੇ ਹੱਥੋਂ ਦਵਾਤੀ, ਉਹ ਡਾਇਰੈਕਟ ਦਾਨ ਹੋ ਗਿਆ। ਤੁਹਾਨੂੰ ਪਤਾ ਵੀ ਤੁਸੀਂ ਜੇ ਕੋਈ ਪੈਸਾ ਦਿੱਤਾ, ਤੁਸੀਂ ਕਿਤੇ ਕਿਸੇ ਨੂੰ ਅੱਖਾਂ ਬੰਦ ਕਰਕੇ ਦਾਨ ਨਹੀਂ ਕੀਤਾ, ਤੁਸੀਂ ਅੱਖਾਂ ਖੋਲ ਕੇ ਦਾਨ ਕੀਤਾ, ਤੁਹਾਨੂੰ ਪਤਾ ਤੁਹਾਡਾ ਪੈਸਾ ਕਿੱਥੇ ਲੱਗਾ। ਸੋ ਇਸੇ ਤਰੀਕੇ ਨਾਲ ਮੈਂ ਸਪਾਂਸਰਸ਼ਿਪ ਲੈਣੀ ਸ਼ੁਰੂ ਕੀਤੀਆਂ। ਡਾਇਰੈਕਟ ਪੈਸਾ ਕੋਈ ਨਹੀਂ ਲਿਆ ਮੈਂ, ਲੇਕਿਨ ਇਹ ਹੈ ਕਿ ਉਹਨਾਂ ਦਾ ਪੈਸਾ ਲਵਾ ਦਿੱਤਾ ਵੀ ਤੁਸੀਂ ਡਾਇਰੈਕਟ ਉਹਨਾਂ ਨੂੰ ਗਾਈਡ ਕਰ ਦਿੱਤਾ ਕਿ ਕਿਸ ਥਾਂ ਤੇ ਕਿਵੇਂ ਉਹ ਤੁਹਾਨੂੰ, ਬਿਕੋਜ਼ ਤੁਸੀਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ, ਤੁਹਾਨੂੰ ਪਤਾ ਹੈ ਕਿੱਥੇ ਜ਼ਰੂਰਤ ਹੈ, ਤੁਸੀਂ ਉਹਨਾਂ ਨੂੰ ਗਾਈਡ ਕਰ ਦਿੱਤਾ ਕਿ ਵੀ ਕਿਸ ਥਾਂ ਤੇ ਕਿੱਥੇ ਹੈ। ਹਾਂਜੀ, ਜ਼ਰੂਰਤ ਵੀ ਕਿੱਥੇ ਹੈ। ਔਰ ਦੂਸਰਾ ਸਾਡੇ ਪ੍ਰਾਈਸ ਬੜੇ ਵਧੀਆ ਹੁੰਦੇ ਆ ਕਿ ਅਸੀਂ ਨੈਗੋਸ਼ੀਏਟ ਕਰਕੇ ਨਾ, ਕਿਉਂਕਿ ਕੁਆਂਟੀਟੀ ਸਾਡੀ ਵੱਡੀ ਹੁੰਦੀ ਹੈ। ਅਸੀਂ ਕੋਈ ਵੀ ਚੀਜ਼ ਲੈਣੀ ਹੈ ਤੇ ਲੱਖਾਂ ਦੀ ਗਿਣਤੀ 'ਚ ਲੈਣੀ ਹੈ ਤੇ ਪ੍ਰਾਈਸ ਉਹਨਾਂ ਨੂੰ ਘੱਟ ਕਰਨਾ ਹੀ ਪੈਂਦਾ ਸਾਡਾ। ਸੋ ਇਸ ਤਰੀਕੇ ਨਾਲ ਅੱਛੇ ਮਿਲ ਗਿਆ। ਹੁਣ ਕੈਂਪ ਲਾਉਂਦੇ ਸੀ ਸਾਰੇ ਅੱਖਾਂ ਦੇ, NRI ਸਾਡੇ ਸਾਰੇ ਕਿਤੋਂ ਵੀ ਆਉਣ ਜੀ, ਉਹਨਾਂ ਨੇ ਆ ਕੇ ਆਪਣੇ ਪਿੰਡ 'ਚ ਕੈਂਪ ਸਾਲ 'ਚ ਇੱਕ ਲਾਣਾ ਹੁੰਦਾ। ਲੇਕਿਨ ਉਹਨਾਂ ਦਾ ਕੈਂਪ ਲਾਉਣ ਦਾ ਤਰੀਕਾ ਕੀ ਸੀ ਕਿ ਮੈਂ ਆਪਣੇ ਪਿੰਡ 'ਚ ਕੈਂਪ ਲਾਤਾ, ਮੈਂ ਕਿਹਾ ਯਾਰ ਕਿੰਨਾ ਘੱਟ ਹੋਇਆ, ਕਿੰਨੇ ਕੀਤੇ, ਕਹਿੰਦੇ ਜੀ ਆਪਾਂ 15 ਆਪਰੇਸ਼ਨ ਕਰਾ ਦਿੱਤੇ, ਬਸ ਗੱਲ ਖਤਮ ਹੋ ਗਈ। ਮੈਂ ਕਿਹਾ ਯਾਰ ਜੀ 15 ਆਪਰੇਸ਼ਨ ਨਾ ਕਰਾਓ, ਤੁਸੀਂ ਅਰੇਂਜਮੈਂਟ ਉਨੇ ਹੀ ਕਰਨੇ ਆ, ਪਬਲਿਕ ਵੀ ਇਕੱਠੀ ਹੋਣੀ ਹੈ, ਅਨਾਉਂਸਮੈਂਟ ਵੀ ਕਰਨੀ ਹੈ, ਡਾਕਟਰ ਵੀ ਆਣੇ ਤੁਹਾਡੇ ਉੱਤੇ, ਤੇ ਆਪਾਂ ਲਾਗੇ ਦੇ ਜਿਹੜੇ 10-12 ਪਿੰਡ ਇਕੱਠੇ ਕਰੋ, ਅਨਾਉਂਸਮੈਂਟ ਹੋਈ ਹੋਵੇ, ਜਿੱਥੇ ਤੁਹਾਡੇ ਕੋਲ OPD 70-80 ਦੀ ਹੋ ਰਹੀ ਹੈ, ਤੁਸੀਂ 15 ਆਪਰੇਸ਼ਨ ਕਰ ਰਹੇ ਹੋ, ਉੱਥੇ OPD ਹੋਵੇ 800-900 ਦੀ, 1000 ਦੀ। ਡਾਕਟਰ ਵੀ ਆਉਣ, ਟਾਈਮ ਵੀ ਅਸੀਂ ਖਰਾਬ ਕਰੀਏ, ਇੰਨਾ ਟਾਈਮ ਖਰਾਬ ਹੀ ਕਰਦੇ ਨਾ ਅਸੀਂ, ਤੇ ਕਿਉਂ ਨਾ ਉਹਦਾ ਅਸੀਂ ਫਾਇਦਾ ਉਠਾਈਏ। ਫਿਰ ਮੈਂ ਕਿਹਾ ਆਪਰੇਸ਼ਨ ਆਣਗੇ, ਉਹਨਾਂ 'ਚ 200-250 ਆਪਰੇਸ਼ਨ ਆ ਜਾਏਗਾ, ਤੁਸੀਂ ਜਿੰਨੇ ਦੇਣੇ ਦੇ ਦਿਓ, ਬਾਕੀ ਟਰਸਟ ਪਾ ਦੇਗਾ। ਉਹ ਫਿਰ ਗੱਲ ਪੈ ਗਈ ਸਾਰਿਆਂ ਦਿਮਾਗ 'ਚ। ਹੁਣ ਜਿੰਨੇ ਵੀ ਬਾਹਰੋਂ NRI ਆਉਂਦੇ ਨੇ ਨਾ ਜੀ, ਉਹ ਟਰਸਟ ਨੂੰ ਅਪਰੋਚ ਕਰਦੇ ਆ ਕਿ ਅਸੀਂ ਇੱਥੇ ਹੁਣ ਅਸੀਂ ਕੈਂਪ ਲਾਉਣਾ ਚਾਹੁੰਦੇ ਹਾਂ। ਉਹ ਪਰਮਾਨੈਂਟ ਹੋ ਗਿਆ, ਉਹਨਾਂ ਨੇ ਸਾਲ 'ਚ ਕਰਾਉਣਾ, ਤੇ ਸਾਡੇ ਵੱਲੋਂ ਕੈਂਪ ਸ਼ੁਰੂ ਹੋ ਗਏ। ਉਹਨਾਂ 'ਚ ਹੁੰਦਾ ਕਿ 15-20% ਜਿਹੜੀ ਹੈ ਉਹ ਪ੍ਰਾਈਸ ਉਹਨਾਂ ਨੇ ਦੇਣੀ ਹੈ, ਬਾਕੀ ਜਿੰਨਾ ਫਾਲਤੂ ਹੈਗਾ ਫਾਲਤੂ ਸਾਡਾ ਟਰਸਟ ਪਾ ਦਿੰਦਾ ਹੈ। ਲੇਕਿਨ ਕੈਂਪ ਬੜਾ ਜਿਹੜਾ ਨਾ ਜੀ, ਉਹ ਇੱਕੋ ਕੈਂਪ ਜਿਹੜਾ ਉਹ ਧੁੰਮਾਂ ਨਾਲ ਲੱਗਦਾ ਕਿ ਹਾਂ ਯਾਰ 200-250 ਆਪਰੇਸ਼ਨ ਵੀ ਹੋ ਗਿਆ। ਇਸੇ ਤਰ੍ਹਾਂ ਕੰਟਰੋਲ ਕਰਾਂਗੇ। ਅਗਰ ਅਸੀਂ 5 ਬੰਦਿਆਂ ਤੇ 10 ਬੰਦਿਆਂ ਦੇ ਸੀਮਤ ਰਹਿ ਗਏ, ਉਹ ਗੱਲ ਨਹੀਂ ਸੀ। ਇਹ ਚੀਜ਼ਾਂ ਜਿਹੜੀਆਂ ਇਹ ਅਵੇਅਰ ਨਹੀਂ ਸੀ ਲੋਕੀ, ਉਹਨਾਂ ਨੂੰ ਅਵੇਅਰ ਕੀਤਾ ਗਿਆ ਤੇ ਬੜਾ ਸਾਨੂੰ ਫਾਇਦਾ ਵੀ ਹੋਇਆ। ਲੋਕੀ ਸਮਝਦੇ ਆ, ਲੋਕਾਂ ਨੂੰ ਇੱਕ ਤਸੱਲੀ ਵੀ ਹੈ ਕਿ ਜੇ ਅਸੀਂ ਪੈਸਾ ਸਰਬੱਤ ਦੇ ਭਲੇ ਦੇ ਨਾਲ ਮਿਲ ਕੇ ਲਗਾ ਰਹੇ ਹਾਂ ਤੇ ਉਹ ਪੈਸਾ ਕਿਤੇ ਗਲਤ ਨਹੀਂ ਜਾਏਗਾ। ਜੈਨੂਇਨਨੈਸ ਦੇ ਬਾਰੇ ਸਾਰਿਆਂ ਨੂੰ ਸਾਨੂੰ ਪਤਾ ਹੈ। ਹਾਂ, ਜੈਨੂਇਨਨੈਸ ਸਾਨੂੰ ਜੈਨੂਇਨਨੈਸ ਬਾਰੇ ਪਤਾ ਹੈ ਕਿ ਇਹ ਬਿਲਕੁਲ ਟਰਸਟੇਬਲ ਟਰਸਟ ਹੈਗਾ ਕਿ ਜਿਹਦੇ ਤੇ ਅਸੀਂ ਅੱਖਾਂ ਬੰਦ ਕਰਕੇ ਵੀ ਬਲਾਈਂਡ ਫੇਥ ਕਰ ਸਕਦੇ ਹਾਂ ਕਿ ਵੀ ਇਹ ਬਿਲਕੁਲ ਜੋ ਵੀ ਮਨੀ ਹੋਏਗੀ ਇਸ ਬਿਲਕੁਲ ਸਹੀ ਤਰੀਕੇ ਨਾਲ ਹੀ ਹੋਏਗੀ। ਬਿਲਕੁਲ ਉਸੇ ਰਸਤੇ ਲੱਗੇਗਾ ਜਿੱਥੇ ਲੱਗਣਾ ਚਾਹੀਦਾ। ਹੁਣ ਪਿੱਛੇ ਜੇ ਬੱਚੇ ਸੀਗੇ, ਦੇਖੋ ਜੀ ਅਸੀਂ ਬੱਚੇ ਅਡੋਪਟ ਕੀਤੇ ਹੋਏ ਨੇ ਕਾਫੀ, ਮੇਰੇ ਕੋਲ ਤਕਰੀਬਨ ਕੋਈ 9000 ਤੋਂ ਉੱਤੇ ਬੱਚਾ ਅਡੋਪਟ ਕੀਤਾ ਹੋਇਆ ਮੈਂ। ਅੱਛਾ ਜੀ, ਓਕੇ। ਹਰ ਕਾਲਜ ਦਾ, ਹਰ ਯੂਨੀਵਰਸਿਟੀ, ਚਾਹੇ ਉਹ ਪੰਜਾਬ ਯੂਨੀਵਰਸਿਟੀ ਹੈ, ਚਾਹੇ ਪੰਜਾਬੀ ਯੂਨੀਵਰਸਿਟੀ, ਕੋਈ ਵੀ ਹੈ, ਇਹਨਾਂ ਸਾਰਿਆਂ 'ਚ ਅਸੀਂ ਹਰ ਸਾਲ ਜਿਹੜਾ 100 ਬੱਚਾ ਅਸੀਂ ਅਡੋਪਟ ਕਰਦੇ ਹਾਂ ਜੀ ਹਰ ਸਾਲ। ਓਕੇ, ਉਹਨਾਂ ਦੀਆਂ ਫੀਸਿਸ ਜਿਹੜੀਆਂ ਹੈਗੀਆਂ, ਉਹ ਫੀਸਿਸ ਜਿਹੜੀਆਂ ਸਾਡਾ ਟਰਸਟ ਦਿੰਦਾ। ਪਲੱਸ ਜਿੰਨੇ ਵੀ ਸਾਡੇ ਬੱਚੇ ਨੇ, ਸਾਡਾ ਇੱਕ ਅਸੀਂ ਬਣਾਇਆ ਹੋਇਆ ਕਿ ਇੰਨੇ % ਨੰਬਰ ਚਾਹੀਦੇ ਨੇ ਤੇ ਫਾਈਨੈਂਸ਼ੀਅਲ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਫੈਮਿਲੀ ਦੀ, ਉਹ ਸਭ ਦੇਖਣੀ ਪੈਂਦੀ ਹੈ। ਸਾਡੀ ਕਮੇਟੀਆਂ ਬੈਠੀਆਂ ਪੂਰੀਆਂ ਤੇ ਉਹ ਸਾਰਾ ਦੇਖ ਲੈਂਦੀਆਂ ਵੀ ਕਿਹਨੂੰ ਕਿੰਨੇ % ਅਸੀਂ ਦੇਣੇ ਆ। 20% ਅਸੀਂ ਹੈਲਪ ਕਰਨੀ ਹੈ ਟੋਟਲ ਦੀ, 25 ਕਰਨੀ ਹੈ, 50 ਕਰਨੀ, 75, ਜਾਂ ਕਈਆਂ ਦੀ ਅਸੀਂ 100% ਵੀ ਕਰਨੀ ਹੁੰਦੀ ਹੈ। ਸੋ ਉਹ ਤਕਰੀਬਨ 85% ਉੱਤੇ ਮਾਰਕਸ ਚਾਹੀਦੇ ਆ। ਲੇਕਿਨ ਇੱਕ ਅਸੀਂ ਫ੍ਰੀ ਰੱਖਿਆ ਹੋਇਆ ਕਿ ਕੋਈ ਵੀ ਬੱਚਾ ਜਿਹੜਾ, ਚਾਹੇ ਉਹਦੇ ਜਿਹੜੇ ਸਿੰਗਲ ਪੇਰੈਂਟਸ ਜਾਂ ਪੇਰੈਂਟਸ ਲੈਸ ਬੱਚਾ, ਸੋ ਉਹਦੇ ਲਈ ਅਸੀਂ ਕੋਈ ਸਾਡੀ ਕੰਡੀਸ਼ਨ ਨਹੀਂ ਹੈਗੀ, ਕੋਈ ਨੰਬਰ ਨਹੀਂ ਹੈਗੇ। ਉਹ ਅਸੀਂ 100% ਫੀਸ ਵੀ ਦਿੰਦੇ ਹਾਂ ਉਹਦੀ, ਤੇ ਨੰਬਰ ਵੀ ਨਹੀਂ ਆਪਾਂ ਦੇਖਦੇ। ਤੇ ਉਹਨਾਂ ਦੀ ਗਿਣਤੀ ਜਿਹੜੀ ਇਸ ਲਈ ਕਾਫੀ ਵੱਧਦੀ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਬਹੁਤ ਲੋੜ ਹੈ, ਜਿਨ੍ਹਾਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਨਹੀਂ ਹੈ। ਸੋ ਉਹਨਾਂ ਦੀ ਬਾਤ ਸਾਨੂੰ ਫੜਨਾ ਸਾਡਾ ਫਰਜ਼ ਬਣਦਾ ਹੈ। ਦੂਸਰਾ, ਮੈਂ ਜਿਹੜੇ ਬਾਹਰ ਸਾਡੇ ਕੰਟਰੀਜ਼ ਮੈਂ ਕਾਫੀ ਘੁੰਮਦਾ ਮੈਂ, ਤੇ ਉਹਨਾਂ ਨੇ ਕਿਹਾ, ਮੈਂ ਕਿਹਾ ਤੁਸੀਂ ਯਾਰ ਬੱਚੇ ਅਡੋਪਟ ਕਰੋ। ਸਾਡੇ ਕੋਲ ਕੋਈ ਇੰਜੀਨੀਅਰ ਬਣ ਰਹੇ ਨੇ ਲੜਕੀਆਂ, ਸਾਡੀਆਂ ਲੜਕੀਆਂ ਡਾਕਟਰ ਬਣ ਰਹੀਆਂ ਨੇ, ਲੇਕਿਨ ਫੈਮਿਲੀ ਤਾਂ ਉਹਨਾਂ ਦੇ ਕੋਈ ਧੋਬੀ ਹੈ, ਕੋਈ ਨਾਈ ਹੈ, ਕੋਈ ਮੋਚੀ ਆ, ਉਹਨਾਂ ਦੀਆਂ ਬੱਚੀਆਂ ਨੇ। ਨੰਬਰ ਉਹਨਾਂ ਦੇਖੋਗੇ ਤੇ 97, 98, 99% ਮਾਰਕਸ ਲੈ ਕੇ +2 ਜੋ ਪਾਸ ਤੇ ਉਹੀ ਬੱਚੇ ਪੜ੍ਹਨ ਵਾਲੇ ਆ। ਸੋ ਅਸੀਂ ਉਹ ਫਿਰ ਬੱਚੇ ਅਡੋਪਟ ਕਰਵਾਏ। ਲੇਕਿਨ ਉਹ ਜਿਹੜੇ ਬੱਚੇ ਅਡੋਪਟ ਕਰਾਏ ਕਿ ਤੁਸੀਂ ਉਹਨਾਂ ਨੂੰ ਨੰਬਰ ਦਿੱਤਾ ਲੜਕੀ ਦਾ ਵੀ ਆਹ ਲੜਕੀ ਡਾਕਟਰੀ ਕਰ ਰਹੀ ਹੈ ਭਾਈ, ਇੰਨੀ ਫੀਸ ਹੈ ਉਹਦੀ, ਤੁਸੀਂ ਫੀਸ ਲੜਕੀ ਨੂੰ ਨਹੀਂ ਭੇਜਣੀ, ਤੁਸੀਂ ਸਿੱਧੀ ਭੇਜਣੀ ਹੈ ਇੰਸਟੀਚਿਊਟ ਨੂੰ, ਕਾਲਜ ਨੂੰ ਫੀਸ ਭੇਜਣੀ ਹੈ, ਜਾਂ ਅਸੀਂ ਉੱਥੇ ਭੇਜਣੀ ਫੀਸ। ਬੱਚੇ ਨੂੰ ਤੁਸੀਂ ਫੋਨ 'ਤੇ ਗੱਲਬਾਤ ਕਰੋ। ਅਗਰ ਇੰਡੀਆ ਆਉਂਦੇ ਤਾਂ ਬੱਚੇ ਨੂੰ ਮਿਲੋ ਜ਼ਰੂਰ। ਕਮ ਸੇ ਕਮ ਇਹ ਹੈ ਕਿ ਤੁਹਾਡੇ ਮਨ ਨੂੰ ਤਸੱਲੀ ਹੈ ਕਿ ਤੁਸੀਂ ਜਿੱਥੇ ਪੈਸਾ ਲਗਾ ਰਹੇ ਹੋ ਨਾ ਜੀ,
ਤੁਹਾਡੇ ਹੱਥੀ ਤੁਸੀਂ ਕਿਸੇ ਬੱਚੇ ਨੂੰ ਡਾਕਟਰ ਬਣਾ ਰਹੇ ਹੋ। ਬੱਚੇ ਦਿਮਾਗ 'ਚ ਇਹ ਹੋਣੀ ਹੈ ਕਿ ਦੇਖੋ ਮੇਰਾ ਇੱਕ ਤਾਂ ਫਾਦਰ ਹੈ ਜਿਹਨੇ ਮੈਨੂੰ ਜਨਮ ਦਿੱਤਾ, ਖਾਣਾ ਪਾਣੀ ਦਿੱਤਾ, ਇੱਥੋਂ ਤੱਕ ਮੈਨੂੰ ਪੜਾਇਆ, ਲੇਕਿਨ ਅੱਗੇ ਉਹਦੀ ਹਸੀਅਤ ਨਹੀਂ ਹੈ ਸਾਨੂੰ ਪੜਾ ਸਕਣ। ਸੋ ਉਹਦੇ ਵਿੱਚ ਜਿਹੜਾ ਕੀ ਹੈ ਕਿ ਉਹ ਸਾਡਾ ਸੈਕੰਡ ਫਾਦਰ ਸਾਡਾ ਜਿਹੜਾ ਉਹ ਇਹ ਹੈ ਜਿਹੜਾ ਸਾਨੂੰ ਹੁਣ ਹਾਇਰ ਐਜੂਕੇਸ਼ਨ ਦੇ ਰਿਹਾ ਹੈ। ਸੋ ਦੋਨਾਂ ਨੂੰ ਤਸੱਲੀ ਹੈ ਕਿ ਜਦੋਂ ਬੱਚਾ ਪੜ੍ਹਦਾ ਬੱਚਾ, ਲੇਕਿਨ ਇਹ ਜਿਹੜੀ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੀ ਫੀਸਿਸ ਵਗੈਰਾ ਖਾਸ ਨੇ ਨਾ, ਇਹ ਅਸੀਂ ਥਰੂ ਟਰਸਟ ਕਰਦੇ ਹਾਂ। ਉਹ ਇਸ ਕਰਕੇ ਕਰਦੇ ਹਾਂ, ਇੰਜੀਨੀਅਰਿੰਗ 4 ਸਾਲ ਦੀ ਹੈ, 2 ਸਾਲ ਤੋਂ ਉਸ ਬੰਦੇ ਨੇ ਪੈਸੇ ਦਿੱਤੇ, ਫੀਸਿਸ ਦਿੱਤੀਆਂ। 3rd ਈਅਰ ਅਗਰ ਉਹ ਅਸੀਂ ਪੋਜੀਸ਼ਨ 'ਚ ਹੈ ਕਿ ਜਿੱਦਾਂ ਹੁਣ ਦੇਖੋ ਹੁਣ ਇਸ ਲਈ ਮਾਹੌਲ ਹੈ, ਹੁਣ ਜਿਨ੍ਹਾਂ ਨੇ ਅਡਾਪਟ ਕੀਤੇ ਸੀ ਬੱਚੇ, ਜ਼ਰੂਰੀ ਨਹੀਂ ਕਿ ਉਹ ਇਹ ਸਾਲ ਵੀ ਉਹਦੀਆਂ ਫੀਸਾਂ ਦੇ ਸਕਣਗੇ, ਰੁਕਾਵਟ ਪੈ ਗਈ। ਇਸ ਕਰਕੇ ਇਹ ਅਸੀਂ ਆਪਣੇ ਟਰਸਟ ਦੇ ਥਰੂ ਕਰਦੇ ਹਾਂ ਕਿ ਅਗਰ ਉਹ ਨਹੀਂ ਵੀ ਦਿੰਦੇ ਤੇ ਟਰਸਟ ਉਹਦੀ ਫੀਸ ਜਿਹੜੀ ਉਹ ਟਾਈਮ ਤੇ ਜਮ੍ਹਾਂ ਕਰਾ ਦੇਗਾ ਤਾਂ ਜੋ ਉਹਦੀ ਜਿਹੜੀ ਐਜੂਕੇਸ਼ਨ ਉਹਦੇ 'ਚ ਕੋਈ ਵਿਘਨ ਨਾ ਪਵੇ। ਸੋ ਇਸ ਤਰ੍ਹਾਂ ਦੀ ਸਕੀਮਾਂ ਨੇ। ਬਾਕੀ ਸਾਡੇ ਹੋਰ ਕਾਫੀ ਪ੍ਰੋਜੈਕਟ ਸੀ। ਹੁਣ ਇਸ ਕਰਕੇ ਕਰੋਨਾ, ਕਿਉਂਕਿ ਲਾਕਡਾਊਨ ਹੋਣ ਕਰਕੇ ਸਾਡੇ ਪ੍ਰੋਜੈਕਟ ਥੋੜੇ ਸਲੋ ਹੋਏ ਸਾਡੇ ਕਾਫੀ ਪ੍ਰੋਜੈਕਟ ਅਸੀਂ ਸ਼ੁਰੂ ਵੀ ਕੀਤੇ ਨੇ। ਗੁਰੂ ਨਾਨਕ ਦੇਵ ਜੀ ਦੇ 550 ਸਾਲ ਦੇ ਗੁਰਪੁਰਬ ਦੇ ਉੱਤੇ ਅਸੀਂ ਅਨਾਉਂਸ ਕੀਤਾ ਸੀ ਕਿ ਅਸੀਂ 50 ਲੈਬੋਰਟਰੀਜ਼ ਸਾਡੀਆਂ ਆ ਰਹੀਆਂ ਸੀ ਪੰਜਾਬ, ਹਿਮਾਚਲ, ਹਰਿਆਣਾ ਸਾਰੇ ਪਾ ਕੇ, ਜਿਹਨਾਂ 16 ਲੈਬੋਰਟਰੀਆਂ ਸਾਡੀਆਂ ਇਸ ਵੇਲੇ ਚੱਲ ਰਹੀਆਂ ਨੇ। ਹਾਂਜੀ, ਲੈਬੋਰਟਰੀ ਦੀ ਵੀ ਲੋੜ ਤਾਂ ਪਈ ਕਿਉਂਕਿ ਲੋਕੀ ਟੈਸਟ ਨਹੀਂ ਸੀ ਕਰਾਉਂਦੇ, ਟੈਸਟ ਮਹਿੰਗੇ ਬੜੇ ਹੋ ਚੁੱਕੇ ਸੀ, ਲੁੱਟ ਖਸੁੱਟ ਬੜੀ ਪਈ ਹੋਈ ਸੀ। ਕੋਈ ਵੀ ਟੈਸਟ ਦੇਖੋ ਤੁਸੀਂ, ਆਮ ਬੰਦਾ ਕਰਾ ਹੀ ਨਹੀਂ ਸਕਦਾ, ਡਰਦਾ। ਦੂਸਰਾ, ਇਨਸਾਨ ਇਹ ਵੀ ਨਹੀਂ ਕਰਾਉਂਦਾ ਟੈਸਟ, ਤਾਂ ਨਹੀਂ ਕਰਾਉਂਦਾ ਕਿ ਅਗਰ ਟੈਸਟ ਕਰਾ ਲਿਆ ਮੈਨੂੰ ਕੋਈ ਬਿਮਾਰੀ ਨਿਕਲ ਗਈ ਤੇ ਮੈਂ ਤਾਂ ਕਰਾ ਨਹੀਂ ਪਾਣਾ। ਜਿਸ ਬੰਦੇ ਨੂੰ ਨਹੀਂ ਪਤਾ ਨਾ, ਜਿਸ ਬੰਦੇ ਨੂੰ ਪਤਾ ਹੈ ਨਾ ਜੀ, ਮੈਂ ਆਪਣੀ ਗੱਲ ਲਵਾਂ, ਅਗਰ ਮੈਨੂੰ ਪਤਾ ਕਿ ਮੈਨੂੰ ਕੁਛ ਨਹੀਂ ਹੈ, ਬਿਮਾਰੀ ਮੈਨੂੰ ਕੋਈ ਨਹੀਂ ਗਈ, ਮੈਂ ਜ਼ਿੰਦਗੀ ਜੀ ਰਿਹਾ ਚਾਹੇ ਜਿੰਨੀ ਮਰਜ਼ੀ ਬਿਮਾਰੀਆਂ ਹੋਣ। ਜਿੱਦਣ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਆਹ ਬਿਮਾਰੀ ਹੈ, ਭਿਅੰਕਰ ਬਿਮਾਰੀ ਹੈ ਮੈਨੂੰ, ਤੇ ਇਲਾਜ ਮੈਂ ਕਰਾ ਨਹੀਂ ਪਾਣਾ, ਮੈਂ ਗਮ 'ਚ ਹੀ ਮਰ ਜਾਣਾ 15 ਦਿਨਾਂ 'ਚ। ਸੋ ਇਸ ਕਰਕੇ ਲੋਕੀ ਟੈਸਟ ਨਹੀਂ ਕਰਾਉਂਦੇ। ਅਸੀਂ ਜਿਹੜੇ ਲੈਬੋਰਟਰੀ ਬਣਾਈਆਂ ਨੇ, ਜਿਹੜੇ ਟੈਸਟ ਬਾਹਰ 3-3.5 'ਚ ਹੁੰਦੇ ਨੇ ਨਾ ਫੁੱਲ ਪੈਕੇਜ, ਉਹ ਅਸੀਂ ਕਰਦੇ ਹਾਂ 3-3.25 ਰੁਪਏ ਦੇ ਵਿੱਚ। ਸੋ 12% ਕੀਮਤ ਤੇ ਅਸੀਂ ਜਿਹੜੇ ਟੈਸਟ ਕਰਦੇ ਹਾਂ। ਸੋ ਇਹੋ ਜਿਹੀਆਂ ਲੈਬੋਰਟਰੀਆਂ ਮੈਂ ਤਕਰੀਬਨ 30 ਲੈਬੋਰਟਰੀਆਂ ਮੇਰੀਆਂ ਪੰਜਾਬ 'ਚ ਆਉਣੀਆਂ ਜੀ, 8 ਮੇਰੀਆਂ ਰਾਜਸਥਾਨ 'ਚ ਹੈਗੀਆਂ, 6 ਹਿਮਾਚਲ 'ਚ ਨੇ, 6 ਹਰਿਆਣੇ 'ਚ ਹੈ। ਇਹ ਤਾਂ ਪਹਿਲਾਂ 50-60 ਲੈਬੋਰਟਰੀਜ਼ ਹੈ। ਇਹ ਸਾਡੀਆਂ ਬਹੁਤ ਜਲਦੀ ਜਿਹੜੀਆਂ 31 ਦਸੰਬਰ ਤੱਕ ਹੋ ਰਹੀਆਂ ਸੀਗੀਆਂ, ਲੇਕਿਨ ਹੁਣ ਲਾਕਡਾਊਨ ਕਰਕੇ ਸਾਡਾ 2-3 ਮਹੀਨੇ ਹੋਰ ਪਿੱਛੇ ਪੈ ਗਿਆ ਕੰਮ, ਤੇ ਇਹ ਵੀ ਸਾਡੀਆਂ ਬਹੁਤ ਜਲਦੀ ਜਿਹੜੀਆਂ ਇਹੋ ਜਿਹੀ ਫੈਸਿਲਿਟੀਜ਼ ਦੇਣ ਦੀ ਲੋੜ ਹੈ। ਚਾਹੇ ਉਹ ਅੱਖਾਂ ਦੇ ਕੈਂਪ ਸੀਗੇ, ਚਾਹੇ ਡਾਇਲਸਿਸ ਸੀਗਾ, ਅਸੀਂ ਉਹਨੂੰ ਕੰਟਰੋਲ ਕੀਤਾ। ਹੁਣ ਲੈਬੋਰਟਰੀਜ਼ ਅਸੀਂ ਕੰਟਰੋਲ ਕਰ ਲਈਆਂ ਨੇ। ਇਸ ਤੋਂ ਬਾਅਦ ਸਾਡਾ ਅਗਲਾ ਸਟੈਪ ਜਿਹੜਾ ਹੋਏਗਾ, ਜਿੱਥੇ ਸਾਡੀਆਂ ਲੈਬੋਰਟਰੀਆਂ ਖੁੱਲ੍ਹ ਗਈਆਂ ਇਸ ਲਈ, ਲੈਬੋਰਟਰੀ ਨਾਲ ਸਾਡੇ ਫਿਰ ਮੈਡੀਕਲ ਸਟੋਰ ਜਿਹੜੇ ਆ ਸਾਡੇ ਉਹ ਵੀ ਆਉਣਗੇ, ਕਿਉਂਕਿ ਦਵਾਈਆਂ ਵਿੱਚ ਵੀ ਬੜੀ ਲੁੱਟ ਪਈ ਹੋਈ ਹੈ। ਸੋ ਉਹਨੂੰ ਵੀ ਅਸੀਂ ਬੜੇ ਕੰਟਰੋਲ ਲੈ ਕੇ ਆਵਾਂਗੇ ਤਾਂ ਜੋ ਉਹ ਵੀ ਜਿਹੜੀ ਫੈਸਿਲਿਟੀ ਅਸੀਂ ਜਿਹੜੀ ਪਬਲਿਕ ਨੂੰ ਆਮ ਉਹ ਦੇ ਸਕੀਏ। ਇਸ ਤਰ੍ਹਾਂ ਕਾਫੀ ਸਕੀਮਾਂ ਇਸ ਤਰ੍ਹਾਂ ਦੀਆਂ ਸਾਡੀਆਂ ਚੱਲ ਰਹੀਆਂ ਨੇ। ਸਰ, ਮੈਂ ਇੱਕ ਗੱਲ ਦੇਖ ਰਹੀ ਸੀ, ਜੋ ਕੁਝ ਤੁਸੀਂ ਦੱਸਿਆ ਕਿ ਬਹੁਤ ਲੋਕ ਹੁੰਦੇ ਆ ਉਹ ਐਕਸਪੈਂਡ ਕਰਦੇ ਆ, ਜਿੰਨਾ ਅਸੀਂ ਬਿਜ਼ਨਸ ਐਕਸਪੈਂਡ ਕਰ ਸਕੀਏ, ਜਿੰਨਾ ਅਸੀਂ ਪੈਸਾ ਅਸੀਂ ਕਮਾ ਸਕੀਏ। ਤੁਸੀਂ ਐਕਸਪੈਂਡ ਕਰਿਓ ਕਿ ਜਿੰਨਾ ਜ਼ਿਆਦਾ ਸਰਬਤ ਦਾ ਭਲਾ ਹੋ ਸਕੇ, ਜਿੱਥੇ ਜਿੱਥੇ ਭਲਾ ਹੋ ਸਕੇ। ਲੋਕ, ਦੇयर इज अ बिग डिफरेंस बिटवीन दीज टू स्टेटमेंट्स कि ਤੁਸੀਂ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰਿਓ ਜਿੱਥੇ ਜਿੱਥੇ ਮੈਂ ਭਲਾ ਕਰ ਸਕਾਂ, ਇੰਨੀਆਂ ਸਟੇਟਸ ਦੇ ਵਿੱਚ, ਇੰਨੇ ਕੰਟਰੀਜ਼ ਦੇ ਵਿੱਚ। ਦੇਖੋ, 2 ਸਟੇਜ ਸੀਗੀਆਂ। ਪਹਿਲੀ ਸਟੇਜ 'ਚ ਮੈਂ ਦੱਸਿਆ ਪਹਿਲਾਂ ਕਿ ਮੇਰੀ ਵੀ ਦੌੜ ਲੱਗੀ ਹੋਈ ਸੀ, ਮੈਂ ਵੀ ਨੱਠ ਭੱਜ ਕੀਤੀ ਹੈ, ਪੈਸਾ ਵੀ ਬਹੁਤ ਕਮਾਇਆ। ਜੋ ਮੇਰੇ ਮਨ ਦੀਆਂ ਖਾਹਿਸ਼ਾਂ ਸੀਗੀਆਂ ਬਚਪਨ ਤੋਂ, ਕਿਉਂਕਿ ਮੈਂ ਵੀ ਕੋਈ ਬਿਜ਼ਨਸਮੈਨ ਨਹੀਂ ਸੀਗਾ ਬਚਪਨ ਤੋਂ, ਲੋਅਰ ਮਿਡਲ ਕਲਾਸ ਹੀ ਕਹਿ ਲਓ ਆਪਾਂ। ਉਸੇ ਫੈਮਿਲੀ 'ਚੋਂ ਮੇਰੇ ਫਾਦਰ ਵੀ ਜੋਬ ਕਰਦੇ ਸੀ। ਮੈਂ ਵੀ ਜਿਸ ਵੇਲੇ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ, ਲੇਕਿਨ ਜਦੋਂ ਮੈਂ ITI ਵਗੈਰਾ ਡਿਪਲੋਮਾ ਕਰਨ ਤੋਂ ਬਾਅਦ ਮੈਂ ਵੀ 392 ਰੁਪਏ ਦੀ ਨੌਕਰੀ ਕੀਤੀ, ਪਹਿਲੀ ਡੈਮਾਂ ਦੇ ਉੱਤੇ ਨੌਕਰੀ ਕੀਤੀ ਐਜ਼ ਏ ਮਕੈਨਿਕ। ਉਸ ਤੋਂ ਬਾਅਦ ਚਲੋ ਮਿਹਨਤ ਕੀਤੀ, ਸਭ ਕੁਝ ਕੀਤਾ। ਤੇ ਉਦੋਂ ਮੇਰੇ ਮਨ 'ਚ ਜਿਹੜੀਆਂ ਖਾਹਿਸ਼ਾਂ ਸੀਗੀਆਂ ਕਿ ਲੋਕਾਂ ਕੋਲ ਇਹਨਾਂ ਲਈ ਵੱਡੀਆਂ ਗੱਡੀਆਂ ਹੈਗੀਆਂ, ਇਹਨਾਂ ਨੇ ਮਹਿਲ ਬਣਾਏ, ਘਰ ਬਣਾਏ ਆ, ਉਹ ਬਣਾਏ, ਸਭ ਇਹ ਮੇਰੇ ਕੋਲ ਵੀ ਹੋਣੇ ਚਾਹੀਦੇ ਆ। ਸੋ ਉਹ ਸਾਰੇ ਪੂਰੀਆਂ ਕੀਤੀਆਂ। ਵਾਹਿਗੁਰੂ ਮੈਂ ਥੈਂਕਸ ਕਰਦਾ ਕਿ ਉਹ ਸਭ ਕੁਝ ਜੋ ਮੈਂ ਚਾਹੁੰਦਾ ਸੀ ਸਭ ਕੁਝ ਮਿਲਿਆ ਮੈਨੂੰ। ਹੁਣ ਇਹ ਸਟੇਜ ਆ ਗਈ ਸੀ ਕਿ ਮੈਂ ਆਪਣੇ ਆਪ 'ਚ ਫੁੱਲੀ ਸੈਟਿਸਫਾਈਡ ਸੀ ਕਿ ਵੀ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਫਿਰ ਇਹ ਰਸਤਾ ਦਿਖਾਇਆ। ਇਹ ਵੀ ਉਦੋਂ ਹੋਇਆ ਸੀ ਜਦੋਂ ਮੈਂ ਪਿੰਡ 'ਚ ਗਿਆ ਨਾ, ਜਦੋਂ ਜਿਹਨਾਂ ਦਿਨਾਂ 'ਚ ਫਾਂਸੀਆਂ ਮਾਫ ਕਰਾਈਆਂ, ਉਦੋਂ ਪਿੰਡਾਂ 'ਚ ਮੈਂ ਬਹੁਤ ਘੁੰਮਿਆ ਸਾਰਿਆਂ 'ਚ। ਇਹੀ ਦੇਖ ਰਿਹਾ ਸੀ ਕਿ ਕੁਛ ਹੋ ਰਿਹਾ। ਉਦੋਂ ਦੇਖਿਆ ਸੀ ਕਿ ਲੋਕ ਕੈਂਸਰ ਨਾਲ ਮਰ ਰਹੇ ਆ, ਅੱਖਾਂ ਦੇ ਇਲਾਜ ਨਹੀਂ ਹੋ ਰਹੇ, ਅੱਖਾਂ ਦੀ ਰੋਸ਼ਨੀ ਜਾਈ ਜਾ ਰਹੀ ਹੈ ਉਹਨਾਂ ਦੀ, ਕਿਡਨੀ ਫੇਲ ਹੋ ਰਹੀਆਂ ਨੇ, ਬੱਚੀਆਂ ਪੜ੍ਹ ਨਹੀਂ ਰਹੀਆਂ, ਘਰਾਂ 'ਚ ਬੈਠੀਆਂ ਨੇ, ਬੱਚੇ ਹੋਰ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਡਿਪਰੈਸ਼ਨ 'ਚ, ਇੱਕ ਨੌਕਰੀ ਹੈ ਨਹੀਂ। ਇਹ ਸਾਰੀਆਂ ਚੀਜ਼ਾਂ ਨਾ ਕਾਫੀ 10-11 ਪ੍ਰੋਜੈਕਟ ਸੀ ਜਿਹੜੇ ਉਸ ਵੇਲੇ ਮੈਨੂੰ ਨਜ਼ਰ ਆਏ।
ਉਹ ਉਹਨਾਂ ਨੇ ਇੱਕਦਮ ਘੱਟ ਕਰ ਗਏ ਮੇਰੇ ਦਿਮਾਗ 'ਚ, ਉਹਨਾਂ ਨੇ ਇੱਕਦਮ ਹਿਲਾ ਕੇ ਰੱਖਤਾ ਸੀ ਮੈਨੂੰ ਕਿ ਨਹੀਂ ਵੀ ਅਸੀਂ ਕਿੱਥੇ ਭੁੱਲੇ ਬੈਠੇ ਆ, ਇਹ ਚੀਜ਼ਾਂ ਨਹੀਂ ਕਰਨ ਵਾਲੀਆਂ। ਉਹ ਫਿਰ ਤਾਂ ਇਸ ਪਾਸੇ ਮੈਂ ਪੈ ਗਿਆ। ਹੁਣ ਅੱਜ ਤੱਕ ਚਲੋ ਫਿਰ ਮੇਰੀਆਂ ਇੰਨੀਆਂ ਲੋੜਾਂ ਵੀ ਹੈ ਨਹੀਂ ਜ਼ਿਆਦਾ। ਜਦੋਂ ਅਸੀਂ ਪੂਰੀ ਕੈਲਕੂਲੇਸ਼ਨ ਕੀਤੀ, ਵੈਸੇ ਤਾਂ ਮੈਂ ਕਹਿੰਦਾ ਹੁੰਦਾ ਕਿ ਕੋਈ ਵੀ ਇਨਸਾਨ ਜਿਹੜਾ ਨਾ ਇੰਨੀ ਰਿਕੁਆਇਰਮੈਂਟ ਹੈ ਨਹੀਂ ਉਹਦੀ ਜੋ ਅਸੀਂ ਜੱਫਾ ਪਾ ਕੇ ਬੈਠੇ ਹੋਏ ਹਾਂ। ਕੋਈ ਵੀ ਇਨਸਾਨ ਹੈ ਜਿਹੜਾ ਬਿਜ਼ਨਸਮੈਨ ਹੈ ਨਾ, ਤੁਸੀਂ ਬਹਿ ਕੇ ਸ਼ਾਮ ਨੂੰ ਦੇਖ ਲਓ ਵੀ ਜੋ ਤੁਹਾਡੇ ਕੋਲ ਹੈਗਾ ਤੁਹਾਨੂੰ ਇਹਦੀ ਲੋੜ ਹੈ, ਕੁਛ ਲੋੜ ਨਹੀਂ ਹੈ। ਇਨਸਾਨ ਨੇ ਦੇਖੋ ਜੀ ਜਿੰਨੇ ਕੁ ਟਾਈਮ ਮਿਲਿਆ ਹੋਇਆ ਉਹਨਾਂ ਟਾਈਮ ਮਿਲਣਾ, ਉਸ ਤੋਂ ਬਾਅਦ ਚਲੇ ਜਾਣਾ। ਬਾਅਦ 'ਚ ਜਿਹੜਾ ਪੈਸਾ ਇੱਦਾਂ ਹੀ ਰੁਲ ਜਾਣਾ ਜੀ। ਬੱਚੇ ਹੈਗੇ ਤੇ ਬੱਚਿਆਂ 'ਚ ਲੜਾਈਆਂ ਤੇ ਭੈਣਾਂ ਭਰਾਵਾਂ 'ਚ ਲੜਾਈਆਂ, ਇਹੀ ਕੁਛ ਹੋਣਾ ਜੇ ਬਾਅਦ 'ਚ। ਗੱਲ ਸਮਝਣ ਦੀ ਲੋੜ ਹੈ ਸਿਰਫ ਬਸ। ਸੋ ਬੈਟਰ ਹੈ ਕਿ ਤੁਸੀਂ ਆਪਣੇ ਜਿੰਦੇ ਜੀ ਜਿਹੜਾ ਤੁਹਾਡੇ ਕੋਲ ਕਮਾਈ ਕੀਤੀ ਹੋਈ ਹੈ ਇਹਨੂੰ ਤੁਸੀਂ ਵੰਡ ਜਾਓ। ਮੈਂ ਇਹ ਵੀ ਨਹੀਂ ਕਹਿੰਦਾ ਕਿ ਇੰਨਾ ਕੁ ਵੰਡ ਦਿਓ ਕਿ ਤੁਹਾਡੇ ਘਰ ਦੇ ਭੁੱਖੇ ਮਰਨ, ਉਹ ਵੀ ਨੌਬਤ ਨਹੀਂ ਆਉਣੀ ਚਾਹੀਦੀ ਕਿ ਵੰਡਦੇ ਵੰਡਦੇ ਅਸੀਂ ਆਪ ਕਟੋਰਾ ਫੜ ਕੇ ਰੋਡ ਤੇ ਆ ਜਾਈਏ, ਉਹ ਵੀ ਨੌਬਤ ਨਹੀਂ ਆਉਣੀ ਚਾਹੀਦੀ। ਇਸ ਲਈ ਘਰ ਦਾ ਵੀ ਖਿਆਲ ਜ਼ਰੂਰੀ ਹੈ, ਉਹਨਾਂ ਦਾ ਖਿਆਲ ਰੱਖਿਆ ਜਾਵੇ। ਲੇਕਿਨ ਜੋ ਤੁਹਾਡੇ ਕੋਲ ਸਰਪਲਸ ਹੈ ਉਹ ਆਪਣੇ ਕੋਲ ਰੱਖੋ। ਤੇ ਫਿਰ ਮੈਂ ਨਹੀਂ ਸਮਝਦਾ ਕਿ ਕੋਈ ਸਿਆਣਪ ਹੈਗੀ ਹੈ। ਮੈਨੂੰ ਲੋਕਾਂ ਨੇ ਕਿਹਾ ਜਦੋਂ ਬੰਦੇ ਛੁਡਾਏ ਨਾ ਜੀ, ਮੈਂ ਜਿਹੜੇ 17 ਬੰਦੇ ਛੁਡਾਏ ਸੀ ਇਹਨਾਂ 'ਚ ਤਕਰੀਬਨ 1.4 ਮਿਲੀਅਨ US$ ਮੈਨੂੰ ਦੇਣੇ ਪਏ ਸੀ 2010 ਦੇ ਵਿੱਚ। ਉਸ ਟਾਈਮ ਤੇ 14 ਲੱਖ US$ ਇਹ ਪੇ ਕਰਨਾ ਪਿਆ ਸੀਗਾ। ਲੇਕਿਨ ਲੋਕਾਂ ਨੇ ਮੈਨੂੰ ਕਿਹਾ ਉਦੋਂ ਵੀ ਯਾਰ ਲੋਕੀ ਤਾਂ 1-1 ਲੱਖ ਰੁਪਏ ਪਾ ਰਹੇ ਆ ਤੇ ਤੂੰ ਕਰੋੜਾਂ ਰੁਪਏ ਸਿਰਫ ਇਹਨਾਂ ਬੰਦਿਆਂ ਨੂੰ ਬਚਾਉਣ 'ਚ ਲਾਤੇ, ਜਿਹੜੇ ਤੂੰ ਜਾਣਦਾ ਵੀ ਨਹੀਂ ਉਹਨੂੰ, ਤੇਰੇ ਲੱਗਦੇ ਵੀ ਕੁਛ ਨਹੀਂ ਗਏ ਉਹ। ਲੇਕਿਨ ਫਿਰ ਵੀ ਉਹ ਗੱਲ ਮੈਂ ਹੁਣ ਤੁਹਾਨੂੰ ਮਹਿਸੂਸ ਜੋ ਮੈਂ ਮਹਿਸੂਸ ਕਰਦਾ ਹੁਣ ਮੈਂ ਐਕਸਪਲੇਨ ਕਰਦਾ ਕਿ ਅਗਰ ਉਸ ਟਾਈਮ ਦੇ ਉੱਤੇ ਮੈਂ ਵੀ ਪੈਸਾ ਜੱਫਾ ਪਾ ਕੇ ਬੈਠਾ ਰਹਿੰਦਾ, ਉਹਨਾਂ 17 ਬੰਦਿਆਂ ਨੂੰ ਫਾਂਸੀ ਹੋ ਜਾਣੀ ਸੀ। 100% ਸ਼ੋਰ ਸੀ, ਕਿਉਂਕਿ ਫਾਂਸੀ ਦੇ ਆਰਡਰ ਦੀ ਫਾਂਸੀ ਹੋਣੀ ਸੀ। ਔਰ ਮੈਨੂੰ ਦੁੱਖ ਇਸ ਗੱਲ ਦਾ ਹੋਣਾ ਸੀ ਕਿ ਮੈਂ ਉਸ ਟਾਈਮ ਤੇ ਉਹਨਾਂ ਨੂੰ ਬਚਾ ਸਕਦਾ ਸੀ, ਲੇਕਿਨ ਮੈਂ ਪੈਸਾ ਜੇਬ 'ਚ ਪਾਈ ਰੱਖਿਆ, ਮੈਂ ਪੈਸਾ ਨਹੀਂ ਕੱਢਿਆ ਤੇ ਉਹ ਬੰਦਿਆਂ ਨੂੰ ਫਾਂਸੀ ਦੇ ਦਿੱਤੀ ਗਈ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਦੇਖੋ ਪੈਸਾ ਤਾਂ ਮੈਨੂੰ ਥੋੜ੍ਹਾ ਹੋਈ ਨਹੀਂ, ਪੈਸਾ ਜੇ ਮੈਂ ਖਰਚਿਆ ਤੇ ਮੈਨੂੰ ਉਹਨਾਂ 10 ਗੁਣਾ ਹੋ ਕੇ ਦੁਬਾਰਾ ਫਿਰ ਵਾਪਸ ਆ ਗਿਆ। ਹੱਥਾਂ ਦੀ ਮਹਿਲ ਅਸੀਂ ਕਮਾ ਲੈਣਾ, ਆਪਾਂ ਪੈਸਾ ਕਮਾ ਵੀ ਲਿਆ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਉਹ ਜਿਹੜੇ ਬੰਦੇ ਬਚਾ ਕੇ ਲਿਆਏ ਸੀ ਉਹਨਾਂ ਦੇ ਵਿਆਹ ਵੀ ਹੋ ਗਏ, ਉਹਨਾਂ ਦੇ ਅੱਗੋਂ ਬੱਚੇ ਵੀ ਹੋ ਗਏ, ਫੈਮਲੀਆਂ ਵੀ ਖੁਸ਼। ਤੇ ਉਹ ਜਿਹੜਾ ਪੈਸਾ ਜਿਹੜਾ ਮੇਰੇ ਕਿਸੇ ਕੰਮ ਨਹੀਂ ਸੀ ਆਉਣਾ, ਅੱਜ ਮੈਨੂੰ ਅੰਦਰੋਂ ਜੋ ਮੈਨੂੰ ਖੁਸ਼ੀ ਮੈਨੂੰ ਇੰਟਰਨਲ ਮਿਲਦੀ ਹੈ ਕਿ ਨਹੀਂ ਯਾਰ ਅੱਜ ਉਹ ਬੰਦਾ ਦੇਖੋ ਜੀ ਰਿਹਾ, ਉਹਦੇ ਬੱਚਿਆਂ ਦੇ ਬੱਚੇ ਹੋ ਗਏ ਅੱਗੋਂ, ਤੇ ਕਿੰਨੀ ਸੈਟਿਸਫੈਕਸ਼ਨ ਮਿਲਦੀ ਹੈ ਮਨ ਨੂੰ। ਇਸ ਲਈ ਪੈਸਾ ਕੰਮ ਨਹੀਂ ਆਉਣਾ। ਅੱਜ ਵੀ ਮੈਂ ਦੱਸਣਾ ਚਾਹਾਂਗਾ ਜ਼ਰੂਰ ਇੱਥੇ, ਮੈਂ ਕੁਛ ਸ਼ੇਖੀ ਨਹੀਂ ਹੈ ਇਹ, ਲੇਕਿਨ ਮੈਂ ਇੱਕ ਗੱਲ ਜ਼ਰੂਰ ਦੱਸਦਾ ਕਿ ਲੋੜ ਸਾਡੀ ਕਿੰਨੀ ਹੈ। ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਮੇਰੀ ਸਾਰੀ ਕਮਾਈ ਦਾ ਸਿਰਫ 2% ਜਿਹੜਾ that is more than enough। ਇਸ ਤੋਂ ਉੱਤੇ ਮੇਰੀ ਰਿਕੁਆਇਰਮੈਂਟ ਹੀ ਨਹੀਂ ਹੈ। ਉਹ ਐਕਸਟਰਾ ਫालतू ਆ ਵੀ ਮੇਰੇ ਕੋਲ, ਉਹ 'ਚ ਵੀ ਮੇਰੀ ਸੇਵਿੰਗ ਹੈ। 98% ਜਿਹੜੀ ਹੈ ਇਨਕਮ, ਉਹ ਜੇ ਮੈਂ ਜੱਫਾ ਪਾ ਕੇ ਬੈਠਾਂਗਾ ਨਾ ਜੀ ਤੇ ਫਿਰ ਇਸ ਤੋਂ ਵੱਡਾ ਬੇਵਕੂਫ ਕੋਈ ਨਹੀਂ ਗਾ। ਸੋ ਇਹੀ ਕਾਰਨ ਹੈ ਕਿ ਮੈਨੂੰ ਕਿਸੇ ਤੋਂ ਮੰਗਣਾ ਨਹੀਂ ਪੈ ਰਿਹਾ, ਮੈਂ ਕਿਸੇ ਕੋਲੋਂ ਡੋਨੇਸ਼ਨ ਲੈਂਦਾ ਨਹੀਂ ਆ, ਕਿਉਂਕਿ ਇਹ ਜਿੰਨੀ ਕੁ ਮੇਰੀ ਕਮਾਈ ਬਣਦੀ ਹੈ ਨਾ ਜੀ, ਇੰਨੀ ਕਮਾਈ ਦੀ ਜਿਹੜਾ ਮੈਂ ਕੰਮ ਕਰ ਰਿਹਾ ਨਾ ਜੀ, ਇਹ ਮੈਂ ਆਸਾਨੀ ਨਾਲ ਕਰ ਸਕਦਾ। ਸਾਨੂੰ ਵਾਹਿਗੁਰੂ ਹੱਥ ਨਾ ਹੀ ਉਡਾਵੇ ਕਿਸੇ ਮੋਰੇ। ਇਹ ਨੌਬਤ ਨਹੀਂ ਆਉਣੀ ਚਾਹੀਦੀ ਮੇਰੇ ਹਿਸਾਬ ਨਾਲ, ਨਹੀਂ ਆਏਗੀ ਵੀ ਨਹੀਂ। ਜੋ ਮੇਰਾ ਆਪਣਾ ਮਨ ਮੰਨਦਾ ਨਾ, ਆਪਣੇ ਆਪ ਤੇ ਇੱਕ ਯਕੀਨ ਹੁੰਦਾ ਨਹੀਂ ਆਏਗੀ, ਜੋ ਮੇਰਾ ਆਪਣਾ ਮਨ ਮੰਨਦਾ ਕਿ ਨਹੀਂ ਆਏਗੀ। ਤੇ ਬਾਕੀ ਲੋਕ ਨਾਲ ਜੁੜੀ ਜਾ ਰਹੇ ਨੇ ਜੀ। ਦੇਖੋ 2-3 ਬੰਦਿਆਂ ਤੋਂ ਸ਼ੁਰੂ ਕੀਤਾ ਸੀ, ਅੱਜ 1600 ਬੰਦਾ ਨਾਲ ਜੁੜ ਚੁੱਕਾ ਹੋਇਆ। ਬਾਹਰਲੇ ਲੋਕ ਸਾਰੇ ਕਰ ਰਹੇ ਨੇ ਜੀ। ਪੂਰੀ ਇਹ ਹੈਲਪ ਹੀ ਹੋਗੀ ਨਾ ਇੱਕ ਕਿਸਮ ਦੀ। ਅਗਰ ਪੈਸਾ ਨਹੀਂ ਲੈ ਰਿਹਾ ਨਾ ਸਹੀ, ਲੇਕਿਨ ਲੋਕ ਹੈਲਪ ਤੱਕ ਨਹੀਂ ਲੈਣਾ ਨਾ ਜੀ। ਅੱਜ 4 ਐਂਬੂਲੈਂਸ ਦੇਣੀਆਂ, ਹੁਣ ਤੇ 3 ਬਾਹਰੋਂ ਆ ਜਾਂਦੀਆਂ। ਲੋਕ ਕਹਿੰਦੇ ਨਾ ਅਸੀਂ ਦੇਣ ਨੂੰ ਤਿਆਰ ਹਾਂ ਜੀ, ਆ ਲਓ ਫੜੋ ਜੀ, ਸਾਡੇ ਨਾਂ ਤੇ ਲੈ ਜਾਓ ਜੀ। ਅਸੀਂ ਉਹਦਾ ਨਾਂ ਲਿਖ ਦਿੰਦੇ ਹਾਂ ਉੱਤੇ ਵੀ ਇਸ ਸੱਜਣ ਨੇ ਐਂਬੂਲੈਂਸ ਦੀ ਸੇਵਾ ਕਰਾਈ, ਬਸ ਗੱਲ ਖਤਮ ਹੋ ਗਈ। ਸਾਡਾ ਮੇਨ ਮਕਸਦ ਤਾਂ ਪੂਰਾ ਹੋ ਗਿਆ। ਮੈਂ ਕੱਲ ਇੱਕ ਚੈਨਲ ਦੀ ਗੱਲ ਕਰਦਾ, ਮੈਂ ਕਿਤੇ ਚੈਨਲ 'ਚ ਇੰਟਰਵਿਊ ਦੇਣ ਗਿਆ, ਵਾਪਸ ਆ ਰਿਹਾ ਸੀ ਮੈਂ ਇੰਟਰਵਿਊ ਦੇ ਕੇ, ਤੇ ਸਿਕਿਉਰਿਟੀ ਗਾਰਡ ਜਿਹੜੇ ਬੰਦੇ ਆ, 4 ਬੰਦੇ ਸੀ ਉਹ, ਮੈਨੂੰ ਹੁਣ ਨਾਮ ਬੰਦੇ ਦਾ ਭੁੱਲ ਗਿਆ। ਉਹ 4 ਬੰਦੇ ਨੇ ਮੈਨੂੰ ਰੋਕ ਲਿਆ ਜਦੋਂ ਸਟੂਡੀਓ ਤੋਂ ਬਾਹਰ ਨਿਕਲਣ ਲੱਗਾ ਮੈਂ, ਤੇ ਮੈਨੂੰ ਕਹਿੰਦੇ ਜੀ, ਕਹਿੰਦੇ ਰਾਏ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਸੀ। ਮੈਂ ਦੱਸੋ। ਕਹਿੰਦੇ ਜੀ ਅਸੀਂ 4 ਬੰਦਿਆਂ ਨੇ ਆਪਣੇ ਪੈਸੇ ਕੱਢ ਕੇ ਤੇ ਕੁਛ ਪੈਸੇ ਇਕੱਠੇ ਕੀਤੇ ਆ, ਤੇ ਅਸੀਂ ਕਿਹਾ ਵੀ ਸਿਰਫ ਉਬਰਾਏ ਸਾਹਿਬ ਨੂੰ ਦੇਣੇ ਆ, ਹੋਰ ਨਹੀਂ ਦੇਣੇ ਕਿਸੇ ਨੂੰ ਆਪਾਂ। ਮੈਂ ਕਿਹਾ ਬੇਟਾ ਕਿੰਨੇ ਪੈਸੇ ਆ? ਕਹਿੰਦੇ ਜੀ 11,000 ਰੁਪਇਆ ਜੀ। 11,000 ਬਹੁਤ ਵੱਡੀ ਗੱਲ ਉਹਨਾਂ ਲਈ, ਇੱਕ ਸਿਕਿਉਰਿਟੀ ਗਾਰਡ ਲਈ ਪੈਸਾ ਕੱਢਣਾ, ਉਹ ਪੈਸਾ ਕੱਢ ਕੇ ਦੇਣਾ 11,000 ਰੁਪਇਆ। ਮੈਂ ਕਿਹਾ ਯਾਰ ਤੁਹਾਨੂੰ ਪਤਾ ਪੈਸਾ ਮੈਂ ਲੈਂਦਾ ਨਹੀਂ। ਕਹਿੰਦਾ ਜੀ ਪਰ ਅਸੀਂ ਹੋਰ ਦੇਣਾ ਨਹੀਂ ਕਿਸੇ ਨੂੰ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਚੇਤਾ ਕਰੋ, ਤੁਸੀਂ ਮੇਰੇ ਕੋਲ ਕੱਲ ਆ ਜਾਓ, ਮੈਂ ਤੁਹਾਨੂੰ ਇੱਕ ਦਿਆਂਗਾ, ਕੁਛ ਦਿਆਂਗਾ ਤੁਹਾਨੂੰ ਮੈਂ ਬਣਾ ਕੇ ਪੇਪਰ ਜਿਹਾ, ਉਹਦੇ ਮੁਤਾਬਕ ਤੁਸੀਂ ਕਿੱਟਾਂ ਖਰੀਦਣੀਆਂ ਨੇ। 700 ਰੁਪਏ ਦੀ ਕਿੱਟ ਆਉਂਦੀ ਸੀ ਕਿ ਵਧੀਆ।
1100 रुपए च मैं कहा तुसीं आ लो फड़ो, तुसीं मैं कहा 15 किट्टां जिहड़ियां तुसीं PPE किट जिहड़ी है ਇਹ ਖਰੀਦੋ। ਮੈਂ ਕਿਹਾ ਇਹ ਖਰੀਦ ਕੇ ਮੈਂ ਕਿਹਾ ਤੁਸੀਂ ਜਾਓ ਹਸਪੀਟਲ ਦੇ ਵਿੱਚ, ਉੱਥੇ ਡਾਕਟਰ ਨੂੰ ਜਾਂ ਜਿਹੜਾ ਸਟਾਫ ਜਿਹੜਾ ਕਿ ਕਰੋਨਾ ਨਾਲ ਫਾਈਟ ਕਰ ਰਿਹਾ, ਜਿਹਨੂੰ ਲੋੜ ਹੈ, ਤੁਸੀਂ ਮੈਂ ਕਿਹਾ ਆਪਣੇ ਹੱਥ ਨਾਲ ਜਾ ਕੇ ਇਹ ਕਿੱਟ ਦੇ ਕੇ ਆਓ। ਤੁਹਾਡਾ ਪੈਸਾ ਬਿਲਕੁਲ ਸਹੀ ਜਗ੍ਹਾ ਲੱਗਿਆ। ਮੈਂ ਕਿਹਾ ਜਿੱਥੇ ਮੈਂ ਕਿਹਾ ਅੱਜ ਲੋੜ ਇਸ ਚੀਜ਼ ਦੀ ਹੈ, ਜਿਸ ਚੀਜ਼ ਦੀ ਜਦੋਂ ਟਾਈਮ ਤੇ ਲੋੜ ਹੋਵੇ ਨਾ ਜੀ, ਉਸ ਤੇ ਪੈਸਾ ਖਰਚੋ। ਉਹ ਐਗਰੀ ਕਰ ਗਏ ਔਰ ਅੱਜ ਕੱਲ ਮੈਂ ਕਿਹਾ ਸ਼ਾਇਦ ਉਹ ਕਿੱਟਾਂ ਲੈ ਕੇ ਤੇ ਉਹ ਕਿੱਟਾਂ ਜਾ ਕੇ ਵੰਡਣ ਜਾ ਰਹੇ ਨੇ ਹਸਪੀਟਲ ਜਾ ਕੇ। ਸੋ ਇਸ ਤਰੀਕੇ ਨਾਲ ਲੋਕੀ ਕਰਨਾ ਚਾਹੁੰਦੇ ਨੇ, ਬਹੁਤ ਲੋਕ ਜੁੜਨਾ ਚਾਹੁੰਦੇ ਨੇ। ਸੋ ਜਦੋਂ ਇਹਨਾਂ ਦੇ ਲੋਕ ਨਾਲ ਜੁੜਦੇ ਬੜੀ ਖੁਸ਼ੀ ਵੀ ਹੁੰਦੀ ਹੈ। ਵੈਰੀ ਗੁੱਡ, ਬਹੁਤ ਵਧੀਆ ਸਰ। ਮੈਂ ਇੱਕ ਹੋਰ ਗੱਲ ਲਈ ਤੁਹਾਨੂੰ ਥੈਂਕ ਯੂ ਕਰਨਾ ਚਾਹੂੰਗੀ ਕਿ ਤੁਸੀਂ ਅੱਜ ਤਾਂ ਸਾਡੇ ਸ਼ੋਅ ਤੇ ਆਏ ਹੈਗੇ ਆ, ਤੇ ਮੈਂ ਹੋਰ ਵੀ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਮੈਂ ਹੁਣ ਬੁੱਕ ਲਿਖੀ ਹੈਗੀ ਹੈ ਸਿੱਖ ਐਜੂਕੇਸ਼ਨਿਸਟ prominent Sikh educationists and academicians in the world, ਉਹਦੇ ਵਿੱਚ ਵੀ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀਗੀ ਆਪਣੀ ਪੂਰੀ ਸਟੋਰੀ ਸ਼ੇਅਰ ਕਰਨ ਲਈ, ਐਂਡ ਆਈ ਐਮ ਵੈਰੀ ਥੈਂਕਫੁਲ ਟੂ ਯੂ ਕਿ ਤੁਸੀਂ ਉਹਦੇ ਵਿੱਚ ਵੀ ਆਪਣੀ ਸਟੋਰੀ ਸ਼ੇਅਰ ਕੀਤੀ। ਬਸ ਲਾਕਡਾਊਨ ਕਰਕੇ ਹੀ ਰੁਕਿਆ ਹੋਇਆ, ਬੁੱਕ ਤਾਂ ਤਿਆਰ ਹੈਗੀ। ਹਾਂਜੀ, ਮੈਂ ਵੀ ਅਜੇ ਬੁੱਕ ਦੇਖ ਨਹੀਂ ਸਕਿਆ ਅਜੇ, ਤੇ ਸੋ ਹਜੇ ਪ੍ਰਿੰਟ ਨਹੀਂ ਹੋਈ ਹੈਗੀ। ਹਾਂਜੀ, ਬਸ ਪ੍ਰਿੰਟ ਹੋਏਗੀ ਦ ਮੂਮੈਂਟ ਲਾਕਡਾਊਨ ਖਤਮ ਹੁੰਦਾ ਹੈਗਾ ਤੇ ਪ੍ਰਿੰਟ ਹੋ ਕੇ, ਐਂਡ ਰੀਅਲੀ ਥੈਂਕਫੁਲ ਟੂ ਉਹਦੇ ਚ ਤੁਸੀਂ ਆਪਣੀ ਪੂਰੀ ਜਰਨੀ ਜਿਹੜੀ ਸ਼ੇਅਰ ਕੀਤੀ ਹੈਗੀ ਵੀ ਕਿਵੇਂ ਤੁਸੀਂ ਇਸ ਫੀਲਡ ਦੇ ਵਿੱਚ ਆਏ। ਹੋਪਫੁਲੀ ਬਹੁਤ ਜਲਦੀ ਸਭ ਕੁਝ ਠੀਕ ਹੋ ਜਾਏ ਐਂਡ ਯੂ ਕੀਪ ਔਨ ਇੰਸਪਾਇਰਿੰਗ ਐਵਰੀਵਨ। ਮੈਨੂੰ ਯਾਦ ਹੈ ਸਰ ਤੁਸੀਂ ਆਪਣੀ ਸਟੋਰੀ ਦੇ ਵਿੱਚ ਮੈਨੂੰ ਇੱਕ ਲਾਈਨ ਲਿਖਵਾਈ ਸੀ ਬੁੱਕ ਦੇ ਵਿੱਚ ਕਿ ਜੋ ਤੁਸੀਂ ਬਿਲੀਵ ਕਰਦੇ ਹੋ to always help others, even if you have to sacrifice for your comfort, for nothing in this material world is more important than humanity. ਤੁਸੀਂ ਹਮੇਸ਼ਾ ਹਿਊਮੈਨਿਟੀ ਦੇ ਵਿੱਚ, ਮੈਨਕਾਈਂਡ ਦੇ ਵਿੱਚ ਹਮੇਸ਼ਾ ਬਿਲੀਵ ਕਰਦੇ ਹੋ। ਇਹ ਬਹੁਤ ਵੱਡੀ ਗੱਲ ਹੈ। ਤੁਸੀਂ ਆਪ ਵੀ ਕੰਮ ਕਰ ਰਹੇ ਹੋ ਐਂਡ ਯੂ ਆਰ ਅ ਰੋਲ ਮਾਡਲ, ਯੂ ਆਰ ਇਨਸਪੀਰੇਸ਼ਨ ਫॉर ਸੋ ਮੈਨੀ ਅਦਰ ਪੀਪਲ ਜਿਹੜੇ ਕੰਮ ਕਰਨਾ ਚਾਹੁੰਦੇ ਹੈ, ਛੋਟੇ ਤੋਂ ਛੋਟੇ ਲੈ ਕੇ ਵੱਡੇ ਤੋਂ ਵੱਡੇ ਬੰਦੇ ਤੱਕ ਕੰਮ ਕਰਨਾ ਚਾਹੁੰਦੇ, ਪਰ ਉਹਨਾਂ ਨੂੰ ਜ਼ਰੀਆ ਨਹੀਂ ਪਤਾ ਹੁੰਦਾ। ਜਿਵੇਂ ਤੁਸੀਂ ਕਿਹਾ ਵੀ NRIs ਹੈ, ਉਹਨਾਂ ਨੂੰ ਨਹੀਂ ਪਤਾ ਕਿ ਕਿੱਥੇ ਸਹੀ ਤਰੀਕੇ ਨਾਲ ਦੇ ਕੈਨ ਇਨਵੈਸਟ ਦੇਅਰ ਮਨੀ। ਤੇ ਨਾਟ ਓਨਲੀ ਯੂ ਇੰਸਪਾਇਰਿੰਗ, ਯੂ ਆਰ ਹੈਲਪਿੰਗ them, ਯੂ ਸਪੋਰਟਿੰਗ them to do good deeds। ਇਹ ਵੀ ਬਹੁਤ ਵੱਡੀ ਬਿਲਕੁਲ ਠੀਕ ਹੈ ਤੁਹਾਡੀ ਗੱਲ। ਦੇਖੋ ਜੀ ਅੱਜ ਵੈਸੇ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਅਸੀਂ ਸਾਰੇ ਫਾਈਟ ਕਰ ਰਹੇ ਹਾਂ। ਕੁਝ ਚੀਜ਼ਾਂ ਦਾ ਖਿਆਲ ਦੇਖੋ, ਸਾਰੇ ਰੱਖੋ, ਡਿਸਟੈਂਸ ਬਣਾਈ ਰੱਖੋ, ਲੇਕਿਨ ਡਿਸਟੈਂਸ ਸਿਰਫ ਸਾਡਾ ਬਾਡੀ ਟੂ ਬਾਡੀ ਡਿਸਟੈਂਸ ਸਾਡਾ ਚਾਹੀਦਾ ਹੈ, ਨਾ ਕਿ ਦਿਲਾਂ ਵਿੱਚ ਸਾਡੇ ਫਰਕ ਨਹੀਂ ਪੈਣੇ ਚਾਹੀਦੇ, ਉਹ ਸਾਡੇ ਉੱਦਾਂ ਹੀ ਮੇਨਟੇਨ ਰਹਿਣ। ਸੋ ਇਹਨੂੰ ਰੱਖੋ, ਥੋੜ੍ਹੀ ਸਫਾਈ ਰੱਖੋ, ਮਾਸਕ ਪਾ ਕੇ ਰੱਖੋ। ਤੇ ਕੋਈ ਇਹੋ ਜਿਹੀ ਵੱਡੀ ਗੱਲ ਨਹੀਂ ਹੈ। ਕਰੋਨਾ ਕੋਈ ਮੈਂ ਨਹੀਂ ਸਮਝਦਾ ਕਿ ਬਹੁਤ ਵੱਡਾ ਹਊਆ ਹੈਗਾ ਜਿਹੜਾ ਸਾਨੂੰ ਮਾਰ ਜਾਏਗਾ। ਅਜੇ ਤੱਕ ਕੁਛ ਨਹੀਂ ਹੋਇਆ। ਕਿੰਨੀਆਂ ਕੁ ਅਜੇ ਦੇਖਿਆ ਜਾਏ ਤਾਂ 2 ਮਹੀਨੇ ਵਿੱਚ ਇੰਨੀਆਂ ਸਾਡੇ ਡੈਥਾਂ ਹੁੰਦੀਆਂ ਸੀਗੀਆਂ, ਐਕਸੀਡੈਂਟਲ ਡੈਥਾਂ ਹੋ ਗਈਆਂ ਸਾਡੀਆਂ, ਲੜਾਈ ਝਗੜੇ ਹੋ ਗਏ, ਮਰਡਰ ਹੋ ਗਏ, ਕਈ ਕੁਛ ਹੁੰਦਾ ਹੀ ਸੀ ਨਾ, ਬਿਮਾਰੀ ਨਾਲ ਲੋਕ ਮਰ ਰਹੇ ਸੀ। ਅੱਜ ਕੱਲ੍ਹ ਕੋਈ ਨਹੀਂ ਮਰ ਰਿਹਾ, ਹਾਰਟ ਅਟੈਕ ਵੀ ਘੱਟ ਹੋ ਰਹੇ ਨੇ। ਦੇਖੋ ਡੈਡ ਬੋਡੀਆਂ ਤਾਂ ਉਹੀ ਆਈ, ਕਿੰਨੀਆਂ ਕੁ ਗਈਆਂ ਨੇ, 32-33 ਹੋਈਆਂ ਨਾ ਹੁਣ ਤੱਕ ਨਾ ਜੀ, ਕੁਛ ਵੀ ਨਹੀਂ ਗਿਣਤੀ ਦੇਖੀ ਜਾਏ ਤਾਂ। ਅਦਰਵਾਈਜ਼ ਸਾਡੇ ਐਕਸੀਡੈਂਟ 'ਚ ਸਾਡੇ ਸੈਂਕੜੇ ਲੋਕ ਮਰ ਜਾਂਦੇ ਸੀਗੇ ਡੇਲੀ। ਸੋ ਇਸ ਕਰਕੇ ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈ। ਅਸੀਂ ਡਟ ਕੇ ਮੁਕਾਬਲਾ ਕਰੀਏ। ਇਹ ਕੋਈ ਇੰਨਾ ਵੱਡਾ ਕੋਈ ਵਾਇਰਸ ਨਹੀਂ ਹੈਗਾ ਕਿ ਜਿਹੜਾ ਸਾਨੂੰ ਖਾ ਜਾਏਗਾ। ਨਾਲੇ ਅਸੀਂ ਤਾਂ ਵੈਸੇ ਸਟਰੋਂਗ ਹੈਗੇ ਹਾਂ ਅਸੀਂ, ਤੇ ਬਿਲਕੁਲ ਆਪਾਂ ਘਬਰਾਈਏ ਨਾ। ਬਾਕੀ ਮੈਂ ਆਪਣੀ ਜਿਹੜੀ ਮੇਰੀਆਂ ਟੀਮਾਂ ਹੈਗੀਆਂ, ਦੇਖੋ ਅੱਜ ਦੇ ਕੀ ਹੈ ਕਿ ਅੱਜ ਫਰੰਟ ਲਾਈਨ ਤੇ ਆ ਕੇ ਡਾਕਟਰਸ ਬਿਲਕੁਲ ਆਪਣਾ ਸਭ ਫੈਮਲੀਆਂ ਛੱਡ ਕੇ ਉਹ ਲੜ ਰਹੇ ਨੇ ਇਹਦੇ ਨਾਲ। ਪੁਲਿਸ ਪ੍ਰਸ਼ਾਸਨ ਜਿਹੜਾ ਸਾਰਾ ਲੜ ਰਿਹਾ, ਸਾਡਾ ਡਿਸਟ੍ਰਿਕਟ ਪ੍ਰਸ਼ਾਸਨ ਸਾਰਾ ਲੜ ਰਿਹਾ, ਸਫਾਈ ਵਰਕਰ ਜਿਹੜੇ ਸਾਡੇ ਨੇ ਉਹਨਾਂ ਨੂੰ ਵੀ ਬੜੀ ਆਪਾਂ ਸਲੂਟ ਮਾਰਦੇ ਹਾਂ ਸਾਰਿਆਂ ਨੂੰ ਕਿ ਉਹ ਵੀ ਇੰਨਾ ਕੁਛ ਦੇਖੋ ਕਰ ਰਹੇ ਆ। ਉਹਦੇ ਨਾਲ ਸਾਰੇ ਸਾਰੇ ਕਰ ਰਹੇ ਨੇ, ਉੱਥੇ ਮੀਡੀਆ ਵੀ ਚੁੱਪ ਕਰਕੇ ਨਹੀਂ ਬੈਠਾ ਹੋਇਆ। ਮੀਡੀਆ ਦੇ ਵੀ ਫੈਮਲੀਜ਼ ਹੈਗੀਆਂ, ਉਹ ਵੀ ਆ ਰਹੇ ਪੂਰਾ ਦੇਖ ਰਹੇ। ਤੇ ਨਾਲ ਦੀ ਨਾਲ ਮੈਂ ਇਹ ਵੀ ਗੱਲ ਕਹਿੰਦਾ ਹੁੰਦਾ ਕਿ ਜਿਹੜੇ ਸੋਸ਼ਲ ਵਰਕਰਸ ਨੇ, ਜਿੰਨੀਆਂ NGO ਹੈ, ਸਾਨੂੰ ਵੀ ਇਹ ਟਾਈਮ ਹੈ ਕਿ ਅਸੀਂ ਘਰ 'ਚ ਨਾ ਬੈਠੀਏ, ਅਸੀਂ ਵੀ ਬਾਹਰ ਨਿਕਲੀਏ। ਕਿਉਂਕਿ ਜਿੰਨੀ ਦੇਰ ਅਸੀਂ ਜਿੰਨੀਆਂ ਸੰਸਥਾਵਾਂ ਅਸੀਂ ਬਾਹਰ ਨਹੀਂ ਨਿਕਲਾਂਗੇ ਨਾ ਜੀ, ਤੇ ਅਸੀਂ ਤਾਂ ਕਿਸੇ ਦੀ ਹੈਲਪ ਨਹੀਂ ਕਰ ਸਕਦੇ। ਅੱਜ ਸਾਡੀ ਵੀ ਲੋੜ ਹੈ, ਹਰ ਪਬਲਿਕ ਨੂੰ ਸਾਡੀ ਲੋੜ ਹੈ ਕਿ ਅਸੀਂ ਵੀ ਬਾਹਰ ਨਿਕਲੀਏ। ਮੈਂ ਵੀ ਹੁਣ ਇੱਥੇ ਬੈਠਾ, ਮੈਂ ਜਾਣਾ ਸੀ ਵਾਪਸ ਦੁਬਈ ਕੋਈ 16-17 ਤਰੀਕ ਨੂੰ ਮਾਰਚ ਵਿੱਚ, ਨਹੀਂ ਗਿਆ। ਮੈਂ ਮਹਿਸੂਸ ਕੀਤਾ ਕਿ ਨਹੀਂ, ਮੇਰਾ ਇੱਥੇ ਰਹਿਣਾ ਜ਼ਰੂਰੀ ਹੈ ਕਿ ਜੋ ਮੈਂ ਇੱਥੇ ਰਹਿ ਕੇ ਸਾਰੇ ਕੰਮ ਕਰ ਸਕਾਂਗਾ ਤੇ ਉਹ ਮੈਂ ਉੱਥੇ ਦੁਬਈ ਜਾ ਕੇ ਮੈਂ ਫਸ ਜਾਵਾਂਗਾ, ਮੈਂ ਨਹੀਂ ਕਰ ਪਾਵਾਂਗਾ। ਤੇ ਇਸ ਕਰਕੇ ਸਾਡੀ ਗੱਲ ਹੋਈ ਸੀਗੀ, ਤੁਸੀਂ ਦੱਸਿਆ ਸੀ ਤੁਸੀਂ ਜਾਣਾ ਹੈਗਾ ਦੁਬਈ, ਸਾਡੀ ਫੈਬਰੇਟ ਦੇ ਵਿੱਚ ਹੋਈ ਸੀ, ਤੁਸੀਂ ਦੱਸਿਆ ਸੀ ਕਿ ਤੁਸੀਂ ਜਾਣਾ ਹੈਗਾ। ਹਾਂ ਬਿਲਕੁਲ, ਮੈਂ ਫਿਰ ਇਸ ਕਰਕੇ ਨਹੀਂ ਗਿਆ। ਸੋ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ ਸਾਰੀਆਂ ਟਰਸਟ ਦੀਆਂ, ਉਹ ਵੀ ਦੇਖੋ ਫੈਮਿਲੀ ਨੂੰ ਛੱਡ ਕੇ, ਉਹਨਾਂ ਨੂੰ ਕੋਈ ਲੋੜ ਥੋੜ੍ਹੀ ਹੈ ਕਿ ਜਾ ਕੇ ਤੁਹਾਡੀਆਂ ਕਿੱਟਾਂ ਚੱਕਣ ਰਾਸ਼ਨ ਦੀਆਂ ਤੇ ਲੋਕਾਂ ਨੂੰ ਵੰਡ ਕੇ ਆ ਰਹੇ ਆ।
कर रहे सेवा कर रहे हैं, उन्होंने बहुत धन्यवाद करदा सारिਆਂ ਦਾ मैं। बाकी श्रीनगर ਅਸੀਂ ਸ਼ੁਰੂ ਕਰਤਾ ਜੀ, ਹੁਣ ਸਾਡਾ परसों ਸਾਡਾ श्रीनगर ਜਿਹੜਾ ਉਹ ਸਾਡੀਆਂ ਜਾਣੀਆਂ ਕੋਈ 15 ਪਹਿਲਾਂ ਕਵਰ ਕਰ ਰਹੇ ਹਾਂ। ਇੱਧਰ ਬਾਰਾਮੂਲਾ ਸਾਈਡ ਹੈ, ਉੱਥੇ ਦੇ ਰਹੇ ਹਾਂ, ਤੇ ਅਸੀਂ ਇੱਕ ਜੰਮੂ ਤੇ ਤੁਹਾਡਾ ਪੁੰਛ ਤੇ ਰਜੌਰੀ ਸਾਈਡ ਹੈ, ਇੱਥੇ ਸਾਡੇ ਕੋਲ ਡਿਮਾਂਡ ਆਈ ਹੋਈ ਤਕਰੀਬਨ 700-800 ਫੈਮਿਲੀ ਇੱਥੇ ਹੈਗੀ ਹੈ। ਸੋ ਇਹਨਾਂ ਨੂੰ ਵੀ ਰਾਸ਼ਨ ਦੇਣਾ ਹੈ। ਤੇ ਇੱਥੇ ਮੈਂ 4 ਹਸਪੀਟਲ ਦੱਸੇ ਸੀ ਕਵਰ ਕੀਤੇ ਸੀ, ਮੈਡੀਕਲ ਕਾਲਜ ਜਿਹੜੇ ਸੀ ਕਵਰ ਕੀਤੇ ਸੀ। ਉਸ ਤਰ੍ਹਾਂ ਅਸੀਂ ਜੰਮੂ ਮੈਡੀਕਲ ਕਾਲਜ ਉਹਨਾਂ ਨੂੰ ਵੀ ਕਿੱਟਾਂ ਅਸੀਂ ਸਾਰਾ ਸਮਾਨ ਨੂੰ ਭੇਜ ਚੁੱਕੇ ਹਾਂ, ਤੇ 4 ਹਸਪੀਟਲ ਹੋਰ ਸੀ ਜਿਹੜੇ ਸ਼੍ਰੀਨਗਰ ਦੇ, ਸੋ ਉਹ ਵੀ ਅਸੀਂ ਕਵਰ ਕਰ ਦਿੱਤੇ ਨੇ। ਇਹਦੇ ਨਾਲ ਨਾਲ ਜਿਹੜਾ ਹੁਣ ਸਾਡਾ ਅਸੀਂ ਕਵਰ ਕਰ ਰਹੇ ਹਾਂ ਨਾਲਾਗੜ੍ਹ ਤੇ ਬੱਦੀ ਹਿਮਾਚਲ 'ਚ ਅਸੀਂ ਨਾਲ ਲੱਗਦਾ ਸਾਡੇ ਇਹ ਕਵਰ ਕਰ ਰਹੇ ਹਾਂ, ਚੰਡੀਗੜ੍ਹ ਕਵਰ ਕਰ ਰਹੇ ਹਾਂ, ਪਲੱਸ ਤੁਹਾਡਾ ਰਾਜਸਥਾਨ ਤੇ ਸ਼੍ਰੀ ਗੰਗਾਨਗਰ ਇਹ ਅਸੀਂ ਆਪਣੇ ਨਾਲ ਲਿਆ ਸੀ, ਕਿਉਂਕਿ ਇਹ ਸਾਰਾ ਅਸੀਂ ਕਵਰ ਕਰ ਰਹੇ ਹਾਂ। ਔਰ ਇਹ ਤਕਰੀਬਨ ਜਾਰੀ ਰਹੇਗਾ ਸਾਡਾ ਜੀ ਜੋ ਅਸੀਂ ਸ਼ੁਰੂ ਕੀਤਾ ਹੈਗਾ। ਤੇ ਅਸੀਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਭਾਈ ਇਹ ਰਾਸ਼ਨ ਬਣੀ ਬਾਕੀ ਸਭ ਨਹੀਂ ਚੱਲਾਂਗੇ, ਲੇਕਿਨ ਕਰੋਨਾ ਵੀ ਇੰਨਾ ਲੰਮਾ ਨਹੀਂ ਚੱਲਣਾ, ਲੇਕਿਨ ਫਿਰ ਵੀ ਅਸੀਂ ਇਹਤਿਆਤ ਰੱਖੀ ਹੈ ਜੀ। ਮੇਰੀ ਆਪਣੀ ਕੈਲਕੂਲੇਸ਼ਨ ਹੈ ਸਾਡਾ ਜੁਲਾਈ ਤੱਕ ਸਾਡਾ ਇੱਦਾਂ ਹੀ ਰਹਿਣਾ ਕੰਮ ਜੀ। ਤੇ ਉਸ ਤੋਂ ਬਾਅਦ ਦੇਖੋ ਹਾਲਾਤ ਥੋੜੇ ਫਿਰ ਵੀ ਟਾਈਮ ਲੱਗੇਗਾ, ਸਾਨੂੰ 5-6 ਮਹੀਨੇ ਫਿਰ ਲੱਗ ਜਾਣੇ ਨੇ ਸੈਟਲ ਡਾਊਨ ਹੁੰਦੇ, ਕਿਉਂਕਿ ਜਿਨ੍ਹਾਂ ਦੀ ਜੌਬਸ ਚਲੇ ਗਈਆਂ, ਜਿਨ੍ਹਾਂ ਦੇ ਬਿਜ਼ਨਸ ਠੱਪ ਹੋ ਗਏ ਸਾਰੇ, ਹੁਣ ਦੁਬਾਰਾ ਰੀਸਟਾਰਟ ਕਰਨਾ ਜਿਹੜਾ ਉਹ 4-5 ਮਹੀਨੇ ਦਾ ਪ੍ਰੋਸੈਸ ਹੁੰਦਾ। ਉਹ ਇਹ ਨਹੀਂ ਕਿ ਇੱਕਦਮ ਸਾਡਾ ਲੋਕਡਾਊਨ ਹਟਿਆ ਨਹੀਂ ਤੇ ਅਸੀਂ ਅਗਲੇ ਦਿਨ ਅਸੀਂ ਆਪਣੇ ਬਿਜ਼ਨਸ ਕਰ ਲਵਾਂਗੇ, ਇਹਨਾਂ ਨੇ ਸਕ੍ਰੈਚ ਤੋਂ ਸ਼ੁਰੂ ਕਰਨਾ ਪਏਗਾ। ਮੈਕਸਿਮਮ ਜਿਹੜਾ ਦੇਖੋ ਜੀ ਜਿੰਨੇ ਸਾਡੇ ਐਕਸਪੋਰਟ ਯੂਨਿਟ ਸੀ ਇਹ ਸਾਡੇ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਸਿਰਫ ਐਕਸਪੋਰਟ ਹੀ ਕਰਨਾ, ਉਹ ਟੋਟਲੀ ਠੱਪ ਹੋ ਜਾਏਗਾ, ਕਿਉਂਕਿ ਬਾਹਰਲੀ ਕੰਟਰੀ ਜਿੰਨੀਆਂ ਵੀ ਹੈ, ਚਾਹੇ ਦੁਬਈ ਹੈ ਚਾਹੇ ਕੋਈ ਵੀ ਕੰਟਰੀ ਹੈ, ਉੱਥੇ ਜਦ ਤੱਕ ਸੈੱਟ ਨਹੀਂ ਹੋਣਗੇ ਕੋਈ ਇੰਪੋਰਟ ਹੋਣੀ ਨਹੀਂ, ਉੱਥੇ ਐਕਸਪੋਰਟ ਨਹੀਂ ਕਰ ਸਕਣਾ, ਇੰਡੀਆ 'ਚ ਉਹਨੂੰ ਵੇਚ ਨਹੀਂ ਸਕਣਾ, ਉਹ ਲਈ ਬਹੁਤ ਵੱਡਾ। ਸੋ ਸਾਰੇ ਹਰ ਵਰਗ ਜਿਹੜਾ ਕਿਸੇ ਬਿਜ਼ਨਸਮੈਨ 'ਚ ਕੋਈ ਵੀ, ਚਾਹੇ ਟਰਾਂਸਪੋਰਟ ਲੈ ਲਓ ਕੁਛ ਵੀ ਲੈ ਲਓ, ਸਾਰਿਆਂ ਨੂੰ ਹੀ ਸਾਰੇ ਸਫਰ ਕਰ ਰਹੇ ਆ। ਅਰਦਾਸ ਕਰਦੇ ਹਾਂ ਕਿ ਬਹੁਤ ਜਲਦੀ ਜਿਹੜਾ ਇਹ ਛੁਟਕਾਰਾ ਪਵੇ ਔਰ ਅਸੀਂ ਮੁੜ ਕੇ ਦੁਬਾਰਾ ਫਿਰ ਆਪਣੀ ਜਿਹੜੀ ਹੈ ਰੀਅਲ ਲਾਈਫ ਅਸੀਂ ਉਹਨੂੰ ਫਿਰ ਆ ਸਕੀਏ। बिल्कुल ठीक क्या सर, इट्स एन ऑनर। मैं फिर कहांगी बहुत बहुत मेहरबानी, बहुत शुक्रिया तुहाडा कि तुसी साडे शो ते आए है ते तुसी सारे व्यूअर्स नाल अपने काम बारे दस्सिया, राधा सब नूं इंस्पायर कीता। यू आर रियली अ रोल मॉडल ते जो तुहानूं कहा जांदा है सेवियर सिंह, वो सही मायने च ही सेवियर सिंह कहा जांदा है। सर थैंक यू सो मच सर। सत श्री अकाल जी। तुसी कोई जांदे जांदे मैसेज देना चाहोगे? थैंक यू जी, सत श्री अकाल जी। सर तुसी कोई मैसेज देना चाहोगे जाते जाते? हो गया खत्म। सो ਇਹ ਸੀਗੇ ਡਾਕਟਰ SBS ਓਬਰਾਏ ਜੋ ਸੇਵੀਅਰ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਆ ਤੇ ਪੂਰੀ ਵਰਲਡ ਦੇ ਵਿੱਚ ਨਾਟ ਓਨਲੀ ਇਨ ਵਨ ਸਟੇਟ, ਨਾਟ ਓਨਲੀ ਇਨ ਵਨ ਕੰਟਰੀ, ਪੂਰੀ ਵਰਲਡ ਦੇ ਵਿੱਚ ਜਾਣੇ ਪਛਾਣੇ ਹੀ ਪਰਸਨੈਲਿਟੀ ਹੈਗੇ ਆ। ਐਂਡ ਵੀ ਆਰ ਵੈਰੀ ਥੈਂਕਫੁਲ ਟੂ ਹਿਮ ਕਿ ਉਹ ਸਾਡੇ ਸਾਰਿਆਂ ਲਈ ਇੰਨੇ ਵੱਡੇ ਰੋਲ ਮਾਡਲ ਹੈ। ਜਿੱਥੇ ਅੱਜ ਦੀ ਦੁਨੀਆ ਵਿੱਚ ਸਾਰੇ ਮੈਂ ਕਰੀ ਜਾਂਦੇ ਆ, ਇੱਥੇ ਇਹ ਹੈਗੇ ਆ ਅਸੀਂ ਆਪਣੇ ਲਈ ਮੰਗਦੇ ਆ, ਇਹ ਹੈਗੇ ਰੱਬ ਅੱਗੇ ਹਮੇਸ਼ਾ ਦੁਆ ਕਰਨ ਵਾਲੇ, ਸਭ ਕੁਝ ਤੇਰਾ ਕਹਿਣ ਵਾਲੇ ਹੈਗੇ ਆ। ਐਂਡ ਆਈ ਹੋਪ, ਰੀਅਲੀ ਹੋਪ ਦੈਟ ਵੀ ਆਲ ਲਰਨਡ ਸੋ ਮਚ ਫਰੋਮ ਹਿਮ। ਅਸੀਂ ਆਪਣੇ ਆਪ ਨੂੰ ਇੰਟਰਸਪੈਕਟ ਕਰੀਏ ਕਿ ਅਸੀਂ ਕੀ ਕੰਮ ਕਰ ਰਹੇ ਹਾਂ। ਜਿਵੇਂ ਸਰ ਨੇ ਕਿਹਾ ਹੁਣੇ ਕਿ ਅਸੀਂ ਦੌੜ ਲੱਗੀ ਹੋਈ ਹੈ ਸਾਡੇ ਸਾਰਿਆਂ 'ਚ ਕਿ ਅਸੀਂ ਪੈਸਾ ਕਮਾਉਣ ਦੀ, ਬਟ ਲੁੱਕ ਐਟ ਹਿਮ ਵਾਟ ਹੀ ਇਜ਼ ਡੂਇੰਗ। ਉਹ ਸਭ ਨੂੰ ਵੰਡਣ ਦੇ ਹੀ ਉਹਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ। ਆਈ ਰੀਅਲੀ ਥਿੰਕ ਕਿ ਅਸੀਂ ਸਾਰੇ ਇਸ ਸ਼ਖਸੀਅਤ ਤੋਂ, ਇਸ ਇੰਨੀ ਵੱਡੀ ਪਰਸਨੈਲਿਟੀ ਤੋਂ ਕੁਝ ਸਿੱਖੀਏ ਤੇ ਇਟ ਵਿਲ ਬੀ ਅ ਬਿਗ ਥਿੰਗ ਫॉर ਆਲ ਆਫ ਅਸ। ਥੈਂਕ ਯੂ ਤੁਹਾਡੇ ਸਾਰਿਆਂ ਦਾ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ ਜੀ।